ਸਕੂਲ ਕਿਉਂ ਨਹੀਂ ਬਣ ਰਿਹਾ ਸਾਡੇ ਇਸ ਏਰੀਏ ਦੇ ਵਿੱਚ? ਤੁਹਾਡੇ ਕੋਲ ਚਲੋ ਵਾਰਡ ਤਾਂ ਕਾਫੀ ਵੱਡਾ ਆ, ਪਰ ਮੈਂ ਸਪੈਸੀਫਿਕ ਇਸ ਏਰੀਏ ਦੀ ਗੱਲ ਕਰਨਾ ਚਾਹੁੰਦਾ, ਸਕਾਈ ਵਿਊ, ਸਿਟੀਸਕੇਪ ਤੇ ਰੈਡਸਟੋਨ ਦਾ ਮਸਲਾ ਵਾ। ਉਹਦੇ 'ਚ ਕਾਉਂਸਲਰ ਦਾ ਕੋਈ ਲੈਣਾ ਦੇਣਾ ਨਹੀਂ। ਕਾਉਂਸਲਰ ਨਾ ਸਕੂਲ ਬਣਾ ਸਕਦਾ ਤੇ ਨਾ ਅਸੀਂ ਉਹਨੂੰ ਇਨਫਲੂਐਂਸ ਕਰ ਸਕਦੇ ਹਾਂ। ਅਸੀਂ ਤਾਂ ਐਡਵੋਕੇਸੀ ਕਰ ਸਕਦੇ ਹਾਂ, ਜਿਹੜੀ ਅਸੀਂ ਕਰਦੇ ਹੁੰਦੇ ਹਾਂ। ਇਹ ਮਸਲਾ ਸੂਬੇ ਦਾ ਵਾ, ਪ੍ਰੋਵਿੰਸ਼ੀਅਲ ਸਰਕਾਰ ਨੂੰ बेटा 5 साल का सी ते इत्थे आके उन्हें पहली बार स्कूल जाना सी ते जदों असीं स्कूल का पता किया सानूं पता लगा कि कीलर स्कूल जाना है बड़ा दूर। फिर सानूं असीं ट्राई करन लगे कि किसी प्राइवेट स्कूल च एडमिशन मिले। जिहड़ी गवर्नमेंट स्कूल की फीस तो असीं 3 गुणा 4 गुणा फीस भर के उन्होंने स्कूल भेज रहे हैं ते ਹੁਣ ਤੁਸੀਂ ਬੱਚਾ ਪ੍ਰਾਈਵੇਟ ਸਕੂਲ 'ਚ ਪਾਇਆ? प्राइवेट स्कूल च जांदा जी, गोबिंद सरवर स्कूल च जांदा जी। ਪਹਿਲੀ ਤਾਂ ਇਹ ਗੱਲ ਸੀ ਜਦੋਂ ਇਹਨਾਂ ਨੇ ਬੁੱਕ ਕਰਾਏ ਇੱਥੇ ਘਰ, ਉਦੋਂ ਵੀ ਸਕੂਲ ਇੱਥੇ ਨੇੜੇ ਬਣ ਜਾਣਾ ਬੱਚਿਆਂ ਨੂੰ, ਇੰਝ ਕਰਕੇ ਵੀ ਥੋੜ੍ਹਾ ਜਿਹਾ ਹੋ ਗਿਆ। ਹੁਣ ਤਾਂ ਇੱਥੇ ਬੋਰਡ ਵੀ ਲੱਗਿਆ ਹੋਇਆ ਸੀ, ਉਹ ਵੀ ਲੈ ਕੇ ਪੱਟ ਪੁੱਟ ਕੇ ਹਾਂ ਸਕੂਲ ਦੀ ਜਗ੍ਹਾ ਹੈ। ਹਾਂ ਉੱਥੇ ਜਾਣੇ ਪੋਤੇ ਪੋਤੀ ਹੁਣ ਜਿੱਥੇ ਸਾਰੀ ਦੁਨੀਆ ਦੇ ਜਾ ਰਹੇ ਉੱਥੇ ਜਾਣੇ ਤਾਂ ਸਕੂਲ ਹੈ ਨਹੀਂ ਕੋਈ। ਇਹਨੂੰ ਗੱਲ ਇੱਥੇ ਮੀਡੀਆ ਪਰ ਸਕੂਲ ਕੋ ਹੈ ਹੀ ਨਹੀਂ। ਮੇਰਾ ਇਹੀ ਸਵਾਲ ਹੈ ਜੀ, ਇਹਦਾ ਕੀ ਫਿਊਚਰ ਹੈ? ਇਹਦਾ ਫਿਊਚਰ ਜਿਹੜਾ ਜੀ ਉਹ ਡਿਪੈਂਡ ਕਰਦਾ ਕਿਹੜੀ ਗਵਰਨਮੈਂਟ ਕਿਹੜੀ ਪਾਰਟੀ ਗਵਰਨਮੈਂਟ 'ਚ ਆਉਂਦੀ ਹੈ। ਜੇ ਆਪਾਂ ਗੱਲ ਕਰੀਏ ਕਿ UCP ਦੀ, ਜਿਸ ਤਰ੍ਹਾਂ ਉਹਨਾਂ ਨੇ ਪਿਛਲੇ 4 ਸਾਲ ਉਹਨਾਂ ਦੇ ਕੋਲੇ ਸਰਕਾਰ ਚਲਾਉਣ ਦਾ ਟਾਈਮ ਸੀ, ਤਾਂ ਉਹਦੇ 'ਚ ਇਹਦਾ ਨਾ ਕੋਈ ਪਾਸਟ ਸੀ ਨਾ ਇਹਦਾ ਕੋਈ ਫਿਊਚਰ ਹੈ ਕਿਉਂਕਿ So the funding that school boards receive to operate schools, so to deliver education to students, is separate from capital funding. So of course, school boards always, and certainly the Calgary Board of Education, would like to see an increase in our base funding so that we have additional funding to be able to support students learning in schools. However, the capital announcements made by the province are separate. So it's not part of the funding that we receive to deliver education to students. कि ਜਿਹੜੇ ਹੁਣ ਸਾਡੇ ਰੈੱਡ ਸਟੋਨ ਵਾਲੇ ਵਾਸੀ ਹੈਗੇ ਆ, ਉਹਨਾਂ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈਗੀ ਆ। ਤਾਂ ਸ਼ੁਰੂ ਤੋਂ day 1 when I was elected, ਮੈਂ ਮਿਨਿਸਟਰ ਨੂੰ ਕਿਹਾ ਸੀ ਕਿ ਦੇਖੋ ਜੀ, 2 ਤੁਸੀਂ ਬਣਾ ਰਹੇ ਹੈਗੇ ਆ, but we do need another school in Redstone, ਕਿਉਂਕਿ ਉੱਥੇ ਕਮਿਊਨਿਟੀ ਵਧੀ ਜਾ ਰਹੀ ਹੈਗੀ ਆ। ਸੋ ਜਿਵੇਂ ਪ੍ਰੋਸੈਸ ਹੈਗਾ, it has to be in the capital plan. ਹਜੇ ਤੱਕ ਉਹ ਸਕੂਲ capital plan ਉੱਪਰ ਤੱਕ ਨਹੀਂ ਆਇਆ, ਪਰ ਕੱਲ੍ਹ ਰਾਤੀ ਵੀ ਮੇਰੀ ਗੱਲ ਹੋਈ ਸੀ ਮਿਨਿਸਟਰ ਨਾਲ, ਤਾਂ ਉਹਨਾਂ ਨੂੰ ਮੈਂ ਕਿਹਾ ਦੇਖੋ ਜੀ, ਤੁਸੀਂ ਇਸੇ ਬਾਰੇ ਸੋਚੋ ਤੇ ਕੁਝ ਕਰੋ। ਇੱਕ ਇੰਟਰਵਿਊ ਦੇ ਵਿੱਚ ਇਹ ਵੀ ਆਖਿਆ ਕਿ ਮੈਂ ਕੋਸ਼ਿਸ਼ ਕਰਦੀ ਹਾਂ ਕਿ ਜੇ ਪ੍ਰਾਈਵੇਟ ਸਕੂਲ ਪਹਿਲਾਂ ਆ ਜਾਵੇ, ਤੇ ਇਹ ਇਸ ਤਰ੍ਹਾਂ ਤੁਹਾਨੂੰ ਕਿਉਂ ਲੱਗਿਆ ਕਿ ਪ੍ਰਾਈਵੇਟ ਸਕੂਲ ਲੈ ਆਉਣਾ ਚਾਹੀਦਾ? ਪ੍ਰਾਈਵੇਟ ਸਕੂਲ ਬਾਰੇ ਨਹੀਂ ਸੀ ਮੈਂ ਗੱਲ ਕੀਤੀ, ਮੈਂ ਚਾਰਟਰ ਸਕੂਲ ਬਾਰੇ ਗੱਲ ਕੀਤੀ ਸੀ। ਫਰਕ ਹੈਗਾ ਹੁਣ ਕਿਉਂ ਮੈਂ ਇਸ ਕਰਕੇ ਕਿਹਾ ਸੀ, ਕਿਉਂਕਿ ਕਾਫੀ ਸਾਡੇ ਜਿਹੜੇ ਰੈਜ਼ੀਡੈਂਟਸ ਹੈਗੇ ਆ ਕਹਿੰਦੇ ਆ ਕਿ ਸਾਨੂੰ ਮੈਥ ਐਂਡ ਸਾਇੰਸ STEM ਸਕੂਲ ਚਾਹੀਦਾ ਹੈ, ਕਿਉਂਕਿ ਹਮੇਸ਼ਾ ਪ੍ਰੋ ਪੰਜਾਬ TV ਦੇਖਣ ਵਾਲਾ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਹਾਂ ਕਮਲਜੀਤ ਬੁੱਟਰ। ਅੱਜ ਅਸੀਂ ਗੱਲ ਕਰਾਂਗੇ ਸਕੂਲਾਂ ਦੇ ਬਾਰੇ। ਜਿਸ ਏਰੀਏ ਦੇ ਵਿੱਚ ਮੈਂ ਖੜਾਂਗਾ ਇਹ ਸਿਟੀਸਕੇਪ ਏਰੀਆ ਹੈਗਾ, ਇਸ ਦੇ ਨਾਲ ਸਕਾਈ ਵਿਊ ਆ ਤੇ ਰੈਡਸਟੋਨ ਹੈ ਤੇ ਪਿੱਛੇ ਕਾਰਨਰਸਟੋਨ ਏਰੀਆ। ਚਾਰਾਂ ਕਮਿਊਨਿਟੀਆਂ ਦੇ ਵਿੱਚ ਸਿਰਫ ਇੱਕੋ ਸਕੂਲ ਹੈ। ਪਰ ਜਿਸ ਤਰ੍ਹਾਂ ਤੁਸੀਂ ਆ ਮੇਰੇ ਪਿੱਛੇ ਥਾਂ ਦੇਖ ਰਹੇ ਹੋ, ਇੱਦਾਂ ਦੀਆਂ ਥਾਵਾਂ ਜਿਹੜੀਆਂ ਬਿਲਡਰਾਂ ਦੇ ਦੁਆਰਾ ਛੱਡੀਆਂ ਜਾਂਦੀਆਂ, ਤੇ ਉਹ ਤਕਰੀਬਨ ਕੋਈ 6-7 ਹੋਣੀਆਂ। ਤੇ ਐਡੀ ਵੱਡੀ ਕਮਿਊਨਿਟੀ, ਜਿਹੜੀਆਂ ਇਹ ਕਮਿਊਨਿਟੀਆਂ ਤਕਰੀਬਨ ਜੇ ਮੈਂ ਇਹਨਾਂ ਦੀ ਗੱਲ ਕਰਾਂ ਤੇ ਐਵਰੇਜ ਇਹ 8 ਤੋਂ 10 ਸਾਲਾਂ ਤੋਂ ਬਣਨੀਆਂ ਸ਼ੁਰੂ ਹੋਈਆਂ ਆ। ਤੇ ਕੋਈ ਹੋ ਸਕਦਾ 6 ਸਾਲਾਂ ਤੋਂ ਬਣਨੀ ਸ਼ੁਰੂ ਹੋਵੇ, ਹੋ ਸਕਦਾ ਕੋਈ 12 ਸਾਲਾਂ ਤੋਂ, ਮੈਂ ਐਵਰੇਜ ਤੁਹਾਨੂੰ ਮੈਂ ਦੱਸੀ ਹੈ। ਤੇ ਇਸ ਦੇ ਨਾਲ ਹੀ ਸਕੂਲਾਂ ਦਾ ਜਿਹੜਾ ਪ੍ਰੋਸੈਸ ਕੀ ਹੈ ਵੀ ਸਕੂਲ ਬਣਨੇ ਕਿੱਦਾਂ ਚਾਹੀਦੇ ਆ, ਉਹ ਇਹ ਹੈ ਕਿ ਇੰਨੀ ਪਾਪੂਲੇਸ਼ਨ ਹੋਊਗੀ, ਫਿਰ ਸਕੂਲ ਬਣੂਗਾ, ਫਿਰ ਬਿਲਡਿੰਗ ਬਣੂਗੀ, ਤੇ ਫਿਰ ਇਹਨਾਂ ਦੇ ਜਿਹੜੇ ਪਲਾਨ ਆ ਉਸ ਦੇ ਅਕੋਰਡਿੰਗ ਇਹ ਹੈ ਕਿ ਇਹ 2 ਸਾਲਾਂ ਦੇ ਵਿੱਚ ਇੰਨੀ ਬਿਲਡਿੰਗ ਕੰਪਲੀਟ ਹੋਊਗੀ, 4 ਸਾਲਾਂ ਦੇ ਵਿੱਚ ਜਾ ਕੇ ਬਣੂਗਾ ਸਕੂਲ, ਤੇ ਫਿਰ ਕਲਾਸਾਂ ਸ਼ੁਰੂ ਹੋਣਗੀਆਂ। ਇਹ ਪ੍ਰੋਸੈਸ ਦੇ ਵਿੱਚ ਤੇ ਦੂਜੇ ਪਾਸੇ ਪੋਲੀਟੀਕਲ ਬੰਦੇ ਉਹ ਕਹਿੰਦੇ ਆ ਜੀ ਇਹਨੂੰ ਪਹਿਲਾਂ ਐਜੂਕੇਸ਼ਨ ਪਲਾਨ ਦੇ ਵਿੱਚ ਮਤਲਬ ਇਹ ਪੈਣਾ ਚਾਹੀਦਾ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਅਸੀਂ ਪੁਸ਼ ਕਰਾਂਗੇ ਚੀਜ਼ ਨੂੰ ਕਿ ਸਕੂਲ ਅਸੀਂ ਫਿਰ ਜਲਦੀ ਸਾਡੀ ਗੌਰਮੈਂਟ ਕੋਸ਼ਿਸ਼ ਕਰੂਗੀ ਅਸੀਂ ਇਹਨੂੰ ਲੈ ਆਵਾਂਗੇ। ਮੁੱਖ ਦੀ ਗੱਲ ਇਹ ਹੈ ਕਿ ਲੋਕ ਤਾਂ ਪਿਛਲੇ 8-10 ਸਾਲਾਂ ਤੋਂ ਇਸ ਸੰਕਟ ਦੇ ਵਿੱਚ ਨੇ। ਜਿਹੜੇ ਲੋਕਾਂ ਨੇ ਇਹਨਾਂ ਗਰਾਊਂਡਾਂ ਦੇ ਨੇੜੇ ਘਰ ਲਏ ਸੀ, ਜਿਨ੍ਹਾਂ ਨੂੰ ਇਹ ਸੋਚਿਆ ਸੀ ਜਿਨ੍ਹਾਂ ਨੇ ਕਿ ਸਾਡੇ ਬੱਚੇ ਇਸ ਸਕੂਲ ਦੇ ਵਿੱਚ ਜਾਣਗੇ, ਉਹਨਾਂ ਦੇ ਬੱਚੇ ਹੁਣ ਯੂਨੀਵਰਸਿਟੀ ਵੀ ਪਹੁੰਚ ਗਏ, ਪਰ ਸਕੂਲ ਨਹੀਂ ਬਣਿਆ।
ਤੇ ਫਿਊਚਰ ਦੇ ਵਿੱਚ ਇਹ ਸਕੂਲ ਬਣਨੇ ਆ, ਕਦੋਂ ਬਣਨੇ ਆ, ਫਿਊਚਰ ਸਕੂਲ ਦੇ ਬੋਰਡ ਲੱਗੇ ਪਏ ਆ, ਫਿਊਚਰ ਕਮਿੰਗ ਸਕੂਲ ਤੇ ਮਤਲਬ ਬਣਿਆ ਕੁਛ ਨਹੀਂ, ਪ੍ਰੈਕਟੀਕਲੀ ਕੁਛ ਨਹੀਂ ਹੈ। ਲੀਡਰਾਂ ਦੇ ਲਾਰੇ ਨੇ ਤੇ ਹੁਣ ਵੀ ਪਿਛਲੇ ਲੀਡਰਾਂ ਨੇ ਵੀ ਇਹੀ ਕੁਛ ਕਿਹਾ ਕਿ ਸਕੂਲ ਅਸੀਂ ਲੈ ਆਵਾਂਗੇ ਤੇ ਹੋ ਸਕਦਾ ਹੁਣ ਅੱਗੇ ਮਾਰਚ ਦੇ ਵਿੱਚ ਬਜਟ ਪਲਾਨ ਆਉਣਾ ਹੈ ਨਵਾਂ, ਉਹਦੇ ਵਿੱਚ ਹੋ ਸਕਦਾ ਕਿ ਸਕੂਲ ਅਨਾਉਂਸ ਕਰ ਦੇਣ ਕਿ ਠੀਕ ਹੈ ਜੀ ਸਕੂਲ ਆ ਗਿਆ, ਇੱਕ ਹੋਰ ਸਕੂਲ ਆ ਗਿਆ, ਪਰ ਉਹ ਕਾਗਜ਼ਾਂ ਦੇ ਵਿੱਚ ਹੀ ਆਉਣਾ, ਪ੍ਰੈਕਟੀਕਲ ਦੇ ਵਿੱਚ ਨਹੀਂ ਆਉਣਾ ਹਜੇ। ਇਹ ਤੁਹਾਨੂੰ ਮੈਂ ਪਹਿਲਾਂ ਦੱਸ ਦੇਵਾਂ, ਜਿਹੜਾ ਸਕੂਲ ਆਲਰੇਡੀ ਜਿਹੜੇ ਪਿਛਲੇ ਪਲਾਨ ਦੇ ਵਿੱਚ ਪਏ ਹੋਏ ਨੇ ਉਹ ਹਜੇ ਕਾਗਜ਼ਾਂ ਦੇ ਵਿੱਚ ਹੀ ਨੇ। ਸਿਰਫ ਇੱਕੋ ਸਕੂਲ ਇਸ ਟਾਈਮ ਚੱਲ ਰਿਹਾ, ਇੱਕ ਦੀ ਬਿਲਡਿੰਗ ਹੈ, ਉਹਦੇ ਵਿੱਚ ਕਲਾਸਾਂ ਸ਼ੁਰੂ ਹੋਣੀਆਂ, ਕਦੋਂ ਹੋਣੀਆਂ ਪਤਾ ਨਹੀਂ। ਤੇ ਨਵੇਂ ਜਿਹੜੇ ਦੂਜੀਆਂ ਪਾਰਟੀਆਂ ਦੇ ਲੀਡਰ ਨੇ ਉਹ ਕਹਿੰਦੇ ਆ ਜੀ ਅਸੀਂ ਅਨਾਉਂਸਮੈਂਟ ਸਾਡੀ ਆਈ ਲਓ, ਤੇ ਮੈਂ ਸਾਰਿਆਂ ਨਾਲ ਗੱਲ ਵੀ ਕੀਤੀ ਹੈ, ਤੁਹਾਨੂੰ ਮੈਂ ਉਹ ਗੱਲਬਾਤ ਵੀ ਸੁਣਾਉਣਾ। ਪਰ ਮੁੱਖ ਦੀ ਗੱਲ ਇਹ ਹੈ, ਇੱਕ ਇੱਥੇ ਮੈਂ ਹੋਰ ਵੀ ਤੁਹਾਨੂੰ ਦੱਸ ਦੇਵਾਂ ਕਿ ਸਾਡੇ ਲੋਕ ਕਈ ਚੀਜ਼ਾਂ ਤੋਂ ਅਣਜਾਣ ਵੀ ਬੜੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਸਕੂਲ ਹੈ ਇਹ ਮਸਲਾ ਉਠਾਉਣਾ ਕਿਹਦੇ ਕੋਲ ਹੈ, ਮੈਂਬਰ ਪਾਰਲੀਮੈਂਟ ਕੋਲ ਉਠਾਉਣਾ ਜਾਂ ਕਾਉਂਸਲਰ ਕੋਲ ਉਠਾਉਣਾ ਜਾਂ MLA ਕੋਲ ਉਠਾਉਣਾ ਹੈ, ਠੀਕ ਹੈ ਜੀ। ਤੇ ਉਹ ਜਾਂਦੇ ਵੀ ਨੇ, ਟਾਊਨ ਹਾਲ ਹੁੰਦੇ ਆ, ਮੀਟਿੰਗਾਂ ਹੁੰਦੀਆਂ, ਤੁਹਾਨੂੰ ਬੁਲਾਇਆ ਜਾਂਦਾ, ਤੁਹਾਨੂੰ ਚਾਹ ਪਕੌੜੇ ਗੋਲ ਗੱਪੇ ਤੁਹਾਨੂੰ ਖਵਾਏ ਜਾਂਦੇ ਆ। ਗੋਲ ਗੱਪਾ ਪਾਰਟੀਆਂ ਵੀ ਹੁੰਦੀਆਂ, ਤੁਸੀਂ ਜਾਂਦੇ ਹੋ ਉੱਥੇ, ਤੁਸੀਂ ਖਾ ਆਉਂਦੇ ਹੋ, ਖਾਣਾ ਗਲਤ ਨਹੀਂ ਹੈ, ਗੋਲ ਗੱਪੇ ਖਾਓ, ਜੀ ਲਾ ਕੇ ਖਾਓ, ਕੋਈ ਚੱਕਰ ਨਹੀਂ, ਠੀਕ ਹੈ। ਪਰ ਇਹ ਸਵਾਲ ਜ਼ਰੂਰ ਕਰਿਆ ਕਰੋ ਵੀ ਮੇਰੇ ਏਰੀਏ ਦੇ ਵਿੱਚ ਸਕੂਲਾਂ ਦਾ ਮਸਲਾ ਸੀ, ਇਹ ਕਦੋਂ ਜਾ ਕੇ ਹੱਲ ਹੋਊਗਾ। ਜੇ ਤੁਸੀਂ ਸਵਾਲ ਨਹੀਂ ਕਰੋਗੇ, ਕੱਲਾ ਸਿਰਫ ਤੁਸੀਂ ਗੋਲ ਗੱਪੇ ਖਾ ਕੇ ਜਾਂ ਚਾਹ ਦੇ ਪਕੌੜੇ ਨਾਲ ਕੰਮ ਨਿਬੇੜ ਕੇ ਆ ਜਾਓਗੇ ਤੇ ਗੱਲ ਹੱਲ ਨਹੀਂ ਹੋਣੀ। ਤੁਸੀਂ ਵੀ ਗੱਲ ਕਰੋ, ਠੀਕ ਹੈ ਜੀ। ਤੇ ਬਾਕੀ ਲੀਡਰ ਕੀ ਕਹਿੰਦੇ ਨੇ, ਸਕੂਲ ਟਰਸਟੀ ਕੀ ਕਹਿੰਦੇ ਨੇ, ਉਹ ਤੁਸੀਂ ਸਾਰੀ ਗੱਲਬਾਤ ਇਸ ਦੇ ਵਿੱਚ ਸੁਣ ਲਿਓ। ਸਕੂਲਾਂ ਦੀ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਸਾਡੇ ਨਾਲ ਰਾਜ ਧਾਲੀਵਾਲ ਨੇ, ਜਿਹੜੇ ਇਸ ਹਲਕੇ ਦੇ ਵਿੱਚੋਂ ਉਹ ਕਾਉਂਸਲਰ ਨੇ, ਤੇ ਅਸੀਂ ਉਹਨਾਂ ਤੋਂ ਬੇਸਿਕਲੀ ਉਹ ਜਦੋਂ ਕੋਈ ਮੀਟਿੰਗਾਂ ਕਰਦੇ ਆ, ਲੋਕਾਂ ਦੇ ਵਿੱਚ ਜਾਂਦੇ ਆ, ਤਾਂ ਉਹਨਾਂ ਨੂੰ ਅਕਸਰ ਇਹ ਸਵਾਲ ਉਹਨਾਂ ਨੂੰ ਪੁੱਛ ਲੈਂਦੇ ਆ ਕਿ ਸਾਡੇ ਏਰੀਏ ਦੇ ਵਿੱਚ ਸਕੂਲਾਂ ਦੀ ਸਮੱਸਿਆ। ਮੈਂ ਤੁਹਾਨੂੰ ਇਹ ਪਹਿਲਾਂ ਹੀ ਦੱਸ ਦਿੰਦਾ ਕਿ ਸਕੂਲਾਂ ਦਾ ਜਿਹੜਾ ਅਧਿਕਾਰ ਖੇਤਰ ਹੈ ਉਹ ਕਾਉਂਸਲਰ ਕੋਲ ਨਹੀਂ ਹੁੰਦਾ, ਇਹ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਪਰ ਉਹ ਇਹ ਸਾਰੇ ਸਿਸਟਮ ਦੀ, ਇਹ ਸਾਰੇ ਪ੍ਰੋਸੈਸ ਦੀ ਪੂਰੀ ਸਮਝ ਰੱਖਦੇ ਆ ਤੇ ਕਈ ਵੀ ਲੋਕਾਂ ਨੂੰ ਸਹੀ ਵੀ ਦੱਸਦੇ ਆ ਵੀ ਤੁਸੀਂ ਇਹ ਸਵਾਲ ਜੇ ਕਰਨਾ ਤਾਂ ਕਿੱਥੇ ਕਰਨਾ ਹੈ। ਅਸੀਂ ਉਹਨਾਂ ਤੋਂ ਸਾਰੀ ਸਮਝਦੇ ਹਾਂ ਗੱਲਬਾਤ ਕਿ ਐਕਚੁਅਲ ਦੇ ਵਿੱਚ ਸਕੂਲਾਂ ਦਾ ਪ੍ਰੋਸੈਸ ਹੈ ਕੀ, ਕਿਸ ਤਰ੍ਹਾਂ ਸਕੂਲ ਮਨਜ਼ੂਰ ਹੁੰਦੇ ਆ, ਕਿਸ ਤਰ੍ਹਾਂ ਇਹਨਾਂ ਨੂੰ ਟਾਈਮ ਲੱਗਦਾ ਹੈ, ਕਮਿਊਨਿਟੀ ਕਿੰਨੀ ਕੁ ਡਿਵੈਲਪ ਹੋਣੀ ਚਾਹੀਦੀ ਹੈ ਜਦੋਂ ਤੱਕ ਇਹ ਸਕੂਲ ਬਣ ਜਾਣੇ ਚਾਹੀਦੀ ਹੈ। ਤੇ ਸਾਰੀ ਗੱਲਬਾਤ ਦੇ ਲਈ ਅਸੀਂ ਰਾਜ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਤੁਹਾਡਾ ਧੰਨਵਾਦ ਮੈਨੂੰ ਇੱਥੇ ਮੌਕਾ ਦੇਣ ਲਈ, ਤੇ ਸਾਰੇ ਤੁਹਾਡੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਬਾਈ ਜੀ, ਜਿੱਦਾਂ ਮਤਲਬ ਇੱਕ ਸਵਾਲ ਤੁਹਾਨੂੰ ਅਕਸਰ ਮੀਟਿੰਗਾਂ ਦੇ ਵਿੱਚ ਹੁੰਦਾ, ਉਹੀ ਸਵਾਲ ਤੁਹਾਨੂੰ ਮੈਂ ਕਰ ਦਿੰਦਾ ਹਾਂਜੀ ਵੀ ਸਕੂਲ ਕਿਉਂ ਨਹੀਂ ਬਣ ਰਿਹਾ ਸਾਡੇ ਇਸ ਏਰੀਏ ਦੇ ਵਿੱਚ। ਤੁਹਾਡੇ ਕੋਲ ਚਲੋ ਵਾਰਡ ਤਾਂ ਕਾਫੀ ਵੱਡਾ ਆ, ਪਰ ਮੈਂ ਸਪੈਸੀਫਿਕ ਇਸ ਏਰੀਏ ਦੀ ਗੱਲ ਕਰਨਾ ਚਾਹੁੰਦਾ, ਸਕਾਈ ਵਿਊ, ਸਿਟੀਸਕੇਪ ਤੇ ਰੈਡਸਟੋਨ ਦੇ ਵਿੱਚ। ਹਾਂਜੀ, ਦੇਖੋ ਜੀ, ਪਹਿਲੀ ਗੱਲ ਤਾਂ ਥੈਂਕ ਯੂ, ਧੰਨਵਾਦ, ਤੁਸੀਂ ਇਹ ਕਲੀਅਰ ਕਰਦਾ ਕਿ ਜਿਹੜੀ ਐਜੂਕੇਸ਼ਨ ਆ, ਸਕੂਲਾਂ ਦਾ ਜਿਹੜਾ ਮਸਲਾ ਵਾ ਉਹਦੇ 'ਚ ਕਾਉਂਸਲਰ ਦਾ ਕੋਈ ਲੈਣਾ ਦੇਣਾ ਨਹੀਂ। ਕਾਉਂਸਲਰ ਨਾ ਸਕੂਲ ਬਣਾ ਸਕਦਾ ਤੇ ਨਾ ਅਸੀਂ ਉਹਨੂੰ ਇਨਫਲੂਐਂਸ ਕਰ ਸਕਦੇ ਹਾਂ, ਅਸੀਂ ਤਾਂ ਐਡਵੋਕੇਸੀ ਕਰ ਸਕਦੇ ਹਾਂ, ਜਿਹੜੀ ਅਸੀਂ ਕਰਦੇ ਰਹਿੰਦੇ ਹਾਂ। ਇਹ ਮਸਲਾ ਸੂਬੇ ਦਾ ਵਾ, ਪ੍ਰੋਵਿੰਸ਼ੀਅਲ ਸਰਕਾਰ ਨੇ ਫੰਡਿੰਗ ਦੇਣੀ ਹੁੰਦੀ ਆ। ਪ੍ਰੋਸੀਜਰ ਇਹਦਾ ਇਹ ਹੈਗਾ ਜੀ ਕਿ ਜਿਹੜਾ ਆਪਣੇ ਇੱਥੇ ਕੈਲਗਰੀ ਬੋਰਡ ਆਫ ਐਜੂਕੇਸ਼ਨ ਆ, ਉਹ ਹਰ ਸਾਲ ਮਾਰਚ ਅਪ੍ਰੈਲ ਦੇ ਵਿੱਚ ਇੱਕ ਕੈਪੀਟਲ ਪਲਾਨ ਉਹਨੂੰ ਕਹਿੰਦੇ ਆ, ਉਹ ਸੂਬੇ ਨੂੰ ਸਬਮਿਟ ਕਰਦਾ ਵਾ, ਜਿਹਦੇ ਵਿੱਚ ਉਹਨਾਂ ਨੇ ਪਾਇਆ ਹੁੰਦਾ ਆਪਦੇ ਸਕੂਲਾਂ ਦੀਆਂ ਪ੍ਰਾਇਓਰਟੀਜ਼ ਵੀ ਆਹ ਸਕੂਲ ਅਸੀਂ ਬਣਾਉਣਾ ਚਾਹੁੰਦੇ ਹਾਂ। ਟਿਪੀਕਲੀ ਪਿਛਲੇ ਜਿੱਦਾਂ ਉਹਦੇ ਵਿੱਚ 3 ਸਕੂਲਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਆਹ 3 ਸਕੂਲ ਸਾਡੀ ਟੌਪ ਮੋਸਟ ਪ੍ਰਾਇਓਰਟੀਜ਼ ਹੈ। ਇੱਕ ਐਵਨਸਟਨ ਦਾ ਸਕੂਲ ਸੀ, ਇੱਕ ਸੈਡਲ ਰਿਜ ਦਾ ਕੱਚੀ ਤੋਂ 9ਵੀਂ ਦਾ, ਤੇ ਇੱਕ ਕਾਰਨਰਸਟੋਨ ਹਾਈ ਸਕੂਲ। ਉਹਦੇ ਵਿੱਚ ਉਹ ਫੰਡਿੰਗ ਮੰਗਦੇ ਆ ਕਿ ਜੀ ਇਹਦੀ ਕੰਸਟਰਕਸ਼ਨ ਫੰਡਿੰਗ ਦੇ ਦਿਓ, ਇਹਦੀ ਡਿਜ਼ਾਈਨ ਫੰਡਿੰਗ ਦੇ ਦਿਓ। ਇਹ ਇੱਕ ਪ੍ਰੋਸੈਸ ਹੁੰਦੀ ਆ। ਉਸ ਤੋਂ ਬਾਅਦ ਪ੍ਰੋਵਿੰਸ ਕੀ ਕਰਦੀ ਆ, ਉਹਨੂੰ ਲੈ ਲੈਂਦੀ ਆ। ਪ੍ਰੋਵਿੰਸ ਤਿੰਨਾਂ ਦੇ ਤਿੰਨਾਂ ਰਿਜੈਕਟ ਕਰ ਸਕਦੀ ਆ, ਪ੍ਰੋਵਿੰਸ ਤਿੰਨਾਂ ਨੂੰ ਪੂਰਾ ਫੰਡ ਕਰ ਸਕਦੀ ਆ, ਜੇ ਪ੍ਰੋਵਿੰਸ ਚਾਹੇ 3 ਦੀ ਥਾਂ 5 ਫੰਡ ਕਰ ਸਕਦੀ ਆ। ਸਾਰੀ ਜਿੰਨੇ ਵੀ ਬੋਰਡ ਆਫ ਐਜੂਕੇਸ਼ਨਸ ਨੇ ਅਲਬਰਟਾ ਦੇ, ਸਾਰੇ ਸਬਮਿਟ ਕਰਦੇ ਨੇ ਆਪਦੀਆਂ ਪ੍ਰਪੋਜ਼ਲਸ ਤੇ ਆਪਣੇ ਪ੍ਰੋਜੈਕਟ। ਜੇ ਕੋਈ, ਮੈਂ ਸਾਰਿਆਂ ਨੂੰ ਕਹੂੰਗਾ ਵੀ ਕੈਲਗਰੀ ਬੋਰਡ ਆਫ ਐਜੂਕੇਸ਼ਨ ਤੇ ਜਾ ਕੇ ਉਹ ਦੇਖ ਸਕਦੇ ਆ ਕੈਪੀਟਲ ਪਲਾਨ, ਉਹਦੇ ਵਿੱਚ ਪ੍ਰਾਇਓਰਟੀਜ਼ ਦਿੱਤੀਆਂ ਹੁੰਦੀਆਂ ਕਿ ਆਹ ਏਰੀਆ ਦਾ ਸਕੂਲ ਆਹ ਨੰਬਰ ਪ੍ਰਾਇਓਰਟੀ ਆ, ਏਰੀਆ ਦਾ ਸਕੂਲ ਆਹ ਨੰਬਰ ਪ੍ਰਾਇਓਰਟੀ। ਹੁਣ ਕਿਸ ਤਰ੍ਹਾਂ ਬਣਦੀ ਹੈ ਪ੍ਰਾਇਓਰਟੀ? ਅੱਗੇ ਮੈਂ ਪ੍ਰਾਇਓਰਟੀ ਵੱਲ ਜਾਂਦਾ ਜੀ। ਪ੍ਰਾਇਓਰਟੀ ਉਹਨਾਂ ਦੇ ਬਹੁਤ ਕ੍ਰਾਈਟੇਰੀਆ। ਇੱਕ ਤਾਂ ਜੀ ਸਭ ਤੋਂ ਵੱਡਾ ਕ੍ਰਾਈਟੇਰੀਆ ਵਾ, ਇਹਨੂੰ ਕਹਿੰਦੇ ਯੂਟੀਲਾਈਜੇਸ਼ਨ ਰੇਟ। ਹੁਣ ਹੋਇਆ ਕੀ, ਇੱਥੇ ਸਾਰੀ ਪ੍ਰੋਬਲਮ ਆ ਰਹੀ ਆ ਕਿ ਜਿਹੜੀ ਪ੍ਰੋਵਿੰਸ ਨੇ ਕੈਲਗਰੀ ਬੋਰਡ ਆਫ ਐਜੂਕੇਸ਼ਨ ਨੂੰ ਬੇਸਿਕਲੀ ਇਹ ਨਸੀਹਤਾਂ ਦਿੰਦੇ ਹੁੰਦੇ ਆ ਕਿ ਤੁਹਾਡੀ ਯੂਟੀਲਾਈਜੇਸ਼ਨ ਰੇਟ ਘੱਟ ਤੋਂ 82-85% ਦੇ ਨੇੜੇ ਹੋਵੇ, ਤਾਂ ਹੀ ਤੁਹਾਨੂੰ ਫੰਡਿੰਗ ਮਿਲੂਗੀ ਸਕੂਲ ਨੂੰ ਆਪਰੇਟ ਕਰਨ ਦੇ ਲਈ।
ਹੁਣ ਹੋ ਕੀ ਰਿਹਾ, ਜਿਹੜੇ ਪੁਰਾਣੇ ਏਰੀਏ ਸੀਗੇ, ਫੋਰੈਸਟ ਲੌਨ ਲਾ ਲਈਏ ਆਪਾਂ, ਰੰਡਲ ਲਾ ਲਈਏ, ਉੱਥੋਂ ਜਿਹੜੀਆਂ ਫੈਮਲੀਜ਼ ਆ, ਜਾਂ ਤਾਂ ਬੱਚੇ ਵੱਡੇ ਹੋ ਗਏ ਜਿਹੜੇ ਸਕੂਲਾਂ 'ਚ ਜਾਂਦੇ ਹੀ, ਉੱਥੋਂ ਮੂਵ ਹੋ ਗਏ, ਜਾਂ ਜਿਹੜੀਆਂ ਫੈਮਲੀਜ਼ ਨਵੀਆਂ ਸੀ ਉਹ ਇਹਨਾਂ ਏਰੀਆਸ 'ਚ ਮੂਵ ਹੋ ਰਹੀਆਂ ਨੇ, ਉੱਥੇ ਯੂਟਿਲਾਈਜੇਸ਼ਨ ਰੇਟ ਘਟ ਗਈ। ਹੁਣ ਜਦੋਂ ਯੂਟਿਲਾਈਜੇਸ਼ਨ ਰੇਟ ਘਟ ਗਈ ਤਾਂ ਫੰਡਿੰਗ ਦਾ ਮਸਲਾ, ਕਿਉਂਕਿ ਉਹ ਤਾਂ 85 ਰੱਖਣੀ ਆ। ਹੁਣ ਕੀ ਹੋ ਰਿਹਾ, CBE ਉਹਨਾਂ ਸਕੂਲਾਂ ਨੂੰ ਭਰੇ ਰੱਖਣ ਦੇ ਲਈ ਇੱਥੋਂ ਦੇ ਬੱਚੇ ਉੱਥੇ ਭੇਜ ਰਹੀ ਆ। ਓਕੇ, ਦੂਜੀ ਗੱਲ ਕਿ ਉਹ ਸਕੂਲ ਚੱਲਦੇ ਰਹਿਣ, ਉਹ ਸਕੂਲ ਚੱਲਦੇ ਰਹਿਣ, ਉਹਨਾਂ ਨੂੰ ਫੰਡਿੰਗ ਮਿਲਦੀ ਰਹੇ। ਦੂਜੀ ਗੱਲ ਇਹ ਹੈਗੀ ਆ, ਉਹਨਾਂ ਨੇ 11 ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਅਪਗ੍ਰੇਡ ਲਈ ਵੀ ਰਿਕੁਐਸਟ ਕੀਤੀ ਆ, ਉਹ ਵੀ ਉਹਨਾਂ ਨੇ ਸਬਮਿਟ ਕੀਤਾ। ਦੂਜਾ ਉਹ ਕਹਿੰਦੇ ਜੀ ਕੈਚਮੈਂਟ, ਕੈਚਮੈਂਟ ਮਤਲਬ ਵੀ ਇੱਕ ਸਕੂਲ ਨੂੰ ਕਿੰਨੇ ਬੱਚੇ ਲੱਗਦੇ ਆ, ਵੀ ਉਹ ਮਿਨੀਮਮ ਜਦੋਂ ਬੱਚੇ ਉਨੇ ਹੋਗੀ ਪਾਪੂਲੇਸ਼ਨ, ਉਦੋਂ ਹੀ ਉਹ ਸਕੂਲ ਦੀ ਪ੍ਰਪੋਜ਼ਲ ਦਿੱਤੀ ਜਾਊਗੀ ਕਿ ਇਹਨੂੰ ਬਣਾਇਆ ਜਾਵੇ। ਉਹਦੇ ਵਿੱਚ ਇਹ ਰੱਖ ਲੈਂਦੇ ਜੀ ਆਲਮੋਸਟ 8 ਤੋਂ 10,000 ਜਦ ਲੋਕ ਜਦ ਹੋ ਗਏ ਤਾਂ ਐਲੀਮੈਂਟਰੀ ਬਣਾ ਲਓ, 15,000 ਹੋ ਗਏ ਤਾਂ ਜੂਨੀਅਰ ਹਾਈ ਬਣਾ ਲਓ, 20,000 ਟੱਪ ਗਿਆ ਤਾਂ ਉਹ ਬਣਾ ਲਓ ਆਪਣਾ ਹਾਈ ਸਕੂਲ ਬਣਾ ਲਓ। ਤੇ ਤੀਸਰਾ ਇਹ ਹੁੰਦਾ ਵਾ ਆਪਣਾ ਬੁੱਟਰ ਸਾਹਿਬ ਕਿ ਨਾਲੇ ਆਲੇ ਦੁਆਲੇ ਕੀ ਲੱਗਦਾ ਵਾ, ਜੇ ਆਲੇ ਦੁਆਲੇ ਦੇ ਵਿੱਚ ਕੋਈ ਸਕੂਲ ਪਿਆ ਵਾ ਤੇ ਆਹ ਏਰੀਏ ਦੇ ਵਿੱਚ ਉਹ ਕੈਚਮੈਂਟ ਹਜੇ ਬਣੀ ਨਹੀਂ ਤਾਂ ਇੱਥੋਂ ਦੇ ਬੱਚੇ ਉੱਥੇ ਭੇਜ ਦਿਓ। ਸੋ ਆਹ ਇਹਨਾਂ ਦੇ ਜ਼ਿਆਦਾ ਤੋਂ ਜ਼ਿਆਦਾ ਪ੍ਰੋਸੀਜਰ ਹੁੰਦੇ ਆ। ਤੇ ਚੌਥੀ ਇਹ ਦੇਖਦੇ ਆ ਵੀ ਕਮਿਊਨਿਟੀਜ਼ ਕਿੰਨੀ ਛੇਤੀ ਗਰੋ ਕਰਦੀਆਂ ਨੇ। ਜੇ ਕਮਿਊਨਿਟੀਜ਼ ਜਿੰਨੀ ਹੌਲੀ ਹੌਲੀ ਗਰੋ ਕਰਨਗੀਆਂ ਕਿ ਇਹਨਾਂ ਨੂੰ ਲੱਗ ਰਿਹਾ ਕਿ ਉੱਥੇ ਕੈਚਮੈਂਟ ਹਜੇ ਨਹੀਂ ਬਣੀ, ਫਿਰ ਇਹ ਉਹ ਸਕੂਲ ਦੀ ਪ੍ਰਪੋਜ਼ਲ ਨਹੀਂ ਪਾਉਂਦੇ ਆਪਦੇ ਕੈਪੀਟਲ ਪਲਾਨ ਦੇ ਵਿੱਚ, ਉਹ ਸਕੂਲ ਪ੍ਰਾਇੋਰਟੀਜ਼ ਦੇ ਵਿੱਚ ਥੱਲੇ ਹੁੰਦੇ ਆ। ਹੁਣ ਆਪਾਂ ਇੱਥੇ ਸਿਟੀਸਕੇਪ 'ਚ ਖੜੇ ਆ, ਜਿਹੜੀ ਲੋਕੇਸ਼ਨ ਆ ਇੱਥੇ ਸਕੂਲ ਬਣਨਾ, ਪਰ ਇਹ ਕੈਪੀਟਲ ਪਲਾਨ ਦੇ ਵਿੱਚ ਆਈ ਥਿੰਕ 9ਵੇਂ ਪਤਾ ਨਹੀਂ 10ਵੇਂ ਨੰਬਰ ਤੇ ਆ। ਤੁਸੀਂ ਇਹ ਦੇਖ ਲਓ 9ਵੇਂ ਤੇ 10ਵੇਂ ਤੇ ਇਹਦੇ ਫਿਰ ਤੁਸੀਂ ਉਹ ਦੇਖਿਆ ਹੋਣਾ ਜਿਹੜਾ ਪਲਾਨ ਆ ਰਿਹਾ ਤੇ ਉਹਦੇ ਅਕੋਰਡਿੰਗ ਫਿਰ ਮਤਲਬ ਇਸ ਏਰੀਆ ਦੇ ਵਿੱਚ ਕਦੋਂ ਤੱਕ ਸਕੂਲ ਆਉਣ ਦੀ ਦੇਖੋ ਜੀ, ਮੈਨੂੰ ਕੋਈ ਸੁਣ ਕੇ ਕਈ ਗੁੱਸੇ ਨਾ ਹੋ ਜਾਣ ਵੀ ਤੂੰ ਗਲਤ ਇਨਫੋਰਮੇਸ਼ਨ ਦਿੰਦਾ। ਜੋ ਅੱਜ ਦੀ ਸਥਿਤੀ ਆ, ਕੱਲ ਨੂੰ ਕੀ ਹੋਣਾ ਕਿਸੇ ਨੂੰ ਨਹੀਂ ਪਤਾ, ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਨਵੀਆਂ ਸਰਕਾਰਾਂ ਸ਼ਾਇਦ ਸਕੂਲਾਂ ਨੂੰ ਛੇਤੀ ਬਣਾਉਣ। ਜੋ ਅੱਜ ਦੀ ਸਥਿਤੀ ਆ, ਅੱਜ ਦੀ ਸਥਿਤੀ ਦੇ ਵਿੱਚ ਜੇ ਮੈਂ ਗੈਸ ਕਰਨਾ ਹੋਵੇ 3 ਸਾਲ ਦਾ ਕੈਪੀਟਲ ਪਲਾਨ ਦੀ ਰਫ ਕੈਲਕੂਲੇਸ਼ਨ ਕਰਕੇ 12 ਤੋਂ 13 ਸਾਲ ਹਜੇ ਇੱਥੇ ਸਕੂਲ ਸ਼ਾਇਦ ਨਾ, ਮਤਲਬ ਸਿਟੀ ਇਹਨਾਂ ਏਰੀਆ ਦੇ ਵਿੱਚ। ਹਾਂਜੀ, 12-13 ਸਾਲ ਹਜੇ ਹੋਰ ਨਹੀਂ ਹੋਣਾ। ਜੇ ਜੋ ਅੱਜ ਦੀ ਸਥਿਤੀ ਆ, ਮੈਂ ਅੱਜ ਦੀ ਸਥਿਤੀ 'ਚ ਗੱਲ ਕਰ ਰਿਹਾ ਵਾਂ, ਮਤਲਬ ਆਲਰੇਡੀ ਇਹਨਾਂ ਕਮਿਊਨਿਟੀਆਂ ਨੂੰ ਮੈਂ ਜੇ ਬਾਹਲਾ ਇਹਨਾਂ ਦਾ ਫਰਕ ਨਾ ਹੋਵੇ ਤੇ ਘੱਟੋ ਘੱਟ ਐਵਰੇਜ ਮੈਂ ਕਹਾਂ ਤੇ 10 ਤੋਂ 15 ਸਾਲ ਤਾਂ ਇਹਨਾਂ ਨੂੰ ਡਿਵੈਲਪ ਹੁੰਦੀਆਂ ਨੂੰ ਹੋ ਗਿਆ। ਆਪਾਂ ਐਗਜ਼ਾਮਪਲ ਲੈ ਲਈਏ ਸਕਾਈ ਵਿਊ 2009 ਤੋਂ ਡਿਵੈਲਪ ਹੋਣਾ ਸ਼ੁਰੂ ਹੋਇਆ ਸੀਗਾ, ਅੱਜ 2023 ਆ, ਹਜੇ ਤੱਕ ਉੱਥੇ ਸਕੂਲ ਨਹੀਂ ਖੁੱਲਿਆ। ਸਕੂਲ ਬਣ ਗਿਆ ਵਾ ਪਰ ਸਕੂਲ ਹਜੇ ਖੁੱਲਿਆ ਨਹੀਂ। ਦੇਖ ਲਓ ਕੱਚੀ ਤੋਂ 9ਵੀਂ ਤੱਕ ਦਾ, ਤੇ ਤੁਸੀਂ ਲਾ ਲਓ ਕਿੰਨੇ ਸਾਲ ਹੋ ਗਏ। ਇਸ ਏਰੀਆ ਵਿੱਚ ਕਿੰਨੇ ਸਕੂਲ ਹੈ ਹਰ ਐਟ ਪ੍ਰੈਜ਼ੈਂਟ? ਇੱਥੇ ਆਪਾਂ ਅੱਜ ਖੜੇ ਆ ਸਕੂਲ ਸਾਈਟ ਆ, ਹਾਂਜੀ, ਇੱਕ ਇਸ ਤੋਂ ਗਾਂਹ ਜਾ ਕੇ ਸਿਟੀਸਕੇਪ ਦੇ ਵਿੱਚ ਇੱਕ ਹੋਰ ਸਕੂਲ ਸਾਈਟ ਆ, 2 ਸਕੂਲ ਸਾਈਟਾਂ ਇੱਥੇ ਨੇ, 2 ਹੀ ਰੈੱਡ ਸਟੋਨ ਦੇ ਵਿੱਚ ਨੇ। ਕਾਰਨਰ ਸਟੋਨ ਬਹੁਤ ਵੱਡੀ ਕਮਿਊਨਿਟੀ ਆ, ਕਾਰਨਰ ਸਟੋਨ ਦੇ ਵਿੱਚ ਹੋਰ ਨੇ। ਫਿਰ ਮੈਂ ਸਾਰਿਆਂ ਨੂੰ ਇੱਕੋ ਹੀ ਗੱਲ ਕਹਿ ਰਿਹਾ ਵਾਂ ਕਿ ਜੋ ਅੱਜ ਦੀ ਸਥਿਤੀ ਆ, ਮਤਲਬ ਅੱਜ ਦੀ ਜੋ ਸਰਕਾਰ ਆ, ਜੋ ਉਹਨਾਂ ਦੀ ਟੇਕ ਆ ਪਬਲਿਕ ਐਜੂਕੇਸ਼ਨ ਦੇ, ਮੈਂ ਉਹਦੀ ਗੱਲ ਕਰ ਰਿਹਾ। ਕੱਲ ਨੂੰ ਕੀ ਹੁੰਦਾ ਪਲਾਨ ਦੇ ਵਿੱਚ ਨਹੀਂ ਹੈਗਾ ਬਿਲਕੁਲ। ਉਹ ਮੈਂ ਵੀ ਦੇਖੀ ਸਾਈਡ, ਕੈਲਗਰੀ ਸਾਈਡ ਦੇ ਉੱਪਰ ਜਾ ਕੇ, ਉਹਦੇ ਵਿੱਚ ਮੈਂ ਵੀ ਦੇਖਿਆ। ਉਹ ਠੀਕ ਹੈ, ਪਲਾਨ ਦੇ ਵਿੱਚ ਪਏ ਆ 1-2 ਸਕੂਲ, ਪਰ ਉਹਨਾਂ ਦਾ ਹਜੇ ਮੈਨੂੰ ਲੱਗਦਾ ਨਹੀਂ ਵੀ ਕੋਈ ਐਟ ਪ੍ਰੈਜ਼ੈਂਟ ਜੋ ਪਲਾਨ ਦੇ ਹਿਸਾਬ ਨਾਲ ਇਹ 9ਵੀਂ ਪ੍ਰਾਇੋਰਟੀ ਆ, 9ਵੀਂ ਜਾਂ 10ਵੀਂ, ਰੈੱਡ ਸਟੋਨ 10ਵੀਂ 11ਵੀਂ, ਇਹ ਦੋਨੋਂ ਇੱਕ ਦੂਜੇ ਤੋਂ ਬਾਅਦ ਨੇ। ਸੋ ਇਹ ਮੁਸ਼ਕਲ ਹੈਗੀ ਆ। ਤੇ ਮੈਨੂੰ ਹੁਣ ਆਪਾਂ ਸਾਈਡ ਤੇ ਖੜੇ ਆ, ਇੱਥੇ ਸਾਈਨ ਹੁੰਦਾ ਹੈ ਫਿਊਚਰ ਸਕੂਲ ਸਾਈਡ। ਜਦੋਂ ਮੈਂ ਕਾਉਂਸਲਰ ਬਣਿਆ ਮੈਨੂੰ ਰਿਮੂਵ ਕਰਾਇਆ। ਠੀਕ ਹੈ, ਮੈਂ ਕਿਹਾ ਵੀ ਇਹ ਗਲਤ ਐਡਵਰਟਾਈਜ਼ਮੈਂਟ ਆ, ਰਾਈਟ, ਵੀ ਤੁਸੀਂ ਸਾਈਨ ਲਾ ਦਿੰਦੇ ਹੋ। ਫਿਊਚਰ ਤਾਂ ਸਬਜੈਕਟਿਵ ਆ, ਤੁਹਾਡਾ ਫਿਊਚਰ ਇਹ ਹੋ ਸਕਦਾ ਵੀ ਕੱਲ ਨੂੰ, ਮੇਰਾ ਫਿਊਚਰ ਹੋ ਸਕਦਾ 10 ਸਾਲਾਂ ਨੂੰ। ਤੇ ਕਿਉਂਕਿ ਇਲੈਕਸ਼ਨ ਦੇ ਵਿੱਚ ਵੀ ਇਹ ਪ੍ਰੋਮਿਸ ਚੱਲਦਾ ਆ ਰਿਹਾ ਨਾ ਬੜੇ ਲੰਮੇ ਸਮੇਂ ਤੋਂ ਵਿੱਚ ਵੀ ਇਹ ਸਕੂਲ ਆ ਰਿਹਾ। ਕਿਉਂਕਿ ਇਹ ਹੋ ਸਕਦਾ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਵੀ 12-13 ਸਾਲ, ਇਸ ਹਿਸਾਬ ਨਾਲ ਤਾਂ ਫਿਰ 1-2 ਸਰਕਾਰਾਂ ਹੋਰ ਵੀ ਬਣ ਸਕਦੀਆਂ। ਬਿਲਕੁਲ, ਮੈਂ ਕਹੀ ਜੋ ਇਸ ਮੁੱਦੇ ਦੇ ਉੱਪਰ ਅੱਜ ਜੋ ਸਥਿਤੀ ਆ, ਉਹਦੇ ਹਿਸਾਬ ਨਾਲ ਜੋ ਅੱਜ ਕਮਿਟਮੈਂਟ ਆ ਸਰਕਾਰ ਵੱਲੋਂ, ਮੈਂ ਤਾਂ ਹੀ ਕਹਿ ਰਿਹਾ ਵੀ ਪ੍ਰੋਵਿੰਸ਼ੀਅਲ ਇਲੈਕਸ਼ਨ ਆ ਰਹੀ ਆ, ਉਹਦੇ ਵਿੱਚ ਕੁਝ ਵੀ ਹੋ ਸਕਦਾ। ਸ਼ਾਇਦ ਕੋਈ ਇਦਾਂ ਦੀ ਸਰਕਾਰ ਆ ਜੇ ਜਿਹੜੀ ਕਵੇ ਨਹੀਂ ਜੀ ਸਕੂਲਿੰਗ ਸਾਡੀ ਨੰਬਰ 1 ਪ੍ਰਾਇੋਰਟੀ ਆ, ਤੇ ਸ਼ਾਇਦ ਇਹ ਸਕੂਲ ਅਗਲੇ ਸਾਲ ਸ਼ੁਰੂ ਹੋ ਜਾਵੇ। ਤੇ ਇੱਕ ਤੁਸੀਂ ਇਹ ਵੀ ਦੱਸਿਓ ਮੈਨੂੰ, ਇਹ ਤਾਂ ਤੁਸੀਂ ਦੱਸਤਾ ਕਿ ਪਬਲਿਕ ਸਕੂਲ ਦਾ ਜਿਹੜਾ ਪ੍ਰੋਸੈਸ ਹੈ ਵੀ ਇਹਨੂੰ ਇਸ ਤਰ੍ਹਾਂ ਦੇਖਦੇ ਆ, ਤੇ ਪ੍ਰਾਈਵੇਟ ਸਕੂਲ ਦਾ ਕਿਸ ਤਰ੍ਹਾਂ ਦਾ ਇੱਥੇ? ਕਿਉਂਕਿ ਵਿੱਚ ਅੰਦਰ ਖੱਤੇ ਇਹ ਵੀ ਗੱਲਾਂ ਚੱਲ ਰਹੀਆਂ ਕਿ ਹੋ ਸਕਦਾ ਵੀ ਕੋਈ ਪ੍ਰਾਈਵੇਟ ਸਕੂਲ ਹੀ ਆਉਣਾ ਹੋਵੇ ਜਾਂ ਲਿਆਉਣਾ ਹੋਵੇ, ਜਾਂ ਕਹਿ ਲਓ ਵੀ ਮੈਂ ਹੀ ਬਣਾਉਣਾ ਹੋਵੇ, ਤੇ ਉਹਦਾ ਕੀ ਪ੍ਰੋਸੈਸ ਹੁੰਦਾ ਹੈ? ਦੇਖੋ ਪੁੱਟਰ ਸਾਹਿਬ, ਪਹਿਲੀ ਗੱਲ ਤਾਂ ਇਹ, ਮੈਂ ਪਬਲਿਕ ਸਕੂਲ 'ਚ ਪੜ੍ਹਿਆ ਵਾਂ। ਜਦੋਂ ਅਸੀਂ ਪੜ੍ਹਦੇ ਸੀਗੇ ਤੇ ਸਾਡੀ ਫੀਸ ਸਾਲ ਦੀ $80 ਹੁੰਦੀ ਸੀਗੀ। ਅਸੀਂ ਉਦੋਂ ਨਵੇਂ ਆਏ ਸੀਗੇ, $80 ਦੇਣੇ ਵੀ ਉਦੋਂ ਕਈ ਵਾਰ ਔਖੇ ਹੋ ਜਾਂਦੇ ਸੀਗੇ। ਬਿਲਕੁਲ।
ਇਸ ਕਰਕੇ ਇਸ ਪ੍ਰੋਵਿੰਸ ਕੀ ਇਹ ਦੇਸ਼ ਦੇ ਵਿੱਚ ਜਿਹੜੀ ਕਮਿਟਮੈਂਟ ਆ ਦੋ ਚੀਜ਼ਾਂ ਦੀ ਜਿਹਦੇ ਕਰਕੇ ਅਸੀਂ ਇੱਕ ਇਹਨੂੰ ਖੁਸ਼ਕਿਸਮਤ ਸਮਝਦੇ ਅਸੀਂ ਇੱਥੇ ਰਹਿੰਦੇ ਆ। ਇੱਕ ਤਾਂ ਪਬਲਿਕ ਹੈਲਥ ਕੇਅਰ, ਬਿਲਕੁਲ, ਦੂਜਾ ਪਬਲਿਕ ਐਜੂਕੇਸ਼ਨ। ਜਿੱਦਾਂ ਇਹ ਕਿਹਾ ਜਾਂਦਾ ਵੀ ਤੁਹਾਡੇ ਕ੍ਰੈਡਿਟ ਕਾਰਡ ਨਾ ਡਿਸਾਈਡ ਕਰੇ ਵੀ ਤੁਹਾਨੂੰ ਕਿੱਦਾਂ ਦੀ ਐਜੂਕੇਸ਼ਨ ਤੇ ਤੁਹਾਨੂੰ ਕਿੱਦਾਂ ਦਾ ਉਹ ਹੈਲਥ ਮਿਲੇ। ਅਨਫੋਰਚੂਨੇਟਲੀ ਜਦੋਂ ਯੂਨੀਵਰਸਿਟੀਆਂ ਚਲੇ ਜਾਂਦੇ ਆ ਉੱਥੇ ਫੀਸਾਂ ਵੱਧਦੀਆਂ ਹੀ ਵੱਧਦੀਆਂ ਹੈਗੀਆਂ, ਪਰ ਇੱਕ ਪਬਲਿਕ ਹੈਗੀ ਆ। ਹੁਣ ਇਹਦੇ ਵਿੱਚ ਹੁਣ ਇੱਕ ਗੱਲ ਇਹ ਆ ਰਹੀ ਹੈਗੀ ਆ ਕਿ ਜੀ ਚਾਰਟਰ ਸਕੂਲ ਬਣਾ ਦਿੱਤੇ ਜਾਣ, ਉਹਨਾਂ ਨੂੰ ਬੜਾਵਾ ਦਿੱਤਾ ਜਾਵੇ। ਬੇਸਿਕ ਇਹ ਵੀ ਤੁਸੀਂ ਮੈਨੂੰ ਥੋੜਾ ਜਿਹਾ ਖੋਲ ਕੇ ਦੱਸੋ, ਇਹ ਚਾਰਟਰ ਸਕੂਲ ਇਹਨਾਂ ਦਾ ਵੀ ਕੀ ਡਿਫਰੈਂਸ ਹੈ? ਪ੍ਰਾਈਵੇਟ ਸਕੂਲ ਹੀ ਹੈ ਜੀ ਇੱਕ ਤਰ੍ਹਾਂ ਦਾ, ਠੀਕ ਹੈ, ਰਾਈਟ। ਤੇ ਉਹਦੇ ਵਿੱਚ ਇਹ ਆ ਕਿ ਤੁਸੀਂ ਚਾਰਟਰ ਸਕੂਲ ਦਾ ਜਿਹੜਾ ਕਰਿਕੂਲਮ ਆ ਅਲਬਰਟਾ ਐਜੂਕੇਸ਼ਨ ਦੇ ਨਾਲ ਹੋ, ਪਰ ਤੁਸੀਂ ਉਹ ਆਪ ਦਾ ਕਰਿਕੂਲਮ ਦੇ ਵਿੱਚ ਚੇਂਜਸ ਲਿਆ ਸਕਦੇ ਹੋ। ਬੇਸਿਕਲੀ ਪ੍ਰਾਈਵੇਟ ਸਕੂਲ ਜਿਹੜਾ ਵਾ ਉਹ ਇੱਕ ਹੌਲੀ ਹੌਲੀ ਉਹਨੇ ਕੀ ਕਰਨਾ ਜੇ, ਕਿਉਂਕਿ ਜਦੋਂ ਆਪਾਂ ਇੱਕ ਸਟੈਪ ਲੈ ਲਈਏ ਫਿਰ ਉਹ ਦੂਜਾ ਸਟੈਪ ਬਣ ਜਾਂਦਾ, ਫਿਰ ਉਹ ਇੱਕ ਤੁਰਨ ਲੱਗ ਜਾਂਦਾ, ਫਿਰ ਇੱਕ ਦੌੜ ਲੱਗ ਜਾਂਦੀ ਆ। ਹੋਣਾ ਕੀ ਹੈ ਕਿ ਹੌਲੀ ਹੌਲੀ ਪਬਲਿਕ ਸਕੂਲ ਐਜੂਕੇਸ਼ਨ ਨੂੰ ਖਤਮ ਹੋ ਜਾਣਾ। ਬਿਲਕੁਲ। ਹੁਣ ਜੇ ਪਬਲਿਕ, ਹੁਣ ਆਪਾਂ ਇੱਥੇ ਲੈਂਡ ਆ, ਇਸ ਸਿਟੀ ਦੀ ਲੈਂਡ ਆ, ਜਦੋਂ ਪ੍ਰੋਵਿੰਸ ਨੇ ਇੱਥੇ ਡਿਸੀਜਨ ਕੀਤਾ, ਚਾਹੇ ਉਹ ਜਿੱਦਾਂ ਮੈਂ ਕਿਹਾ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ, ਕੋਈ ਨਵੀਂ ਸਰਕਾਰ ਆ ਗਈ ਉਹ ਆਉਂਦੇ ਕਹਿ ਦੇਵੇ ਅਸੀਂ ਸਿਟੀਸਕੇਪ ਰੈਡਸਟੋਨ ਸਕੂਲ ਬਣਾਉਣਾ, ਵੀ ਆਰ ਰੈਡੀ ਟੂ ਗੋ। ਸਿਟੀ ਕਹੂਗੀ ਆਹ ਲੈਂਡ ਪਈ ਆ ਜੀ, ਸ਼ੁਰੂ ਕਰ ਦਿਓ, ਉਹਨਾਂ ਨੇ ਸ਼ੁਰੂ ਕਰ ਦੇਣਾ। ਪ੍ਰਾਈਵੇਟ ਸਕੂਲ ਦੇ ਵਿੱਚ ਕੀ ਹੁੰਦਾ, ਇਹ ਲੈਂਡ ਜਿਹੜੀ ਹੈ ਪਬਲਿਕ ਲੈਂਡ ਆ, ਇਹਨੂੰ ਕਿਸੇ ਨੇ ਪ੍ਰਾਈਵੇਟ ਸਕੂਲ ਬਣਾਉਣਾ ਉਹਨੂੰ ਸਾਡੇ ਤੋਂ ਖਰੀਦਣੀ ਪੈਣੀ ਉਹ ਖਰਚਾ, ਫਿਰ ਉਹਦੇ ਤੇ ਜਿਹੜੀ ਬਿਲਡਿੰਗ ਬਣਨੀ ਆ ਉਹਨਾਂ ਨੇ ਆਪਦੀ ਜੇਬ ਚ ਲਾਉਣੀ ਆ। ਪ੍ਰੋਵਿੰਸ ਨੇ ਹੁਣ ਅੱਜ ਕੱਲ੍ਹ ਦੀ ਸਰਕਾਰ ਨੇ ਥੋੜ੍ਹੀ ਬਹੁਤੀ ਕਰਦੀ ਆ ਕਿ ਜੇ ਤੁਸੀਂ ਚਾਰਟਰ ਬਣਾਉਣੇ ਹੋ ਅਸੀਂ ਤੁਹਾਨੂੰ ਥੋੜ੍ਹੀ ਬਹੁਤੀ ਹੈਲਪ ਕਰਾਂਗੇ, ਪਰ ਥੋੜ੍ਹੀ ਬਹੁਤੀ 10% ਲਾ ਲਈਏ ਆਪਾਂ, 15 ਲਾ ਲਈਏ, 80 ਆਪਾਂ 20 ਲਾ ਲਈਏ, 80% ਤੁਸੀਂ ਇਹ ਲਾ ਲਓ ਕੰਸਟਰਕਸ਼ਨ ਕਾਸਟ। ਇੱਕ ਐਲੀਮੈਂਟਰੀ ਸਕੂਲ ਨੂੰ ਬਣਾਉਣ ਦੇ ਵਿੱਚ 10-11 ਮਿਲੀਅਨ ਦਾ ਖਰਚਾ ਆਉਂਦਾ ਵਾ। ਤੁਸੀਂ ਲਾ ਲਓ ਵੀ 10 ਮਿਲੀਅਨ ਦੇ ਉੱਤੇ ਚਲੋ ਲੈਂਡ ਵੀ ਆਪਾਂ ਕੱਢ ਦਈਏ 8 ਲੱਖ 8 ਮਿਲੀਅਨ ਉਹ ਉਹਨਾਂ ਨੇ ਆਪਣੀ ਜੇਬ 'ਚੋਂ ਲੈਣਾ, ਤੇ ਉਹਨਾਂ ਨੇ ਰਿਕਵਰ ਕਿੱਥੋਂ ਕਰਨਾ? ਸਟੂਡੈਂਟ ਤੋਂ ਰਿਕਵਰ ਕਰਨਾ। ਤੇ ਸਾਡੀਆਂ ਫੀਸਾਂ ਕਿੱਥੇ ਜਾਣਗੀਆਂ? ਅੱਜ ਕੱਲ੍ਹ ਐਵਰੇਜ ਜਿਹੜੀ ਚਾਰਟਰ ਸਕੂਲ ਦੀ ਜਾਂ ਪ੍ਰਾਈਵੇਟ ਸਕੂਲ ਦੀ ਫੀਸ ਆ $5,000 ਤੋਂ $6,000 ਐਵਰੇਜ ਆ। ਕਿੰਨਾ ਭਾਰ ਕਿ ਆਮ ਬੰਦਾ, ਆਮ ਫੈਮਿਲੀ ਜਿਹੜੇ ਨਵੇਂ ਇਸ ਦੇਸ਼ 'ਚ ਆਏ ਨੇ ਉਹਨਾਂ ਦੇ ਕੋਲ ਜੌਬਾਂ ਮਸਾਂ ਨੇ ਕਿ ਉਹ ਅਫੋਰਡ ਕਰ ਸਕਣਗੇ। ਤੇ ਜੇ ਕੱਲ੍ਹ ਨੂੰ ਪਬਲਿਕ ਸਕੂਲ ਨਾ ਹੋ ਗਏ ਬੱਚਿਆਂ ਨਾਲ ਇੱਕ ਧੱਕਾ ਨਹੀਂ। ਸੈਕਿੰਡ ਗੱਲ ਇਹ ਹੈਗੀ ਬੁੱਟਰ ਜੀ ਕਿ ਜਿਹੜੀਆਂ ਸਤੰਬਰ 'ਚ ਕਲਾਸਾਂ ਸ਼ੁਰੂ ਹੋਈਆਂ ਪ੍ਰਾਈਵੇਟ ਸਕੂਲ 'ਚ, ਆਲਰੇਡੀ ਆਪਾਂ ਫਰਵਰੀ 'ਚ ਉਹ ਆਲਰੇਡੀ ਕਹਿ ਰਿਹਾ ਕਿ ਫੀਸਾਂ ਸਾਨੂੰ ਦੇਵੋ, ਬਜਟ ਕਿੰਨਾ ਹਿਲ ਜਾਂਦਾ। ਸੋ ਇਹ ਇੱਕ ਗਲਤ ਟ੍ਰੈਂਡ ਬਣ ਰਿਹਾ। ਮਤਲਬ ਜਿਸ ਤਰ੍ਹਾਂ ਇਹ ਕਹਿ ਲਓ ਵੀ ਹੁਣ ਤੁਸੀਂ ਕਹਿ ਰਹੇ ਹੋ ਵੀ ਮੌਜੂਦਾ ਜਿਹੜੀ ਸਥਿਤੀ ਆ, ਅੱਜ ਦੀ ਸਥਿਤੀ ਜਿਹੜੀ ਇਹ ਹੈ ਕਿ ਵੀ ਸਕੂਲ ਇੱਥੇ ਜੇ ਆਉਣਾ ਤੇ 10-12 ਸਾਲ ਲੱਗ ਜਾਣੇ ਅੱਜ ਦਾ ਜਿਹੜਾ ਹੈਗਾ ਹੈ। ਤੇ ਕੀ ਫਿਰ ਇਹ ਇੱਕ ਤਰ੍ਹਾਂ ਦਾ ਮਤਲਬ ਬਦਲਵਾਂ ਰੂਪ ਗੱਲ ਕਹਿ ਲਓ ਵੀ ਕਹਿਣ ਨੂੰ ਆ ਜਾਣੀ ਹੈ ਕਿ ਜੀ ਇਸ ਪਲਾਨ ਦੇ ਅਕੋਰਡਿੰਗ ਤਾਂ 10 ਸਾਲ ਲੱਗ ਜਾਣੇ ਆ, ਇਹਦੇ ਨਾਲੋਂ ਬੈਟਰ ਹੈ ਵੀ ਕੋਈ ਪ੍ਰਾਈਵੇਟ ਸਕੂਲ ਜਿਹੜਾ ਛੇਤੀ ਆ ਸਕਦਾ ਉਹਨੂੰ ਲਿਆਂਦਾ ਜਾ ਸਕੇ। ਮਤਲਬ ਇੱਕ ਬਿਜ਼ਨਸ ਆ, ਬਦਲ ਇੱਕ ਤਰ੍ਹਾਂ ਦਾ ਬਦਲ ਵੀ ਦਿੱਤਾ ਜਾਂਦਾ ਨਾ। ਮਤਲਬ ਪੋਲੀਟੀਕਲ ਲੋਕ, ਮੈਂ ਕਿਉਂਕਿ ਸੁਣਦਾ ਮੈਂ ਇਹ ਜਿਹੜੀ ਗੱਲ ਸੁਣੀ ਹੈ ਮੈਂ ਉਹ ਕਹਿ ਰਿਹਾ ਤੁਹਾਨੂੰ ਵੀ ਪੋਲੀਟੀਕਲ ਲੋਕਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਵੀ ਜੇ ਅਸੀਂ ਸਾਡੇ ਤੋਂ ਪਬਲਿਕ ਸਕੂਲ ਇੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜੇ ਨਾ ਆਇਆ ਤੇ ਹੋ ਸਕਦਾ ਸੀ ਫਿਰ ਕੋਈ ਪ੍ਰਾਈਵੇਟ ਅਲਟਰਨੇਟਿਵ ਦੇ ਦਈਏ, ਪਰ ਉਹ ਇਹ ਕੋਈ ਆਨਸਰ ਨਹੀਂਗਾ ਜੀ। ਜਦੋਂ ਤੁਹਾਨੂੰ ਵੋਟਾਂ ਪਾਈਆਂ ਗਈਆਂ ਸੀ ਹਨਾ, ਪ੍ਰੋਮਿਸ ਵੀ ਕੀਤੇ ਗਏ, ਕੋਈ ਵੀ ਐਮਐਲਏ ਇਸ ਦੁਨੀਆ ਮਤਲਬ ਸ਼ਹਿਰ ਦੇ ਵਿੱਚ ਆ, ਜਾਂ ਜਦੋਂ ਤੁਹਾਨੂੰ ਤੁਸੀਂ ਇੱਕ ਉਹਦੇ ਤੇ ਰਨ ਕੀਤਾ ਸੀ ਪਲੇਟਫਾਰਮ ਤੇ, ਕੀ ਉਹ ਪਲੇਟਫਾਰਮ ਦੇ ਵਿੱਚ ਤੁਸੀਂ ਇਹ ਕਿਹਾ ਸੀਗਾ ਕਿ ਪ੍ਰਾਈਵੇਟ ਐਜੂਕੇਸ਼ਨ ਨੂੰ ਅਸੀਂ ਬੜਾਵਾ ਦੇਵਾਂਗੇ? ਕੀ ਉਹਦੇ ਵਿੱਚ ਤੁਸੀਂ ਕਿਹਾ ਹੀ ਮੈਂ ਪ੍ਰਾਈਵੇਟ ਸਕੂਲ ਲਿਆਉਂਗੀ? ਪ੍ਰੋਮਿਸ ਤਾਂ ਇਹ ਕੀਤਾ ਸੀਗਾ ਤੁਸੀਂ, ਜਿਹੜਾ ਵੀ ਕੋਈ ਐਮਐਲਏ ਬਣਿਆ ਵਾ ਜਦੋਂ ਵੀ ਉਹ ਰਨ ਕੀਤਾ ਵਾ ਕਿ ਅਸੀਂ ਪਬਲਿਕ ਐਜੂਕੇਸ਼ਨ ਦੇ ਨਾਲ ਰਵਾਂਗੇ ਤੇ ਅਸੀਂ ਪਬਲਿਕ ਐਜੂਕੇਸ਼ਨ ਨੂੰ ਸਪੋਰਟ ਕਰਾਂਗੇ। ਜਾਂ ਤਾਂ ਤੁਸੀਂ ਸ਼ੁਰੂ ਤੋਂ ਕਹੋ ਕਿ ਅਸੀਂ ਜੀ ਪ੍ਰਾਈਵੇਟ ਸਕੂਲ ਬਣਾਵਾਂਗੇ, ਪ੍ਰਾਈਵੇਟ ਸਕੂਲ। ਹੁਣ ਜੇ ਤੁਸੀਂ ਕਹਿ ਰਹੇ ਹੋ ਕਿ ਜੀ ਅੱਛਾ ਮੈਂ ਹੁਣ ਕਾਉਂਸਲਰ ਹਾਂ ਜੀ, ਮੇਰੀ ਜੌਬ ਆ ਲੋਕਾਂ ਲਈ ਲੜਨਾ, ਲੋਕਾਂ ਲਈ ਫੈਸਿਲਿਟੀਜ਼ ਲਿਆਉਣੀਆਂ। ਮੈਂ ਜੇ ਨਹੀਂ ਆਉਂਦੀਆਂ ਮੈਂ ਉਹਨਾਂ ਨੂੰ ਸਮਝਾਊਂਗਾ ਕਿ ਜੀ ਅੱਜ ਨਹੀਂ ਕੱਲ੍ਹ ਆ ਜਾਣਗੀਆਂ, ਪਰ ਮੈਂ ਉਹਨਾਂ ਨੂੰ ਇਹ ਨਹੀਂ ਕਹੂੰਗਾ ਕਿ ਬਾਈ ਜੇ ਤੁਸੀਂ ਇੱਥੇ ਰਹਿਣਾ ਰਹੋ, ਨਹੀਂ ਤਾਂ ਤੁਸੀਂ ਉੱਠ ਕੇ ਚਾਲੇ ਸਾਊਥ ਵੈਸਟ ਮੂਵ ਹੋ ਜਾਓ। ਇਹ ਪ੍ਰਿਵਿਲੇਜ ਹੁੰਦੀ ਆ। ਬਿਲਕੁਲ। ਤੇ ਇੱਕ ਰਾਜ ਜੀ ਇਹ ਵੀ ਦੱਸਿਓ ਕਿ ਇਹਨਾਂ ਨੂੰ ਜਿਹੜੇ ਸਕੂਲ ਹੈ, ਚਲੋ ਇਸ ਕਮਿਊਨਿਟੀ ਦੀ ਹੈ, ਕੱਲ੍ਹ ਨੂੰ ਹੋਰ ਕਿਸੇ ਕਮਿਊਨਿਟੀ ਦੀ ਵੀ ਗੱਲ ਹੋ ਸਕਦੀ ਹੈ, ਹਾਂਜੀ, ਇਹ ਇੰਨੀ ਮਤਲਬ ਲੰਮਾ ਸਮਾਂ ਕਿਉਂ ਮਤਲਬ ਆ ਰਿਹਾ? ਹਰੇਕ ਚੀਜ਼ ਕਹਿ ਲਓ ਵੀ ਵੈਸੇ ਤਾਂ ਸਿਟੀ ਕਹਿੰਦੀ ਹੈ ਅਸੀਂ ਤੁਹਾਨੂੰ ਹੁਣ ਤੁਸੀਂ ਆਹ ਲਾਈਟਾਂ ਲੂਟਾਂ ਵਾਲੇ ਮਸਲੇ ਹੁੰਦੇ ਆ, ਹਾਂਜੀ, ਟਾਈਮ ਲੱਗਦਾ ਪਰ ਬੜੀ ਜਲਦੀ ਹੋ ਜਾਂਦੇ ਆ। ਹਾਂਜੀ। ਤੇ ਕਹਿਣ ਦਾ ਮਤਲਬ ਵੀ ਇਹ ਸਕੂਲਾਂ ਲਈ ਇੰਨੀ ਦੇਰੀ ਕਿਉਂ ਆ? ਕਿ ਇਹਨਾਂ ਕੋਈ ਬਜਟ ਘੱਟ ਹੈ ਜਾਂ ਕਹਿ ਲਓ ਸਰਕਾਰ ਦੀ ਇਸ ਪਾਸੇ ਧਿਆਨ ਹੀ ਨਹੀਂ ਹੈ ਜਿੱਦਾਂ ਹੈਲਥ ਵਾਲੇ ਪਾਸੇ ਹੋਇਆ? ਦੇਖੋ ਜੀ ਕੁਝ ਪਾਰਟੀਆਂ ਦੀਆਂ ਸਰਕਾਰ ਆਉਂਦੀ ਆ, ਹੁਣ ਉਹਨਾਂ ਦਾ ਜਿਹੜਾ ਫੋਕਸ ਹੁੰਦਾ ਪਬਲਿਕ ਐਜੂਕੇਸ਼ਨ ਤੇ ਹੁੰਦਾ, ਉਹ ਸਭ ਤੋਂ ਵੱਡੀ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ, ਉਹ ਪ੍ਰਾਇੋਰਟਾਈਜ਼ ਕਰਦੇ ਆ ਕਿ ਪਬਲਿਕ ਹੈਲਥ ਤੇ ਪਬਲਿਕ ਐਜੂਕੇਸ਼ਨ ਦੇ ਵਿੱਚ ਅਸੀਂ ਪੈਸਾ ਪਾਉਣਾ ਵਾ, ਉਹਨੂੰ ਸਟਰੋਂਗ ਬਣਾਉਣਾ ਵਾ ਤਾਂ ਜੋ ਬੱਚੇ ਸਫਰ ਨਾ ਕਰਨ।
ਕੁਝ ਪਾਰਟੀਆਂ ਫਿਰ ਇੱਦਾਂ ਦੀ ਸਰਕਾਰ ਆ ਜਾਂਦੀ ਆ, ਉਹ ਕਹਿੰਦੇ ਆ ਜੀ ਅਸੀਂ ਤਾਂ ਕੱਟ ਕਰਨੇ ਆ, ਰਾਈਟ। ਮੈਂ ਇਸ ਗੱਲ ਦੇ ਵਿੱਚ ਬਿਲਕੁਲ ਬਲੀਵ ਨਹੀਂ ਕਰਦਾ। ਦੋ ਚੀਜ਼ਾਂ 'ਚ ਕੱਟ ਹਮੇਸ਼ਾ ਨਹੀਂ ਹੋਣਾ ਚਾਹੀਦਾ, ਇੱਕ ਹੈਲਥ ਕੇਅਰ ਦੇ ਵਿੱਚ, ਇੱਕ ਐਜੂਕੇਸ਼ਨ ਦੇ ਵਿੱਚ। ਹੁਣ ਪ੍ਰੋਬਲਮ ਇਹ ਹੋ ਜਾਂਦੀ ਆ ਕਿ ਜਦੋਂ ਕੀ ਇਹਨਾਂ ਦੇ ਕੱਟ ਹੋਏ ਆ ਇਸ ਤੋਂ? ਦੇਖੋ ਜੀ, ਮੈਂ ਕਾਉਂਸਲਰ ਆ, ਮੇਰਾ ਕਿਸੇ ਪਾਰਟੀ ਨਾਲ ਲੈਣਾ ਨਹੀਂ, ਪਾਰਟੀ ਤਾਂ ਨਹੀਂ ਹੈ, ਚਲੋ ਤੁਸੀਂ ਵੈਸੇ ਵੀ ਇਸ ਚੀਜ਼ ਦੇ ਉੱਪਰ ਤੁਹਾਡੀ ਨਜ਼ਰ ਰਹਿੰਦੀ ਹੈ, ਤੁਸੀਂ ਦੇਖਦੇ ਰਹਿੰਦੇ ਹੋ ਵੀ ਐਜੂਕੇਸ਼ਨ ਦੇ ਵਿੱਚ ਬਜਟ ਤਾਂ ਫਿਰ ਹੈ ਹੀ ਹੈ। ਐਜੂਕੇਸ਼ਨ ਦੇ ਵਿੱਚ ਪਿਛਲੇ ਆਪਾਂ ਦੇਖ ਲਈਏ ਜੀ, ਮਤਲਬ ਜੇ 2-3 ਸਾਲਾਂ ਤੋਂ ਆਪਾਂ ਦੇਖ ਲਈਏ ਤਾਂ ਬਹੁਤ ਕੱਟ ਹੋ ਰਹੇ ਨੇ। ਜਿਹੜੇ ਕੱਟਾਂ ਕਰਕੇ ਇੱਕ ਤਾਂ ਸਕੂਲ ਡਿਲੇ ਹੋ ਗਏ ਨੇ। ਕੀ ਸਾਡਾ ਫੋਕਸ, ਦੇਖੋ ਇਹ ਸਕੂਲ ਬਣਾਉਣਾ ਇੱਕ ਸਿਰਫ ਇਮਾਰਤ ਬਣਾਉਣਾ ਨਹੀਂ, ਇਹ ਜਿੱਦਾਂ ਆਪਾਂ ਇੰਡੀਆ 'ਚ ਕਹਿੰਦੇ ਹੁੰਦੇ ਇੱਕ ਮੰਦਿਰ ਬਣਾ ਰਹੇ ਹਾਂ, ਉਹਦੇ ਵਿੱਚ ਸਾਡੇ ਬੱਚੇ ਜਿਹੜਾ ਸਾਡਾ ਫਿਊਚਰ ਆ ਉਹਨਾਂ ਨੇ ਵੱਡੇ ਹੋਣਾ, ਪਲਣਾ, ਉਹਨਾਂ ਨੇ ਉੱਥੋਂ ਐਜੂਕੇਸ਼ਨ ਲੈਣੀ ਆ ਤੇ ਸਾਡੀ ਪ੍ਰੋਵਿੰਸ ਨੂੰ ਅੱਗੇ ਲਿਜਾਣ ਤੱਕ ਇਹਨਾਂ ਨੇ ਹੀ ਰੋਲ ਬਣਾਉਣਾ। ਜਦੋਂ ਤੁਸੀਂ ਪਿਛਲੇ 2 ਸਾਲਾਂ 'ਚ ਦੇਖੀ ਚੱਲੋ, ਕੱਟ ਹੋ ਰਹੇ ਨੇ, ਐਜੂਕੇਸ਼ਨ ਕੱਟ ਕਰਦੀ, ਟੀਚਰਸ ਨੂੰ ਕਈਆਂ ਨੂੰ ਕੱਟ ਕਰਦਾ, ਫਿਰ ਜਿੱਦਾਂ ਕਿਹਾ ਕਿ ਜੀ ਪ੍ਰਾਈਵੇਟ ਸਕੂਲ ਵੱਲ ਰੁਝਾਨ ਵਧਾ ਲਓ, ਇਹ ਸਾਰੀਆਂ ਗੱਲਾਂ ਖਤਰਨਾਕ ਨੇ, ਰਾਈਟ। ਇਹ ਗੱਲਾਂ ਅਗੇਨ ਮੈਂ ਐਜ਼ ਅ ਪੇਰੈਂਟ ਬੋਲ ਰਿਹਾ, ਐਜ਼ ਅ ਕਾਉਂਸਲਰ ਨਹੀਂ ਬੋਲ ਰਿਹਾ ਕਿ ਇਹ ਮੈਂ ਐਜ਼ ਅ ਪੇਰੈਂਟ ਮੈਨੂੰ ਵੀ ਮੈਂ ਵੀ ਦੁਖੀ ਹੁੰਦਾ ਜਦੋਂ ਇਹ ਸੁਣਦਾ ਵਾਂ ਕਿ ਸਾਡੇ ਬੱਚਿਆਂ ਦਾ ਫਿਊਚਰ ਆ ਉਹ ਬਜਟ ਦੇ ਉੱਤੇ ਕੰਟਿੰਜੈਂਟ ਨਹੀਂ ਹੋਣਾ ਚਾਹੀਦਾ। ਜਦੋਂ ਬੱਚਿਆਂ ਦੀ ਗੱਲ ਹੁੰਦੀ ਆ ਤੇ ਛੇਤੀ ਤੋਂ ਛੇਤੀ ਸਕੂਲ ਬਣਨੇ ਚਾਹੀਦੇ ਨੇ। ਛੇਤੀ ਜੇ ਤੁਸੀਂ ਸਕੂਲ ਨਹੀਂ ਬਣਾ ਸਕਦੇ, ਬੱਚਿਆਂ ਨੂੰ ਅਕੋਮੋਡੇਟ ਕਰੋ। ਇਹ ਨਹੀਂ ਕਿ ਹੁਣ ਜਿੱਦਾਂ ਆਪਾਂ ਸਿਟੀਸਕੇਪ ਖੇਲੇ, ਇੱਥੋਂ ਦੇ ਬੱਚੇ ਰੰਡਲ ਜਾ ਰਹੇ ਨੇ, 30 ਮਿੰਟ ਜਾ ਰਿਹਾ ਜੀ ਬੱਚਾ। ਆਪਾਂ ਪਿੱਛੇ ਬੱਸਾਂ ਖੜੀ ਆ, ਤੇਰੇ ਸਾਹਮਣੇ ਆ ਕੇ ਬੱਸ ਖੜੀ ਹੈ, ਬਹੁਤ ਸਾਰੀਆਂ ਬੱਸਾਂ ਆ ਜਿਹੜੀਆਂ ਉਧਰੋਂ ਹੀ ਆਉਂਦੀਆਂ, ਇੱਥੇ ਪੇਰੈਂਟਸ ਨੂੰ ਲੈਣ ਆਉਣਾ ਪੈਂਦਾ ਆ। ਇਹ ਹੁਣ ਦੂਜੀ ਗੱਲ ਇਹ ਹੈ ਕਿ ਆ ਜਿਹੜੀਆਂ ਆਪਾਂ ਜਿਹੜੇ ਏਰੀਆ 'ਚ ਖੜੇ ਆ, ਚਾਹੇ ਉਹ ਰੈਡਸਟਨ ਹੋ ਗਿਆ, ਚਾਹੇ ਉਹ ਕੋਰਨਰਸਟਨ ਹੋ ਗਿਆ, ਸਿਟੀਸਕੇਪ, ਇਹ ਮਲਟੀ ਜਨਰੇਸ਼ਨਲ ਘਰ ਨੇ ਬੁੱਟਰ ਜੀ। ਇੱਥੇ ਸਾਡੇ ਪੇਰੈਂਟਸ ਸਾਡੇ ਨਾਲ ਰਹਿੰਦੇ ਨੇ, ਗ੍ਰੈਂਡ ਪੇਰੈਂਟਸ। ਇਹ ਸਾਡੇ ਲਈ ਇੱਕ ਤਰੀਕੇ ਨਾਲ ਅਸੀਂ ਇੱਥੇ ਘਰ ਲਏ ਸੀ ਵੀ ਚਲੋ ਵੀ ਜੇ ਮੇਰੀ ਜੌਬ ਸ਼ਿਫਟ ਆ ਸਵੇਰ ਦੇ ਆਪਾਂ ਲਾ ਲਈਏ 8 ਤੋਂ ਸ਼ਾਮ ਦੇ 4-4:30 ਤੱਕ, ਤਾਂ ਪੇਰੈਂਟਸ ਮੇਰੇ ਬੱਚੇ ਨੂੰ ਸਕੂਲ ਛੱਡੇ ਆਉਣਗੇ ਕਿਉਂਕਿ ਸਕੂਲ ਨੇੜੇ ਹੀ ਆ ਜਾਣਾ। ਜਿਸ ਤਰ੍ਹਾਂ ਇੱਕ ਤੁਸੀਂ ਦੱਸਦੇ ਹੋ ਵੀ ਚਲੋ ਠੀਕ ਹੈ, ਮੈਨੂੰ ਥੋੜਾ ਸਮਾਂ ਹੋਇਆ ਇਹਨੂੰ, ਪਰ ਜਿਹੜੇ ਹਿਸਾਬ ਨਾਲ ਇਹ 10-12 ਸਾਲਾਂ ਤੋਂ ਕਮਿਊਨਿਟੀਆਂ ਡਿਵੈਲਪ ਹੋ ਰਹੀਆਂ, ਇੱਥੇ ਜਿਹੜੇ ਪਹਿਲੇ ਘਰ ਲਏ ਉਹਨਾਂ ਦੇ ਬੱਚੇ ਤਾਂ ਯੂਨੀਵਰਸਿਟੀ ਪਹੁੰਚ ਗਏ ਹੋਣੇ। ਬਿਲਕੁਲ, ਕਈਆਂ ਦੇ ਪਹੁੰਚ ਗਏ ਨੇ ਤੇ ਉਹ ਮੈਨੂੰ ਹਮੇਸ਼ਾ ਕਹਿੰਦੇ ਨੇ ਕਿ ਰਾਜ ਅਸੀਂ ਤਾਂ ਉਦੋਂ ਸਕੂਲ ਦੇ ਕਾਰਨ ਇੱਥੇ ਘਰ ਲਿਆ ਸੀਗਾ ਤੇ ਹੁਣ ਤਾਂ ਸਾਡੇ ਬੱਚੇ ਯੂਨੀਵਰਸਿਟੀ ਪਹੁੰਚ ਗਏ, ਸਾਨੂੰ ਲੋੜ ਹੀ ਨਹੀਂ, ਰਾਈਟ। ਤੇ ਉਹੀ ਮੈਂ ਕਹਿ ਰਿਹਾ ਨਾ ਕਿ ਮਲਟੀ ਜਨਰੇਸ਼ਨਲ ਫੈਮਲੀਜ਼ ਕਰਕੇ ਉਹ ਘਰ ਤਾਂ ਲੈਂਦੇ ਆ ਕਿ ਚਲੋ ਪੇਰੈਂਟਸ ਛੱਡੇ ਆਉਣਗੇ ਬੱਚੇ ਨੂੰ ਚੁੱਕ ਲਿਆਉਣਗੇ। ਹੁਣ ਜੇ ਉਹ ਬੱਚਾ ਇੱਥੋਂ ਕੋਈ ਪਾਈਨ ਰਿਜ ਜਾ ਰਿਹਾ, ਕੋਈ ਮੌਂਟਰੇ ਪਾਰਕ ਜਾ ਰਿਹਾ, ਕਿੰਨਾ ਪੇਰੈਂਟਸ ਲਈ ਸਟ੍ਰੈਸਫੁਲ ਆ ਕਿਉਂਕਿ ਸਾਡੇ ਕਈ ਪੇਰੈਂਟਸ ਗੱਡੀ ਨਹੀਂ ਚਲਾਉਂਦੇ। ਤਾਂ ਹੁਣ ਪੇਰੈਂਟਸ ਨੂੰ ਜਾਂ ਤਾਂ ਆਪਦੀਆਂ ਜੌਬਾਂ ਛੱਡਣੀਆਂ ਪੈ ਰਹੀਆਂ ਜਾਂ ਪੇਰੈਂਟਸ ਨੂੰ ਆਪਦੀਆਂ ਆਵਰਸ ਘਟਾਉਣੇ ਪੈ ਰਹੇ ਆ। ਤੇ ਥਰਡ ਦੇਖੋ ਜੀ, ਮੈਂ ਪੇਰੈਂਟ ਆ, ਜੇ ਮੈਂ ਕੰਮ ਤੇ ਜਾਣਾ ਤੇ ਮੇਰਾ ਬੱਚਾ ਬੱਸ ਤੇ ਆ, ਸਾਰਾ ਦਿਨ ਮੈਨੂੰ ਇਹੀ ਫਿਕਰ ਰਹਿਣਾ ਕਿ ਉਹ ਸਕੂਲ ਪਹੁੰਚ ਗਿਆ, ਕਿ ਉਹ ਬੱਸ ਤੋਂ ਸਹੀ ਉਤਰ ਗਿਆ, ਕਿ ਉਹ ਬੱਸ ਤੇ ਚੜ੍ਹ ਗਿਆ, ਕਿ ਉਹ ਘਰੇ ਆ ਗਿਆ। ਕਿੱਦਾਂ ਤੁਸੀਂ ਇੱਕ ਸਟ੍ਰੈਸ ਫਰੀ ਜ਼ਿੰਦਗੀ ਜਿਉ ਸਕਦੇ ਹੋ? ਸੋ ਇਹ ਅਨਫੋਰਚੂਨੇਟ ਆ। ਫੁੱਟਬਾਲ ਬਣ ਜਾਂਦਾ ਵਾ, ਕਈ ਵਾਰ ਇਹ ਕਿਹਾ ਜਾਂਦਾ ਜੀ ਕਿ CBE ਆਪਦੇ ਕੈਪੀਟਲ ਪਲਾਨ 'ਚ ਤੁਹਾਡਾ ਸਕੂਲ ਨਹੀਂ ਪਾਉਂਦੇ, ਅਸੀਂ ਤਾਂ ਬਣਵਾ ਦਾਂਗੇ। ਪਰ ਜੇ ਮਤਲਬ ਮੈਂ MLA ਆ, ਇਹ ਮੇਰੀ ਜੌਬ ਆ ਕਿ ਮੈਂ ਐਡਵੋਕੇਸੀ ਕਰਾਂ, ਚਾਹੇ ਉਹ ਪਲਾਨ 'ਚ ਵੀ ਨਹੀਂ, ਰੌਲਾ ਪਾਵਾਂ, ਰਾਈਟ, ਆਪਦੀ ਵੌਇਸ ਉਠਾਵਾਂ ਕਿ ਨੋ ਪਲੀਜ਼ ਥਿੰਕ ਅਬਾਊਟ ਦਿਸ। ਨਾਲੇ ਖਾਸ ਕਰ ਇਹ ਕਮਿਊਨਿਟੀਜ਼ ਤਾਂ ਯੂਨੀਕ ਨੇ, ਜਿੱਦਾਂ ਮੈਂ ਕਿਹਾ ਮਲਟੀ ਜਨਰੇਸ਼ਨਲ ਨੇ, ਮਲਟੀ ਫੈਮਿਲੀ ਨੇ, ਇੱਕ ਘਰ 'ਚ ਕਈ ਵਾਰ 3-3 4-4 ਬੱਚੇ ਰਹਿ ਰਹੇ ਨੇ ਕਿਉਂਕਿ ਆਪਾਂ ਕਈ ਇਕੱਠੇ ਹੋ ਕੇ ਚਾਚੇ ਤਾਏ ਇਕੱਠੇ ਰਹਿੰਦੇ ਆ। ਸੋ ਇਹ ਮੇਰੀ ਜੌਬ ਆ ਕਿ ਮੈਂ ਰੌਲਾ ਪਾਵਾਂ, ਇਸ ਦੇ ਬਜਾਏ ਕਿ ਅਲਟਰਨੇਟਿਵ ਕੀ ਪ੍ਰਾਈਵੇਟ ਸਕੂਲ ਬਣਾ ਲਈਏ, ਦੈਟਸ ਨਾਟ ਦ ਸੋਲੂਸ਼ਨ। ਥੈਂਕ ਯੂ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਤੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਰੈਡਸਟੋਨ ਏਰੀਆ ਦੇ ਵਿੱਚ ਖੜੇ ਹਾਂ ਤੇ ਅਸੀਂ ਜਾਣਦੇ ਹਾਂ ਕਿ ਇੱਥੇ ਸਕੂਲਾਂ ਦਾ ਕੀ ਹਾਲਾਤ ਨੇਗੇ। ਭਾਜੀ ਦੱਸਿਓ, ਤੁਸੀਂ ਦੱਸ ਰਹੇ ਸੀਗੇ ਕਿ ਪਹਿਲੇ ਸਾਲ ਤੋਂ ਤੁਸੀਂ ਕਰ ਲਿਆ। ਹਾਂਜੀ ਭਾਜੀ, ਅਸੀਂ ਪਿਛਲੇ ਸਾਲ ਇਸ ਏਰੀਆ 'ਚ ਮੂਵ ਹੋਏ ਹਾਂ ਤੇ ਪਿਛਲੇ ਸਾਲ ਜਦੋਂ ਅਸੀਂ ਇੱਥੇ ਆਏ ਸਾਨੂੰ ਨਹੀਂ ਪਤਾ ਸੀਗਾ ਕਿ ਸਕੂਲ ਇਹ ਏਰੀਆ ਨੂੰ ਕੀਲਰ ਸਕੂਲ ਮਿਲਿਆ ਹੋਇਆ, ਜਿਹੜਾ ਸਾਊਥ ਈਸਟ ਆ, ਜਿਹੜਾ ਇੱਥੋਂ 1 ਘੰਟਾ 1.5 ਘੰਟਾ ਲੱਗਦਾ ਹੈ ਜਾਣ ਤੇ ਸਾਨੂੰ ਇਹ ਲੱਗਦਾ ਸੀ ਕੋਈ ਨੇੜੇ ਵਾਲਾ ਸਕੂਲ ਇਹ ਏਰੀਆ ਨੂੰ ਅਲਾਟ ਹੋਊਗਾ। ਪਰ ਜਦੋਂ ਮੇਰਾ ਬੇਟਾ 5 ਸਾਲ ਦਾ ਸੀ ਤੇ ਇੱਥੇ ਆ ਕੇ ਉਹਨੇ ਪਹਿਲੀ ਵਾਰੀ ਸਕੂਲ ਜਾਣਾ ਸੀਗਾ ਤੇ ਜਦੋਂ ਅਸੀਂ ਸਕੂਲ ਦਾ ਪਤਾ ਕੀਤਾ ਸਾਨੂੰ ਪਤਾ ਲੱਗਾ ਕਿ ਕੀਲਰ ਸਕੂਲ ਜਾਣਾ ਹੈ ਬੜਾ ਦੂਰ। ਫਿਰ ਅਸੀਂ ਟਰਾਈ ਕਰਨ ਲੱਗੇ ਕਿ ਕਿਸੇ ਪ੍ਰਾਈਵੇਟ ਸਕੂਲ 'ਚ ਐਡਮਿਸ਼ਨ ਮਿਲੇ ਤੇ ਫਿਰ ਅਸੀਂ ਉਹਦੀ ਐਡਮਿਸ਼ਨ ਪ੍ਰਾਈਵੇਟ ਸਕੂਲ 'ਚ ਉਹਦਾ ਵੇਟ ਲਿਸਟ ਨਾਮ ਪਵਾਇਆ, ਜਿਹਦੀ ਵੇਟ ਲਿਸਟ ਬੜੀ ਲੰਬੀ ਸੀਗੀ, ਪਰ ਚਲੋ ਉਹਦਾ ਲੱਕ ਸੀਗਾ ਕਿ ਉਹਨੂੰ ਐਡਮਿਸ਼ਨ ਮਿਲ ਗਈ ਪ੍ਰਾਈਵੇਟ ਸਕੂਲ 'ਚ। ਹੁਣ ਅਸੀਂ ਮਤਲਬ ਜਿਹੜੀ ਗਵਰਨਮੈਂਟ ਸਕੂਲ ਦੀ ਫੀਸ ਤੋਂ ਅਸੀਂ 3 ਗੁਣਾ 4 ਗੁਣਾ ਫੀਸ ਭਰ ਕੇ ਉਹਨੂੰ ਸਕੂਲ ਭੇਜ ਰਹੇ ਹਾਂ। ਤੇ ਹੁਣ ਤੁਸੀਂ ਬੱਚਾ ਪ੍ਰਾਈਵੇਟ ਸਕੂਲ 'ਚ ਪਾਇਆ? ਪ੍ਰਾਈਵੇਟ ਸਕੂਲ 'ਚ ਜਾਂਦਾ ਜੀ, ਗੋਬਿੰਦ ਸਰਵਰ ਸਕੂਲ 'ਚ ਜਾਂਦਾ, ਜਿਹਦੀ ਜਿਹੜੀ ਪਬਲਿਕ ਸਕੂਲ ਨਾਲੋਂ 3 ਗੁਣਾ 4 ਗੁਣਾ ਫੀਸ ਜ਼ਿਆਦਾ।
ਉਹਦੇ 'ਚ ਜਾਂਦਾ ਸਿਰਫ ਇਸੇ ਕਰਕੇ ਕਿ ਉਹਦਾ ਟਾਈਮ ਵੇਸਟ ਨਾ ਹੋਵੇ ਸਕੂਲ ਜਾਣ ਤੇ ਸਕੂਲ ਆਉਣ 'ਚ, ਕਿਉਂਕਿ ਜੇ ਕੀਲਰ ਸਕੂਲ ਜਾਂਦਾ ਤਾਂ 1.5-2 ਘੰਟੇ ਸਵੇਰੇ ਤੇ 1.5-2 ਘੰਟੇ ਸ਼ਾਮ ਨੂੰ ਵੇਸਟ ਹੁੰਦੇ ਉਹਦੇ। ਤੇ ਫਿਰ ਉਹਨੂੰ ਛੱਡ ਕੇ ਆਉਣ ਦੀ, ਲੈ ਕੇ ਆਉਣ ਦੀ ਵੀ ਦਿੱਕਤ? ਜੇ ਉੱਥੇ ਲੈ ਕੇ ਛੱਡ ਕੇ ਆਉਣੇ ਆ ਜਾਂ ਲੈ ਕੇ ਆਉਣੇ ਆ ਤਾਂ ਫਿਰ ਉਹੀ ਸਾਡਾ ਵੀ ਟਾਈਮ ਵੇਸਟ ਹੁੰਦਾ, ਟਾਈਮ ਐਕਸਟਰਾ ਚਾਹੀਦਾ। ਤੇ ਬੱਸ ਦੀ ਫੀਸ ਕਿੰਨੀ ਕੁ ਪੈਂਦੀ ਹੈ ਮਹੀਨੇ ਦੀ? $1500 ਹੈਗੀ ਆ ਗੋਬਿੰਦ ਸਰਵਰ ਦੀ, ਸਾਲ ਦੀ ਆ। ਤੇ ਟੋਟਲ ਜਿਹੜੀ ਟਿਊਸ਼ਨ ਫੀ ਪਾ ਕੇ ਜਾਂ ਹੋਰ ਸਾਰੀਆਂ ਫੀਸ ਪਾ ਕੇ ਉਹਦੀ $3500 ਫੀਸ ਬਣਦੀ ਆ। ਤੁਹਾਡੇ ਏਰੀਏ ਦੇ ਜਿਹੜੇ ਲੀਡਰ ਨੇ, ਕਦੇ ਉਹਨਾਂ ਨਾਲ ਨਹੀਂ ਗੱਲਬਾਤ ਹੋਈ ਜਾਂ ਸੁਣੀ ਨਹੀਂ ਵੀ ਕੀ ਕਹਿੰਦੇ ਨੇ ਸਕੂਲਾਂ ਬਾਰੇ? 1-2 ਵਾਰੀ ਜਦੋਂ ਵੋਟਸ ਬਾਰੇ ਕਹਿਣ ਆਏ ਆ, ਗੱਲ ਕੀਤੀ ਉਹਨਾਂ ਨਾਲ, ਉਹ ਇਹੀ ਕਹਿੰਦੇ ਆ ਕਿ ਸਾਡੇ ਜੇ ਅਸੀਂ ਜਿੱਤ ਗਏ ਤਾਂ ਅਸੀਂ ਗੱਲ ਕਰਾਂਗੇ, ਅਸੀਂ ਸਕੂਲ ਜ਼ਰੂਰ ਲਿਆਵਾਂਗੇ। ਪਰ ਵੋਟਾਂ ਜਿਹੜੇ ਜਿੱਤੇ ਹੋਏ ਆ ਉਹ ਨਹੀਂ ਕਦੇ ਟੱਕਰੇ? ਕਦੇ ਨਹੀਂ। ਮੈਂ ਵੀਡੀਓਜ਼ ਵੇਖੀਆਂ ਕਈ ਲੀਡਰਸ ਦੀਆਂ ਜਿਹੜੇ ਕਹਿੰਦੇ ਆ ਕਿ ਅਸੀਂ ਸਕੂਲ ਲਿਆਵਾਂਗੇ, ਸਕੂਲ ਆਊਗਾ, ਤੇ ਪਰ ਕੋਈ, ਤੁਸੀਂ ਤੁਹਾਡੇ ਸਾਹਮਣੇ ਹੀ ਆ ਕਿ ਸਕੂਲ ਕੋਈ ਨਹੀਂ ਗਾ ਇੱਥੇ। ਠੀਕ ਹੈ ਭਾਜੀ, ਥੈਂਕ ਯੂ। ਅੰਕਲ ਜੀ ਇਹ ਦੱਸਿਓ ਵੀ ਤੁਸੀਂ ਇਸ ਏਰੀਏ 'ਚ ਕਿੰਨੇ ਕੁ ਟਾਈਮ ਤੋਂ ਰਹਿ ਰਹੇ ਹੋ? ਅਸੀਂ ਇੱਥੇ ਰਹਿੰਦੇ ਹਾਂ 2018 ਚ ਆਏ ਹੋਏ ਅਸੀਂ ਇੱਥੇ। 2018 ਹਾਂ। ਤੇ ਤੁਹਾਡੇ ਬੱਚੇ ਜਾਂਦੇ ਸਕੂਲ? ਹਾਂ ਜਾਂਦੇ ਆ ਜੀ। ਕਿੰਨੇ ਬੱਚੇ ਜਾਂਦੇ? ਸਾਡੇ 3 ਬੱਚੇ ਜਾਂਦੇ ਆ। ਓਕੇ। ਹਾਂ। ਇੱਥੋਂ ਕਿਹੜੇ ਏਰੀਏ 'ਚ? ਉਹ ਜਾਂਦਾ ਰੰਡੜ ਤੋਂ ਵੀ ਗਾਹਾਂ ਜਾਂਦੇ ਆ ਤਾਂ ਉੱਚੇ ਤਾਂ। ਹਾਂ। ਤੇ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਸੀਗਾ ਵੀ ਇਸ ਏਰੀਏ 'ਚ ਸਕੂਲ ਹਜੇ ਬਣਨੇ ਆ, ਜਾਂ ਇਹ ਸੀਗਾ ਮਤਲਬ ਜਿੱਦਾਂ ਕਹ ਲਓ ਲਾਰਾ ਜਿਹਾ ਹੁੰਦਾ ਆ? ਨਹੀਂ, ਬਸ ਪਹਿਲੀ ਤਾਂ ਇਹ ਗੱਲ ਸੀ ਜਦੋਂ ਇਹਨਾਂ ਨੇ ਬੁੱਕ ਕਰਾਏ ਇੱਥੇ ਘਰ, ਉਦੋਂ ਵੀ ਸਕੂਲ ਇੱਥੇ ਨੇੜੇ ਬਣ ਜਾਣਾ ਬੱਚਿਆਂ ਨੂੰ, ਇੰਜ ਕਰਕੇ ਵੀ ਥੋੜਾ ਜਿਹਾ ਹੋ ਗਿਆ। ਹੁਣ ਤਾਂ ਇੱਥੇ ਬੋਰਡ ਵੀ ਲੱਗਿਆ ਹੋਇਆ ਸੀ, ਉਹ ਵੀ ਲੈ ਕੇ ਪੱਟ ਕੇ। ਤੇ ਆਹ ਏਰੀਆ ਜਿਹੜਾ ਆ ਸਕੂਲ ਦੀ ਜਗ੍ਹਾ ਇਹ ਵੀ ਸਕੂਲ ਦੀ? ਹਾਂ। ਤੇ ਹੁਣ ਤੁਸੀਂ ਜਿੱਦਾਂ ਕਹ ਲਓ ਵੀ ਇਹਨਾਂ ਲੀਡਰਾਂ ਨੂੰ ਕਦੇ ਮਿਲੇ ਹੋ ਜਾਂ ਹਾਂ, ਕੱਟ-ਕੁੱਟ ਹੋਇਆ? ਇਕੱਠ ਹੋਇਆ ਜੀ ਉੱਥੇ ਸਾਡੇ ਪਾਰਕ ਦੇ ਵਿੱਚ। ਬਾਈ ਸੀਗੀ ਆਪਣਾ ਰਾਜ ਢਾਲੀਵਾਲ ਵੀ ਆਇਆ ਸੀਗਾ, ਹੋਰ ਵੀ ਆਇਆ ਸੀਗਾ, ਤੇ ਉਹ ਕਹਿੰਦਾ ਜੀ ਹਲੇ ਤਾਂ ਸਕੂਲ ਨੂੰ ਟਾਈਮ ਲੱਗੂ, ਜਿੱਥੇ ਬੜਾ ਟਾਈਮ ਲੱਗਣਾ ਹਲੇ ਤਾਂ। ਹਾਂ। ਤੇ ਇਹ ਵੈਸੇ ਤੁਹਾਨੂੰ ਧਿਆਨ 'ਚ ਹੈਗਾ ਵੀ ਇਹ ਜਿਹੜੇ ਸਕੂਲ ਨੇ ਇਹਨੂੰ ਕੌਣ ਬਣਾਉਂਦਾ ਭਲਾ? ਇਹ ਤਾਂ ਬਿਲਡਰਾਂ ਦੇ ਰੱਖੇ ਹੋਏ ਸਟੇਡਾ ਵੈਸੀ ਕਹੂੰ ਤਾਂ ਉਹ ਤਾਂ ਵੀ ਇਹ ਨਗਰ ਪਾਲਿਕਾ ਦੀ ਕਿਸ ਤਰ੍ਹਾਂ ਦੇ ਅੰਡਰ ਹੋਵੇ, ਸਾਨੂੰ ਮੈਨੂੰ ਇਹਦੇ ਬਾਰੇ ਨਹੀਂ ਪੂਰਾ ਪਤਾ ਹੈ। ਠੀਕ ਹੈ। ਹਾਂ। ਨਹੀਂ ਇਹ ਵੀ ਜਿਹੜੀ ਹੈ ਨਾ, ਇਹ ਵੀ ਸਮੱਸਿਆ ਹੈ। ਅਭੀ ਜਿੱਦਾਂ ਆਪਾਂ ਸਵਾਲ ਵੀ ਜਿੱਦਾਂ ਹੁਣ ਕਹ ਲਓ ਐਮਐਲਏ ਨੂੰ ਵੀ ਕਹਿ ਕੇ, ਹਾਂਜੀ, ਐਮਐਲਏ ਵੀ ਇੱਥੇ ਜਦੋਂ ਬਣਿਆ ਉਹ ਇੱਥੇ ਆਇਆ ਸੀ, ਆਪਣਾ ਮੁੰਡਾ ਇੱਕੋ ਹੀ ਜਿੱਤਿਆ ਨਾ ਇੱਥੋਂ, ਪੰਜਾਬੀ ਸੀ ਜਿਹੜਾ ਮੁੰਡਾ, ਅਸੀਂ ਉਹ ਇੱਥੇ ਸਾਡੇ ਕੋਲੇ ਆਇਆ ਪਾਰਕ ਦੇ ਵਿੱਚ, ਇਕੱਠ ਹੋਇਆ, ਉਹਦੇ ਕੋਲੇ ਵੀ ਗੱਲਾਂ ਕੀਤੀਆਂ। ਕੌਣ ਹੈ? ਜੌਹਰ ਚਾਹਲ ਆਇਆ? ਹਾਂ, ਚਾਹਲ ਆਇਆ ਸੀਗਾ। ਹਾਂ। ਤੇ ਉਦੋਂ ਤਾਂ ਵੈਸੇ ਬਥੇਰਾ ਕੁਛ ਕਹਿੰਦੇ ਆ, ਜਦੋਂ ਵੋਟਾਂ ਲੈਣੀਆਂ ਹੁੰਦੀਆਂ ਅਸੀਂ ਆਹ ਵੀ ਕਰਾਂਗੇ, ਅਸੀਂ ਆਹ ਵੀ ਕਰਾਂਗੇ, ਪਾਰਕ ਦੇ ਵਿੱਚ ਅਸੀਂ ਸ਼ੈੱਡ ਵੀ ਬਣਾ ਦਾਂਗੇ, ਬੈਂਚ ਵੀ ਲਾ ਦਾਂਗੇ। ਕਿਸੇ ਨੇ ਕੁਛ ਨਹੀਂ ਕੀਤਾ। ਉਸ ਤੋਂ ਬਾਅਦ ਆਏ ਹੀ ਨਹੀਂ ਮੁੜ ਕੇ ਤਾਂ। ਹੁਣ ਰਾਜ ਢਾਲੀ ਵਾਲਾ ਆਇਆ ਸੀ, ਉਦੋਂ ਕਹਿੰਦਾ ਬੈਂਚ ਮੈਂ ਉੱਥੇ 1-2 ਰਖਾ ਦੂੰਗਾ। ਹੁਣ 3-4 ਮਹੀਨੇ ਹੋ ਗਏ ਆਇਆ ਹੀ ਨਹੀਂ, ਉਹ ਕਿਹੜਾ ਮੁੜ ਕੇ ਆਇਆ। ਬਸ ਉਹ ਪੰਜਾਬ ਵਾਲਾ ਕੰਮ ਹੀ ਇੱਥੇ ਵੀ ਉਹੀ ਹਾਲ ਆ, ਇੱਥੇ ਲਾਰੇ ਹੀ ਲਾਰੇ ਆ। ਤੇ ਕਿਉਂਕਿ ਹੁਣ ਫਿਰ ਜਿੱਦਾਂ ਠੰਡ ਦਾ ਮੌਸਮ ਹੈ, ਫਿਰ ਬੱਚਿਆਂ ਨੂੰ ਤੁਸੀਂ ਇੱਥੋਂ ਸੜਕ ਤੋਂ ਉਤਾਰ ਕੇ ਘਰਾਂ ਤੋਂ ਲੈ ਕੇ ਗੱਡੀਆਂ ਤੇ ਲੈ ਕੇ ਆਉਣੇ ਜੀ ਉੱਧਰੋਂ ਜਾ ਕੇ ਸਟਾਪ ਤੋਂ। ਅੱਛਾ। ਹਾਂ, ਉਹ ਤਾਂ ਆਏ ਨਹੀਂ ਜਾਂਦਾ। ਸਨੋਹ ਦੇ ਵਿੱਚ ਦੇਖ ਲਓ ਤੁਸੀਂ ਗੱਡੀ। ਕਈਆਂ ਨੂੰ ਫਿਰ ਇਹ ਵੀ ਸਮੱਸਿਆ ਹੋਣੀ ਵੀ ਜਿਹੜਾ ਗੱਡੀ ਨਹੀਂ ਚਲਾ ਸਕਦੇ। ਬੜਾ ਔਖਾ ਜੀ, ਬੜਾ ਔਖਾ। ਹੁਣ ਕਈ ਵਾਰੀ ਸਨੋਹ ਦੇ ਵਿੱਚ ਜਵਾਕ ਡਿੱਗਦੇ ਤੁਰੇ ਆਉਂਦੇ ਆ, ਦੱਸੋ ਕੀ ਕਰੂਗਾ, ਬੜਾ ਔਖਾ। ਠੀਕ ਹੈ ਜੀ, ਧੰਨਵਾਦ ਜੀ, ਥੈਂਕ ਯੂ। ਰੈੱਡਸਟੋਨ ਦੇ ਵਿੱਚ ਖੜੇ ਆਂਗੇ ਤੇ ਇੱਥੋਂ ਦੇ ਲੋਕਾਂ ਤੋਂ ਜਾਣਦੇ ਆ ਐਕਚੁਅਲ ਦੇ ਵਿੱਚ ਸਮੱਸਿਆ ਕਿੰਨੀ ਕੁ ਹੈ ਸਕੂਲਾਂ ਦੀ। ਤੇ ਸਾਡੇ ਨਾਲ ਬਜ਼ੁਰਗ ਨੇ, ਸ਼ਾਮਲ ਨੇ, ਉਹ ਜਿਹੜੇ ਕਿ ਦੱਸ ਰਹੇ ਨੇ ਕਿ ਅਸੀਂ ਕਈ ਵਾਰੀ ਇੱਥੇ ਲੀਡਰਾਂ ਨੂੰ ਸੱਦ ਚੁੱਕੇ ਹਾਂ ਪਾਰਕਾਂ ਦੇ ਵਿੱਚ, ਉਹਨਾਂ ਨਾਲ ਗੱਲ ਵੀ ਕਰ ਚੁੱਕੇ ਹਾਂ। ਤੇ ਆਓ ਬਾਕੀ ਉਹਨਾਂ ਤੋਂ ਜਾਣਦੇ ਹਾਂ। ਅੰਕਲ ਜੀ ਇਹ ਦੱਸਿਓ ਤੁਸੀਂ ਕਿੰਨੀ ਕੁ ਵਾਰੀ ਇਹਨਾਂ ਬੰਦਿਆਂ ਨੂੰ ਮਿਲ ਚੁੱਕੇ ਹੋ ਜੀ? ਸੋ ਤਾਂ MP ਹੈ, ਪਤਾ ਨਹੀਂ MLA, ਹੁਣ ਮੈਂ ਇੰਨਾ ਨਹੀਂ ਯਾਦ ਰਹਿੰਦਾ ਸਾਨੂੰ, ਮੇਰਾ ਤਾਂ ਗੋਡੇ ਦੀ ਪੀੜ ਹੁੰਦੀ ਕਰਕੇ ਚੇਤਾ ਜ਼ਿਆਦਾ ਭੁੱਲਦਾ। ਉਹ ਵੀ ਆਹਟੀ ਅਸੀਂ ਉਦੋਂ ਸਾਨੂੰ ਉਹ ਸੱਦ ਲੈਂਦੇ ਜਿਹੜੇ ਬੰਦਿਆਂ ਨੂੰ ਬੁਲਾਉਂਦੇ ਨੇ। ਜੌਹਰ ਚਾਰ ਹੁਣ ਤਾਂ ਉੱਪਰ ਚਲੇ ਗਿਆ, ਉਹ ਵੀ ਜਾ ਕੇ ਇੱਥੇ ਸਿਟੀ ਸੀਗਾ, ਉਹ ਵੀ ਬਹੁਤ ਵਾਰ ਉਹਨੂੰ ਬੁਲਾਇਆ, ਉਹ ਇੱਦਾਂ ਨਹੀਂ ਕੰਪਲੀਟ ਹੁੰਦੀਆਂ ਸਾਰੇ ਕੁਛ। ਤੇ ਸਮੱਸਿਆ ਕਿੰਨੀ ਕੁ ਇੱਥੇ ਇਸ ਏਰੀਏ 'ਚ? ਦੇਖੋ ਹੁਣ ਸਾਰੀਆਂ ਬੱਸਾਂ ਢੋ ਰਹੀਆਂ, ਦੇਖੋ ਸਕੂਲ ਕੋਈ ਨਹੀਂ। ਹਾਂ, ਜਿੱਦਾਂ ਰੰਡਲ ਵਾਈਟ ਹਾਰਨ ਉਸ ਏਰੀਏ 'ਚ ਧੁਰ ਤੱਕ ਸਕੂਲ ਉਹ ਪੁਰਾਣੇ ਉੱਤਰ ਆ ਸਕੂਲ। ਇੱਧਰ ਤਾਂ ਬਹੁਤ ਤੁਹਾਡੇ ਆਪਣੇ ਬੱਚੇ ਵੀ ਦੂਜੇ ਦੂਰ ਜਾਂਦੇ ਸਕੂਲਾਂ 'ਚ? ਸਾਡੇ ਵੀ ਉੱਥੇ ਜਾਣੇ ਪੋਤੇ ਪੋਤੀਆਂ, ਹੁਣ ਜਿੱਥੇ ਸਾਰੀ ਦੁਨੀਆ ਦੇ ਜਾ ਰਹੇ ਉੱਥੇ ਜਾਣੇ, ਤਾਂ ਸਕੂਲ ਹੈ ਨਹੀਂ ਕੋਈ। ਇਹਨੂੰ ਗੱਲ ਇੱਥੇ ਨਿਬੜੀ ਆਪਾਂ ਨਾ, ਸਕੂਲ ਕੋ ਹੈ ਹੀ ਨਹੀਂ। ਉਹ ਆਏ ਕਿ ਉਹਨੂੰ ਕੀ ਕਹਿੰਦੇ ਆਪਾਂ ਯਾਰ, ਮਸੀਹ ਈਸਾ ਮਸੀਹ ਵਾਲਾ, ਕਿ ਉਹਨੂੰ ਕਹਿ ਲਾ ਤੂੰ ਅੰਗਰੇਜ਼ੀ ਕੋ ਕਹਿ ਲਾ, ਮੈਂ ਤਾਂ ਜੱਟ ਸੌਦ ਦਾ ਕੰਮ ਆ ਸਿੱਧਾ ਮਾਰਨਾ। ਉਹ ਪਹਿਲਾਂ ਬਣ ਗਿਆ, ਦੇਖ ਉਹ ਲੋਕ ਕਰਿਆ, ਉਹਨਾਂ ਕੋਲ ਪੈਸਾ ਜ਼ਿਆਦਾ, ਕਿਸ ਤਰ੍ਹਾਂ ਗੌਰਮੈਂਟਾਂ ਕੋ ਕਰਿਆ ਕੁਝ ਹੈ ਨਹੀਂ। ਹੁਣ ਰੱਬ ਜਾਣੇ, ਤੁਸੀਂ ਦੇਖ ਲਓ ਆਪੇ। ਇਹ ਇੰਡੀਆ ਵਾਲਾ ਹਿਸਾਬ ਆ, ਗੱਲਾਂ ਬਹੁਤ ਕਰੀ ਜਾਣਾ। ਉਹਨਾਂ ਨੂੰ ਕਹੀਦਾ, ਉਹ ਕਹਿੰਦੇ ਆ ਸੈਂਟਰ ਨੇ ਬਣਾਉਣਾ ਸਕੂਲ ਨੂੰ, ਇੰਨਾ ਦੂਆ ਦੇਣਾ ਖਰਚਾ ਆਉਣਾ, ਥੈ ਵੀ ਪਤਾ ਨਹੀਂ ਕਿੱਥੇ ਛੱਡਿਆ ਪਹਿਲਾਂ। ਉੱਥੇ ਕਹਿੰਦੇ ਸੀ ਬਣਨਾ ਪਿਆ, ਆ ਗਿਆ ਤੇ ਵੀ ਹੁਣ ਗਾਂ ਚੱਲੇ ਗਿਆ। ਇੱਥੇ ਜਗ੍ਹਾ ਤਾਂ ਖੁੱਲੀ ਕੋ ਬਹੁਤੀ ਰੜਕਦੀ ਨਹੀਂ, ਅੱਗੇ ਰੱਬ ਜਾਣੇ, ਹੋ ਸਕਦਾ ਉੱਧਰ ਹੋਵੇ ਵੀ,
ਮੈਂ ਬਾਹਰ ਨਹੀਂ ਬਹੁਤਾ ਫਿਰਨ ਤੋਂ ਜਾਂਦਾ। ਇੱਥੇ ਜਦੋਂ ਕੋਈ ਇੱਦਾਂ ਸਾਦੇ ਆ ਉਹ ਤਾਂ ਫਿਰ ਵਿੱਚ ਆਉਣਾ ਪੈਂਦਾ। ਇੱਕ ਮੈਨੂੰ ਇਹ ਦੱਸਿਓ, ਇੱਕ ਸਮੱਸਿਆ ਇਹ ਵੀ ਹੈ ਵੀ ਤੁਹਾਨੂੰ ਐਕਚੁਅਲ ਦੇ ਵਿੱਚ ਇਹ ਸਹੀ ਪਤਾ ਹੈ ਵੀ ਇਹ ਸਕੂਲ ਐਕਚੁਅਲ 'ਚ ਬਣਾਉਣਾ ਕਿਹਨੇ ਆ? ਇਹ ਸ਼ਹਿਰ ਨੇ ਬਣਾਉਣਾ? ਮੈਂ ਤਾਂ ਜੱਟ ਵਾਲਾ ਬੰਦਾ, ਸਿੱਧਾ ਸਭ ਤੁਹਾਨੂੰ ਦੱਸ ਦਿਨ, ਖੇਤੀ ਕਰਦੇ ਆਏ ਇੰਡੀਆ ਤੋਂ, ਆਏ ਬਹੁਤ ਸਾਲ ਹੋ ਗਏ। ਪਤਾ ਹਰੇਕ ਗੱਲ ਦਾ, ਪਰ ਹੋਰ ਤਰੀਕੇ ਨਾਲ ਪਤਾ ਨਾ। ਮੈਂ ਹੁਣ ਲੀਡਰਾਂ ਦੇ ਨਾਲ ਮੁੱਕਦੀ ਗੱਲ ਤਾਂ ਇਹ ਆ ਵੀ ਸਕੂਲ ਚਾਹੀਏ, ਜਿਹੜਾ ਮਰਜ਼ੀ ਬਣਾਵੇ, ਸਕੂਲ ਤਾਂ ਬਣਨਾ ਚਾਹੀਦਾ। ਸਕੂਲ ਤਾਂ ਚਾਹੀਦਾ। ਬੱਚੇ ਸਾਹਮਣੇ ਹੁਣ ਇੱਥੇ ਉੱਠੇ, ਇੱਥੇ ਆ ਗਏ ਸਾਹਮਣੇ, ਹੁਣ ਘੰਟਾ ਬੱਸ, ਛੋਟਾ ਬੱਚਾ ਥੱਕਿਆ ਆ ਰਿਹਾ, ਉਹਦੇ ਉੱਪਰ ਖਰਚ ਵੀ ਆ ਰਿਹਾ। ਜੇ ਕਈ ਵਾਰੀ ਐਮਰਜੈਂਸੀ ਛੱਡ ਕੇ ਵੀ ਆਉਣਾ ਪਵੇ ਫਿਰ ਵੀ ਦੂਰ ਪੈਂਦਾ ਹੈ, ਬੰਦਾ ਵੀ ਚਾਹੀਦਾ। ਉਹ ਜਿਹੜਾ ਟਾਈਮ ਲੱਗਦਾ ਜਾਣਾ ਹੀ ਪੈਂਦਾ। ਚੰਗਾ ਮਾੜਾ ਬੱਚੇ ਨੂੰ ਹੋ ਗਿਆ ਗੱਡੀ, ਅਸੀਂ ਵੀ ਚਾਹੀਦਾ, ਨਹੀਂ ਕੋ ਘਰੇ ਹੈਗਾ ਜਾਣਾ ਪੈਂਦਾ ਗੱਡੀ ਲੈ ਕੇ। ਗੱਡੀ ਪਹਿਲਾਂ ਚੱਕੋ, ਨੂੰਹ ਨੂੰ ਛੱਡੋ, ਫਿਰ ਉਹ ਕੰਮ ਕਰੂਗੀ। ਇੱਥੇ ਬੜੀਆਂ ਪ੍ਰੋਬਲਮਾਂ ਜੀ। ਤੇ ਪਰ ਤੁਸੀਂ ਇਹਨਾਂ ਨੂੰ ਲੀਡਰਾਂ ਨੂੰ ਸਾਰਿਆਂ ਨੂੰ ਮਿਲੇ ਹੋ ਇਸ ਜੇ ਇਕੱਠੇ ਹੋ ਕੇ ਕਮਿਊਨਿਟੀ ਦੇ ਤੌਰ ਤੇ? ਇੱਥੇ ਜੀ ਕਮੇਟੀ ਬਣਾ ਹਟੇ, ਪਤਾ ਨਹੀਂ ਕਿੱਦਾਂ ਕੋਈ ਰੌਲਾ। ਉਹ ਕਮੇਟੀ ਮੈਨੂੰ ਮੈਂ ਤਾਂ ਜੇ ਨਹੀਂ ਬਣੀ ਜਿੱਦਾਂ ਆਪਣੇ ਬਣੇ ਹੁੰਦੇ ਆ, ਉਹ ਜਿੱਥੇ ਪਾਰਟੀਆਂ ਕਰਦੇ ਆ ਪੁਰਾਣੇ ਏਰੀਏ 'ਚ, ਤਾਂ ਅਸੀਂ ਜਾਂਦੇ ਵੀ ਰਹੇ। ਇੰਨਾ ਪੂਰੀਆਂ ਗੱਲਾਂ ਦਾ ਸਾਨੂੰ ਇੰਨਾ ਨਹੀਂ ਪਤਾ, ਨਾ ਨਾਂ ਲੈਣੇ ਇੰਨੇ ਆਉਂਦੇ। ਜਿਹਦਾ ਲਈ ਜਾਈਏ ਤਾਂ ਹੀ ਤੁਹਾਡੇ ਮੂੰਹ ਚੜਦਾ। ਜਿੱਦਾਂ ਦਾ ਬੰਦਾ ਕੰਮ ਕਰਦਾ ਉੱਦਾਂ ਦਾ ਕਰਦਾ। ਅਸੀਂ ਤਾਂ ਇੱਥੇ ਚਿਹਰਾ ਲਾ ਦਿੰਦੇ ਹੁੰਦੇ ਜਾਂ ਸਾਨੂੰ ਕਹਿੰਦੇ ਆ। ਸਾਦੇ ਉਹ ਹੁੰਦੇ ਆ, ਚਾਹ ਦਾ ਕੱਪ ਅਸੀਂ ਪੀ ਲੈਣਾ, ਅਗਲੇ ਮਗਰੋਂ ਨਹੀਂ ਚਿਹਰਾ ਚੱਕਣੀ ਘਰ ਨੂੰ ਲੈ ਜਾਣੀ 40-50 ਜਿੰਨੀਆਂ ਹੋਣ। ਐਦਾਂ ਨਹੀਂ ਸੇਵਾ ਕਰਨ ਵਾਲੇ ਅਸੀਂ ਭਾਜੀ। ਜਾਂ ਪੇਪਰ ਚੱਕ ਦੇਵਾਂਗੇ, ਗਾਂਜਾ ਇੱਦਾਂ ਦੇ ਚੱਕਣਾ ਕੋਈ ਨਹੀਂ ਹੁੰਦਾ। ਪੈਸੇ ਸ਼ੌਂਕੀਆ ਤੌਰ ਤੇ ਚੱਕਦੇ ਤਾਂ ਸਫਾਈ ਚੰਗੀ ਹੁੰਦੀ ਆ। ਇੱਦਾਂ ਦੇ ਅਸੀਂ ਕੰਮ ਕਰ ਸਕਦੇ ਹਾਂ ਬਾ, ਇੱਦਾਂ ਦੇ ਕੰਮ। ਇਹ ਹੈ ਵੀ ਲੀਡਰ ਆਉਂਦੇ ਆ, ਚਾਹ ਪਿਆ ਕੇ ਤੁਰ ਜਾਂਦੇ। ਤੁਸੀਂ ਚਾਹ ਤਾਂ ਆਪ ਇਹ ਪਾਉਣ ਜਾਓ, ਇਹ ਸਾਰੇ ਰਲ ਕੇ ਕਿਸ ਤਰ੍ਹਾਂ, ਪਰ ਉਹ ਕੰਮ ਹੁੰਦਾ। ਉਹ ਜਾਣੀ ਜੇ ਮੁੰਡਾ ਦੇ ਦੇਣਾ, ਕੁੜੀ ਤਾਂ ਜੰਮਣੇ ਨਹੀਂ ਦੇਣੀ, ਕਾਹਨੂੰ ਹੁਣ ਤੂੰ ਬੱਤੀ ਕਰੇਗਾ। ਠੀਕ ਹੈ, ਥੈਂਕ ਯੂ ਥੈਂਕ ਯੂ। ਵੀ ਹੁੰਦਾ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਗੁਰਿੰਦਰ ਬਰਾੜ, ਜਿਹੜੇ ਇਸ ਹਲਕੇ ਦੇ ਵਿੱਚੋਂ ਐਨਡੀਪੀ ਪਾਰਟੀ ਦੇ ਵੱਲੋਂ ਇਲੈਕਸ਼ਨ ਲੜ ਰਹੇ ਨੇ। ਤੇ ਅਸੀਂ ਉਹਨਾਂ ਤੋਂ ਜਾਣਦੇ ਹਾਂ ਕਿ ਜਿਹੜਾ ਸਾਡੇ ਪਿੱਛੇ ਬੋਰਡ ਲੱਗਿਆ ਹੋਇਆ ਫਿਊਚਰ ਸਕੂਲ ਸਾਈਟ, ਵੀ ਇਹ ਸਕੂਲ ਦਾ ਫਿਊਚਰ ਕੋਈ ਹੈ ਜਾਂ ਹਜੇ ਮਤਲਬ ਹਨੇਰੇ 'ਚ ਹੀ ਹੈ? ਬਾਈ ਜੀ ਬਹੁਤ ਸਵਾਗਤ ਤੁਹਾਡਾ ਜੀ। ਥੈਂਕ ਯੂ ਬੁੱਟਰ ਸਾਹਿਬ। ਤੁਹਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੱਦਾਂ ਮੇਰਾ ਇਹੀ ਸਵਾਲ ਹੈ ਜੀ, ਇਹਦਾ ਕੀ ਫਿਊਚਰ ਹੈ? ਇਹਦਾ ਫਿਊਚਰ ਜਿਹੜਾ ਜੀ ਉਹ ਡਿਪੈਂਡ ਕਰਦਾ ਕਿਹੜੀ ਗਵਰਨਮੈਂਟ, ਕਿਹੜੀ ਪਾਰਟੀ ਗਵਰਨਮੈਂਟ 'ਚ ਆਉਂਦੀ ਹੈ। ਜੇ ਆਪਾਂ ਗੱਲ ਕਰੀਏ ਕਿ ਯੂਸੀਪੀ ਦੀ, ਜਿਸ ਤਰ੍ਹਾਂ ਉਹਨਾਂ ਨੇ ਪਿਛਲੇ 4 ਸਾਲ ਉਹਨਾਂ ਦੇ ਕੋਲੇ ਸਰਕਾਰ ਚਲਾਉਣ ਦਾ ਟਾਈਮ ਸੀ, ਤਾਂ ਉਹਦੇ 'ਚ ਇਹਦਾ ਨਾ ਕੋਈ ਪਾਸਟ ਸੀ, ਨਾ ਇਹਦਾ ਕੋਈ ਫਿਊਚਰ ਹੈ। ਕਿਉਂਕਿ ਉਹਨਾਂ ਦੀ ਆਈਡੀਓਲੋਜੀ ਨਹੀਂ ਹੈ ਪਬਲਿਕ ਐਜੂਕੇਸ਼ਨ ਨੂੰ ਫੰਡ ਕਰਨ ਦੀ। ਪਬਲਿਕ ਐਜੂਕੇਸ਼ਨ ਦੇ ਉੱਤੇ ਕੱਟ ਉਹਨਾਂ ਨੇ ਲਾਏ ਆ, ਤੇ ਇਸ ਲਈ ਸਕੂਲ ਜਿਹੜੇ ਬਣਦੇ ਆ ਉਹ ਆਈਡੀਓਲੋਜੀ ਦੇ ਨਾਲ, ਕੱਲੀ ਆਈਡੀਓਲੋਜੀ ਨਾਲ ਵੀ ਨਹੀਂ, ਪੈਸਿਆਂ ਨਾਲ ਬਣਦੇ ਆ। ਉਹਨਾਂ ਨੂੰ ਫੰਡਿੰਗ ਦੇਣੀ ਪੈਂਦੀ। ਤੇ ਤੁਹਾਡੀ ਬਹੁਤ ਰਾਈਡਿੰਗ ਕਾਫੀ ਵੱਡੀ ਹੈ, ਪਰ ਇਹਦੇ ਵਿੱਚ ਜੇ ਮੈਂ ਨਾ ਤਿੰਨਾਂ ਕਮਿਊਨਿਟੀਆਂ ਦੀ ਗੱਲ ਕਰਾਂ ਆ, ਸਕਾਈ ਵਿਊ, ਸਿਟੀਸਕੇਪ ਤੇ ਰੈਡਸਟੋਨ ਤੇ ਕਾਰਨਰਸਟੋਨ ਵੀ ਆ ਗਿਆ, ਤੇ ਇਹਨਾਂ ਦੇ ਵਿੱਚ ਜਿਹੜੀ ਸਕੂਲਾਂ ਦੀ ਸਥਿਤੀ ਆ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਕੀ ਇਹਦੇ ਪਲਾਨ ਦੇ ਵਿੱਚ ਆ? ਤੁਸੀਂ ਇਹਨੂੰ ਬੜੇ ਨੇੜਿਓਂ ਦੇਖਦੇ ਹੋਣੇ ਐਜੂਕੇਸ਼ਨ ਪਲਾਨ ਨੂੰ, ਕਿਉਂਕਿ ਮਾਸਟਰ ਲੋਕ ਤੁਹਾਨੂੰ ਸਵਾਲ ਵੀ ਕਰਦੇ ਹੋਣੇ, ਤੁਹਾਨੂੰ ਦੱਸਣਾ ਵੀ ਪੈਣਾ ਹੈ। ਹਾਂਜੀ ਹਾਂਜੀ। ਤੇ ਕੀ ਮੌਜੂਦਾ ਸਥਿਤੀ ਕੀ ਹੈ ਸਕੂਲਾਂ? ਦੇਖੋ, ਮੌਜੂਦਾ ਸਥਿਤੀ ਇਹ ਹੈਗੀ ਹੈ ਜੀ ਕਿ ਇੱਥੇ ਇਹ ਜਿਹੜੀਆਂ ਕਮਿਊਨਿਟੀਜ਼ ਆ ਬਹੁਤ ਤੇਜ਼ੀ ਦੇ ਨਾਲ ਗਰੋ ਹੋਈਆਂ। ਕਾਰਨਰਸਟੋਨ ਦੀ ਜੇ ਮੈਂ ਖਾਸ ਤੌਰ ਤੇ ਗੱਲ ਕਰਾਂ ਤਾਂ ਕਾਰਨਰਸਟੋਨ ਜਿਹੜੀ ਆ ਉਹਨੇ ਆਉਣ ਵਾਲੇ ਫਿਊਚਰ ਦੇ ਵਿੱਚ ਕੈਲਗਰੀ ਦੀ ਸਭ ਤੋਂ ਵਨ ਆਫ ਦਾ ਬਿਗੇਸਟ ਕਮਿਊਨਿਟੀਜ਼ ਬਣ ਜਾਣਾ। ਤੇ ਇਸ ਲਈ ਇਹਨਾਂ ਕਮਿਊਨਿਟੀਜ਼ ਦੇ ਵਿੱਚ ਜਿਹੜੀਆਂ ਘਰ ਬਣ ਗਏ, ਸਾਰੀਆਂ ਚੀਜ਼ਾਂ ਜਿਹੜੀਆਂ ਮਤਲਬ ਉਹ ਚੱਲ ਪਈਆਂ, ਲੇਕਿਨ ਸਕੂਲ ਨਹੀਂ ਬਣੇ। ਔਰ ਦੂਸਰਾ ਇਹ ਹੈਗਾ ਕਿ ਜਿਹੜੇ ਸਕੂਲ ਜਿਨ੍ਹਾਂ 'ਚ ਬੱਚੇ ਜਾਂਦੇ ਆ ਉਹ ਬਹੁਤ ਦੂਰ ਹੈ, ਮਾਂ ਪਿਓ ਦਾ ਟਾਈਮ ਬਹੁਤ ਖਰਾਬ ਹੁੰਦਾ। ਅਗਲਾ ਜਿਹੜਾ ਪ੍ਰੋਬਲਮ ਇਹ ਹੈ ਕਿ ਮਾਂ ਪਿਓ ਰਿਲਾਈ ਕਰਦੇ ਆ ਸਕੂਲ ਟਰਾਂਸਪੋਰਟੇਸ਼ਨ ਦੇ ਉੱਤੇ, ਕਿ ਚਲੋ ਬੱਸ ਆਵੇ ਘਰੋਂ ਸਕੂਲ ਲੈ ਕੇ ਜਾਵੇ, ਥੋੜੀ ਸਿਰਦਰਦੀ ਘੱਟ ਹੋ ਜਾਂਦੀ ਹੈ। ਇੱਥੇ ਪ੍ਰੋਬਲਮ ਇਹ ਹੈਗੀ ਆ ਕਿ ਸਕੂਲ ਦੀਆਂ ਬੱਸਾਂ ਵੀ ਬਹੁਤ ਕੈਂਸਲ ਹੁੰਦੀਆਂ, ਬੱਸਾਂ ਵੀ ਬਹੁਤ ਲੇਟ ਹੁੰਦੀਆਂ, ਕੈਂਸਲ ਹੁੰਦੀਆਂ। ਪੇਰੈਂਟਸ ਨੂੰ ਆਪਣਾ ਕੰਮ ਛੱਡਣਾ ਪੈਂਦਾ, ਉਹਨਾਂ ਨੂੰ ਆਪਣੇ ਬੱਚੇ ਉੱਥੇ ਸਕੂਲ ਛੱਡ ਕੇ ਆਉਣੇ ਪੈਂਦੇ, ਫਿਰ ਲੈ ਕੇ ਆਉਣੇ ਪੈਂਦੇ ਆ। ਔਰ ਮਹਿੰਗਾਈ ਦਾ ਦੌਰ ਆਲਰੇਡੀ ਚੱਲ ਰਿਹਾ, ਆਲਰੇਡੀ ਬਹੁਤ ਚੀਜ਼ਾਂ ਮਹਿੰਗੀਆਂ, ਤੇਲ ਮਹਿੰਗਾ, ਹੋਰ ਸਾਰੀਆਂ ਚੀਜ਼ਾਂ ਮਹਿੰਗੀਆਂ, ਔਰ ਉਹਨਾਂ ਦੇ ਨਾਲ ਮਹਿੰਗਾਈ ਉਹਨਾਂ ਦੇ ਉੱਤੇ ਵੀ ਇੰਪੈਕਟ ਕਰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਇੰਟਰਲੇਟਡ ਸਕੂਲ, ਇਹੀ ਜੇ ਇੱਥੇ ਸਕੂਲ ਹੋਵੇ, ਇੱਕ ਤਾਂ ਬੱਚਿਆਂ ਨੂੰ ਸੇਫ ਸਕੂਲ ਮਿਲੇ ਨੇੜੇ ਉਹਨਾਂ ਦੇ ਘਰ ਦੇ, ਦੂਸਰਾ ਬੱਚਿਆਂ ਮਾਂ-ਬਾਪ ਦਾ ਕੰਮ ਘਟੇ, ਉਹਨਾਂ ਦੀ ਮਹਿੰਗਾਈ ਦੀ ਮਾਰ ਉਹਨਾਂ ਦੇ ਉੱਤੇ ਜਿਹੜੀ ਪੈ ਰਹੀ ਆ ਉਹ ਘਟੇ। ਸੋ ਜੇ ਇਹ ਗੱਲ ਹੈਗੀ ਆ ਕਿ ਹਰੇਕ ਦਰਵਾਜ਼ੇ ਦੇ ਉੱਤੇ ਸਾਨੂੰ ਇਹ ਸੁਣਨ ਨੂੰ ਮਿਲਦਾ, ਔਰ ਅਸੀਂ ਇਹ ਪ੍ਰੋਮਿਸ ਕਰ ਰਹੇ ਹਾਂ। ਆਲਰੇਡੀ ਸਾਡੇ ਲੀਡਰ ਰੇਚਲ ਨੌਟਲੀ ਨੇ ਸਕੂਲ ਕਮਿਟ ਕੀਤਾ ਹੋਇਆ। ਮੈਂ ਵੀ ਆਪਣੇ ਵੱਲੋਂ ਜਿੱਥੇ ਵੀ ਜਾਣਾ ਆਫੀਸ਼ੀਅਲੀ ਅਸੀਂ ਇਹ ਗੱਲ ਕਰਦੇ ਹਾਂ ਕਿ ਅਸੀਂ ਇਹ ਸਕੂਲ ਬਣਾਵਾਂਗੇ। ਤੇ ਕਿੰਨੇ ਸਕੂਲਾਂ ਦੀ ਮੌਜੂਦਾ ਸਥਿਤੀ ਕੀ ਹੈ ਇੱਥੋਂ ਦੀ? ਕਿੰਨੇ ਸਕੂਲ ਨੇ ਇਸ ਏਰੀਆ ਦੇ? ਇਸ ਏਰੀਆ ਦੇ ਵਿੱਚ 2 ਸਕੂਲ ਹੈ ਜੀ, ਦੋਨੋਂ ਸਕਾਈ ਵਿਊ ਦੇ ਵਿੱਚ, ਔਰ ਸਕਾਈ ਵਿਊ ਦੇ ਦੋਨੋਂ ਸਕੂਲ ਅਲਬਰਟਾ ਐਨਡੀਪੀ ਦੀ ਗਵਰਨਮੈਂਟ ਵੇਲੇ ਫੰਡ ਹੋਏ ਸੀ। ਔਰ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ, ਜਦੋਂ ਤੁਸੀਂ ਪੁੱਛਿਆ ਕਿ ਇਹਦਾ ਫਿਊਚਰ ਹੈ, ਉਹ ਗਵਰਨਮੈਂਟ ਦੀ ਆਈਡੀਓਲੋਜੀ ਤੇ ਡਿਪੈਂਡ ਕਰਦਾ। ਕਿਉਂ ਕਰਦਾ? ਕਿਉਂਕਿ ਜਦੋਂ ਐਨਡੀਪੀ ਦੀ ਗਵਰਨਮੈਂਟ ਸੀ, 4 ਸਾਲਾਂ ਦੇ ਵਿੱਚ 244 ਸਕੂਲ ਜਾਂ ਤਾਂ ਨਵੇਂ ਬਣਾਏ ਗਏ ਜਾਂ ਮਾਡਰਨਾਈਜ਼ ਕੀਤੇ ਗਏ, ਟੀਚਰ ਹੋਰ ਹਾਇਰ ਕੀਤੇ ਗਏ। ਜਿਹੜੇ ਪਫ ਫੰਡਿੰਗ ਬੱਚਿਆਂ ਨੂੰ ਮਿਲਦੀ ਹੈ, ਜਿਹੜੇ ਸਪੈਸ਼ਲੀ ਏਬਲ ਬੱਚੇ ਹੁੰਦੇ ਆ, ਉਹਨਾਂ ਨੂੰ ਫੰਡਿੰਗ ਜਿਹੜੀ ਮਿਲਦੀ ਆ ਉਹ
ਉਹਦੇ ਵਿੱਚ ਇਨਕਰੀਜ਼ ਹੋਇਆ ਔਰ ਇਨਫਲੇਸ਼ਨ ਦੇ ਨਾਲ ਇਨਕਰੀਜ਼ ਕੀਤੀ ਗਈ। ਜਿਵੇਂ ਜਿਵੇਂ ਇਨਫਲੇਸ਼ਨ ਵਧੀ ਉਹਦੇ ਨਾਲ ਫੰਡਿੰਗ ਦਿੱਤੀ ਗਈ, ਸਕੂਲ ਟਰਾਂਸਪੋਰਟੇਸ਼ਨ ਦੀ ਫੰਡਿੰਗ ਦਿੱਤੀ ਗਈ। ਇਸ਼ੂ ਆਇਆ ਸੀ ਸਕੂਲ ਟਰਾਂਸਪੋਰਟੇਸ਼ਨ ਦਾ, ਲੇਕਿਨ ਜਦੋਂ CBE ਦੇ ਨਾਲ ਗੱਲ ਕੀਤੀ, ਉਹਦਾ ਰਿਵਿਊ ਕੀਤਾ ਗਿਆ ਅਲਬਰਟਾ NDP ਵੱਲੋਂ, ਅਲਬਰਟਾ NDP ਗਵਰਨਮੈਂਟ ਵੱਲੋਂ ਕਿ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਕਿਉਂ ਨਹੀਂ ਬੱਚਿਆਂ ਨੂੰ ਸੇਫ ਟਰਾਂਸਪੋਰਟੇਸ਼ਨ ਦੇ ਸਕਦੇ। ਤਾਂ ਉਹਨਾਂ ਨੂੰ ਕਿਹਾ ਜੀ ਸਾਡਾ ਖਰਚਾ ਨਹੀਂ ਪੂਰਾ ਆਉਂਦਾ, ਸਾਡੇ ਇੰਨੇ ਪੈਸੇ ਲੱਗਦੇ ਆ। ਜਿੰਨੇ ਉਹਨਾਂ ਨੇ ਪੈਸੇ ਮੰਗੇ ਸਾਰੀ ਫੰਡਿੰਗ ਜਿਹੜੀ ਆ NDP ਨੇ ਉਹਨਾਂ ਨੂੰ ਦਿੱਤੀ ਕਿ ਤੁਸੀਂ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਔਰ ਆਪਦੇ ਵੱਲੋਂ ਜਿਹੜਾ NDP ਦਾ ਗਵਰਨਮੈਂਟ ਦਾ ਕੰਮ ਸੀ ਉਹ ਕੀਤਾ ਗਿਆ। ਇਹੀ ਜਦੋਂ ਤੁਸੀਂ UCP ਦੇ ਨਾਲ ਕੰਪੇਅਰ ਕਰੋ, ਇਹਨਾਂ 4 ਕਮਿਊਨਿਟੀਜ਼ ਦੇ ਵਿੱਚ ਬੇਸ਼ੱਕ UCP ਇਹ ਕਲੇਮ ਕਰਦੀ ਹੈ ਕਿ ਅਸੀਂ ਇਹ ਸਕੂਲ ਬਣਾਇਆ ਸਕਾਈ ਵਿਊ ਵਾਲਾ, ਦੋਨੋਂ ਸਕੂਲ NDP ਨੇ ਬਣਾਏ। ਇਹਨਾਂ 4 ਕਮਿਊਨਿਟੀ ਦੇ ਵਿੱਚ 0 ਸਕੂਲ ਬਣਾਇਆ UCP ਨੇ। ਤੇ ਹੁਣ ਤੁਸੀਂ ਕੀ ਲੋਕਾਂ ਦੇ ਨਾਲ ਕਮਿਟ ਕਰ ਰਹੇ ਹੋ ਵੀ ਇੱਕ ਸਕੂਲ ਲੈ ਕੇ ਆਉਂਗੇ ਜੇ ਤੁਹਾਡੀ ਗਵਰਨਮੈਂਟ ਆ ਜਾਂਦੀ ਹੈ ਜਾਂ ਤੁਸੀਂ ਗਵਰਨਮੈਂਟ ਦੇ ਵਿੱਚ ਆ ਜਾਂਦੇ ਹੋ, ਤੇ ਕੀ ਹੈ ਤੁਹਾਡਾ, ਕੀ ਤੁਸੀਂ ਕੀ ਫਿਊਚਰ ਦੇਖ ਰਹੇ ਹੋ ਇਹਦੇ ਵਿੱਚ? ਇਹਦੇ ਵਿੱਚ ਜੀ ਫਿਊਚਰ ਕਿੰਨੇ ਸਕੂਲਾਂ ਦੀ ਇੱਥੇ ਮਤਲਬ ਦੇਖੋ ਕਮਿਊਨਿਟੀਜ਼ ਜਿਹੜੀਆਂ ਮੈਂ ਦੱਸ ਰਿਹਾ ਕਿ ਸਾਰੀਆਂ ਹੀ ਗਰੋ ਕਰ ਰਹੀਆਂ, ਕਿ ਸਿਟੀਸਕੇਪ ਵੀ ਗਰੋ ਕਰ ਰਹੀ ਹੈ, ਰੈਡਸਟੋਨ ਵੀ ਗਰੋ ਕਰ ਰਹੀ ਹੈ, ਕਾਰਨਰਸਟੋਨ ਵੀ ਗਰੋ ਕਰ ਰਹੀ ਹੈ। ਔਰ ਜਿਹੜਾ ਕਾਰਨਰਸਟੋਨ ਦਾ ਸਕੂਲ ਆ ਉਹ ਆਲਰੇਡੀ ਕੈਪੀਟਲ ਪਲਾਨ ਦੇ ਵਿੱਚ ਸ਼ਾਮਲ ਹੈ। ਉਹਦਾ ਮੇਰਾ ਖਿਆਲ 2nd ਈਅਰ ਚੱਲ ਰਿਹਾ ਜੇ ਮੈਂ ਗਲਤ ਨਾ ਹੋਵਾਂ ਤਾਂ, ਲੇਕਿਨ ਉਹ ਹੈ ਜੇ ਫਸਟ ਵੀ ਹੋਵੇ ਤਾਂ। ਗੱਲ ਇਹ ਹੈ ਕਿ ਜਦੋਂ UCP ਵਾਲੇ ਇਹ ਗੱਲ ਕਰਦੇ ਆ ਕਿ ਜੀ ਇਹ ਤਾਂ ਕੈਪੀਟਲ ਪਲਾਨ 'ਚ ਨਹੀਂ ਹੈ, ਇਸ ਲਈ ਤੁਸੀਂ ਜਾ ਕੇ CBE ਵਾਲਿਆਂ ਨੂੰ ਕਹੋ ਕਿ ਕੈਪੀਟਲ ਪਲਾਨ 'ਚ ਪਾਓ। CBE ਵਾਲਿਆਂ ਨਾਲ ਗੱਲ ਕਰੋ। ਇੱਥੇ ਟਾਊਨ ਹਾਲ ਹੋਇਆ ਸੀਗਾ, ਉਹਦੇ ਵਿੱਚ ਪੇਰੈਂਟਸ ਲੋਕ ਇਸ ਕਮਿਊਨਿਟੀ ਦੇ ਸ਼ਾਮਲ ਸੀਗੇ। ਉਹਨਾਂ ਨੇ ਸਵਾਲ ਕੀਤਾ ਕਿ ਜੀ ਤੁਸੀਂ ਸਾਨੂੰ ਦੋਨੇ ਦੱਸੋ ਕਿ ਕਿੱਥੇ ਸਕੂਲ ਹੈ। ਉਹਨਾਂ ਨੇ ਮਤਲਬ ਪ੍ਰੋਵਿੰਸ ਜਿਹੜੀ ਆ ਉਹ CBE ਤੇ ਪਾ ਰਹੀ ਹੈ, CBE ਆਪਣਾ ਇੱਕ ਫਾਰਮੂਲਾ ਦੇ ਰਹੀ ਹੈ ਕਿ ਜੀ ਇਹ ਦੇਖੋ ਸਾਡਾ ਫਾਰਮੂਲਾ। ਇੱਕ ਇਹ ਸਾਨੂੰ ਸਿੰਪਲ ਦਿਖਾਓ ਵੀ ਇਹ ਜਿਹੜਾ CBE ਹੈ ਇਹ ਕੋਈ ਆਪਣੇ ਆਪ ਹੀ ਅਦਾਰਾ ਆ ਕੋਈ, ਜਾਂ ਇਹ ਵੀ ਕਿਸੇ ਗਵਰਨਮੈਂਟ ਦੇ ਅੰਡਰ ਹੀ ਚੱਲਦਾ ਹੈ? ਨਹੀਂ, ਇਹ ਆਪਣੇ ਆਪ ਦੇ ਵਿੱਚ ਇੱਕ ਸਕੂਲ ਬੋਰਡ ਹੈ ਜੀ। ਇਹ ਇੰਡੀਪੈਂਡੈਂਟ ਤੁਸੀਂ ਕਹਿ ਸਕਦੇ ਹੋ ਕਿ ਜਾਂ ਆਰਮ ਲੈਂਥ ਤੇ ਆਰਗੇਨਾਈਜੇਸ਼ਨ ਜਿਹੜੀ ਆਪਰੇਟ ਕਰਦੀ ਹੈ ਉਹ ਹੈ, ਜਿਹੜੀ ਕੈਲਗਰੀ ਦੇ ਜਿਹੜੇ ਪਬਲਿਕ ਸਕੂਲ ਆ ਉਹਨਾਂ ਦੀ ਮੈਨੇਜਮੈਂਟ ਕਰਦੀ। ਨਹੀਂ, ਤੁਸੀਂ ਹੁਣ ਕੱਲ ਨੂੰ ਕਹਿ ਰਹੇ ਹੋ ਵੀ ਅਸੀਂ ਸਕੂਲ ਲੈ ਆਵਾਂਗੇ, ਅਸੀਂ ਸਕੂਲ ਬਣਵਾ ਦਾਂਗੇ, ਤੇ MLA ਕੋਲ ਰਾਈਟਸ ਹੁੰਦੇ ਆ ਨਾ ਇਹ ਗੱਲ ਸਕੂਲ ਬਣਾਉਣਾ ਪ੍ਰੋਵਿੰਸ ਦਾ ਕੰਮ ਹੈ। ਪ੍ਰੋਵਿੰਸ ਦਾ ਕੰਮ ਹੈ। ਸਕੂਲ ਦੀ ਕੰਸਟਰਕਸ਼ਨ, ਸਕੂਲ ਦੇ ਪੈਸੇ ਦੇਣੇ, ਫੰਡਿੰਗ ਦੇਣੀ, ਉਹਨੂੰ ਬਣਾ ਕੇ ਦੇਣਾ, ਇਹ ਪ੍ਰੋਵਿੰਸ ਦਾ ਕੰਮ ਹੈ। ਇਹ ਉਹਨਾਂ ਨੇ ਕਰਨਾ, ਇਸ ਲਈ ਅਸੀਂ ਇਹ ਕਮਿਟ ਕਰ ਰਹੇ ਹਾਂ। ਤੇ ਇਹਦਾ ਮਤਲਬ ਜਿਹੜੇ ਪਹਿਲਾਂ ਵਾਲਿਆਂ ਨੇ ਕੋਈ ਕਮਿਟਮੈਂਟ ਕੀਤੀ ਵੀ ਸੀ, ਤੇ ਮੈਂ ਉਸ ਟਾਈਮ ਹੈਗਾ ਸੀ ਉਰੇ, ਤੇ ਮੈਂ ਸੁਣਿਆ ਵੀ ਹੈ ਕਿ ਉਦੋਂ ਵੀ ਇਹੀ ਮਸਲਾ ਸੀਗਾ ਇੱਥੇ, ਲੋਕ ਕਮਿਟ ਵੀ ਕੀਤਾ ਪਰ ਉਸ ਤੋਂ ਬਾਅਦ ਆਇਆ ਕੁਝ ਨਹੀਂ। ਉਹ ਇਸੇ ਕਰਕੇ ਕਿਉਂਕਿ ਜੀ ਉਹਨਾਂ ਦੀ ਮਤਲਬ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਮਕਸਦ ਹੀ ਹੈ ਕਿ ਉਹਨਾਂ ਦੀ ਆਈਡੀਓਲੋਜੀ ਹੈ ਕਿ ਪਬਲਿਕ ਐਜੂਕੇਸ਼ਨ ਦੇ ਉੱਤੇ ਜਿੰਨਾ ਕੱਟ ਲਾਇਆ ਜਾ ਸਕੇ ਉਹ ਲਾਉਣ। ਔਰ ਮੈਂ ਕੋਈ ਇੱਕ ਪਰਸਨ ਤੇ ਫਿੰਗਰ ਪੁਆਇੰਟ ਨਹੀਂ ਮੈਂ ਕਰਨਾ ਕਦੇ ਵੀ ਪਸੰਦ ਕਰਦਾ ਹੁੰਦਾ, ਲੇਕਿਨ ਮੈਂ ਦੱਸਣਾ ਚਾਹੁੰਦਾ ਇਨਫੋਰਮੇਸ਼ਨ ਦੇ ਲਈ ਕਿ ਜਿਹੜੇ ਸਾਡੇ ਏਰੀਏ ਦੇ MLA ਆ ਕੈਲਗਰੀ ਨਾਰਥ ਈਸਟ ਤੋਂ, ਉਸ ਵੇਲੇ ਕਮਿਊਨਿਟੀ ਐਂਡ ਸੋਸ਼ਲ ਸਰਵਿਸ ਦੇ ਮਿਨਿਸਟਰ ਸੀਗੇ। ਇਹਨਾਂ ਦੇ ਅੰਡਰ ਪਫ ਫੰਡਿੰਗ ਆਉਂਦੀ ਸੀ, ਜਿਹੜੀ ਸਪੈਸ਼ਲੀ ਏਬਲਡ ਬੱਚਿਆਂ ਨੂੰ ਫੰਡਿੰਗ ਮਿਲਦੀ ਆ। ਇਹਨਾਂ ਨੇ ਉਹਦੇ ਉੱਤੇ ਕੱਟ ਲਾਇਆ ਪਫ ਫੰਡਿੰਗ ਦੇ ਉੱਤੇ। ਇਹ ਸਾਡੇ ਆਪਣੇ MLA ਨੇ ਕੀਤਾ। ਸਕੂਲ ਜਿਹੜੇ ਬਣਾਉਣ ਦਾ ਕੰਮ ਹੈ, ਐਡਰੀਆਨਾ ਲੰਗਰਾਜ ਸਾਡੇ ਐਜੂਕੇਸ਼ਨ ਮਿਨਿਸਟਰ ਹੈ, ਉਹਨਾਂ ਨੇ ਇਸ ਕਮਿਊਨਿਟੀਜ਼ ਦੇ ਵਿੱਚ ਨਾਰਥ ਈਸਟ ਦੇ ਵਿੱਚ ਕੋਈ ਸਕੂਲ ਨਹੀਂ ਬਣਾਇਆ। ਇਹ ਮਤਲਬ ਮੈਂ ਕਦੇ ਆਮ ਲੋਕਾਂ ਦੀ ਤੁਸੀਂ ਮਤਲਬ ਪੋਲਿਟਿਕਸ ਅਸਾਈਡ ਤੁਸੀਂ ਆਮ ਲੋਕਾਂ ਨੂੰ ਹਰ ਇੱਕ ਲੈਵਲ ਆਫ ਗਵਰਨਮੈਂਟ ਦੇ ਕਿਸੇ ਅਹੁਦੇਦਾਰ ਦੇ ਨਾਲ ਉਹ ਗੱਲ ਕਰਦੇ ਆ, ਉਹ ਇਹ ਕਹਿੰਦੇ ਆ ਕਿ ਨਾਰਥ ਈਸਟ ਨੂੰ ਇਗਨੋਰ ਕੀਤਾ ਜਾਂਦਾ। ਇਹੀ ਚੀਜ਼ ਕਰਕੇ ਇਗਨੋਰ ਕੀਤਾ ਜਾਂਦਾ। ਤੁਸੀਂ ਮੈਂ ਡੋਰ ਨੌਕਿੰਗ ਕਰਦਾ ਜਦੋਂ ਲੋਕਾਂ ਨਾਲ ਮਿਲਦਾ, ਉਹ ਸਾਰੇ ਹੀ ਮੈਨੂੰ ਇਹ ਕਹਿੰਦੇ ਆ। ਉਹ ਇਹ ਨਹੀਂ ਕਹਿੰਦੇ ਕਿ ਇਕੱਲਾ ਇੱਥੇ ਸਕੂਲ ਹੈ ਨਹੀਂ, ਉਹ ਇਹ ਕਹਿੰਦੇ ਆ ਕਿ ਜੀ ਅਸੀਂ ਹੋਰ ਕਮਿਊਨਿਟੀਆਂ ਜਾਂਦੇ ਹਾਂ ਉੱਥੇ ਤਾਂ ਸਕੂਲ ਬਣ ਜਾਂਦੇ, ਇੱਥੇ ਕਿਉਂ ਨਹੀਂ ਬਣਦਾ। ਬੀਤੇ ਦਿਨ ਇੱਕ ਰੇਡੀਓ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਸਕੂਲ ਟਰਸਟੀ ਤੋਂ ਪਹਿਲਾ ਸਟੈਪ ਹੀ ਨਹੀਂ ਸਾਡਾ ਕਲੀਅਰ ਹੋਇਆ ਸਕੂਲ ਵਾਲਾ। ਇਹ ਕੀ ਮਸਲਾ ਹੈ? ਇਦਾਂ ਕਿਉਂ ਕਹਿਣਾ ਪਿਆ ਉਹਨਾਂ ਨੂੰ? ਹਾਂਜੀ, ਇਹਦੇ ਵਿੱਚ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ, ਉਹ ਵਾਰ-ਵਾਰ ਰੈਫਰ ਕਰ ਰਹੇ ਆ ਕੈਪੀਟਲ ਪਲਾਨ ਵੱਲ ਕਿ ਜੀ ਕੈਪੀਟਲ ਪਲਾਨ ਦੇ ਵਿੱਚ ਸਕੂਲ ਨਹੀਂ ਹੈ। ਚਲੋ ਕੈਪੀਟਲ ਪਲਾਨ 'ਚ ਅਸੀਂ ਮੰਨਦੇ ਹਾਂ ਕਿ ਸਕੂਲ ਨਹੀਂ ਹੈ ਜੀ, ਪਰ ਦੂਸਰੇ ਪਾਸੇ CBE ਨਾਲ ਜਦੋਂ ਗੱਲ ਕਰ ਲਈਏ ਤਾਂ CBE ਵਾਲੇ ਕਹਿੰਦੇ ਕਿ ਸਾਡਾ ਜੀ ਇਹ ਫਾਰਮੂਲਾ ਹੈ, ਕਿ ਉਹਨਾਂ ਨੇ ਆਪਣਾ ਫਾਰਮੂਲਾ ਬਣਾਇਆ ਹੋਇਆ ਕਿ ਜਦੋਂ ਇੰਨੀ ਪੋਪੂਲੇਸ਼ਨ ਹੋ ਜਾਂਦੀ ਹੈ ਅਸੀਂ ਐਲੀਮੈਂਟਰੀ ਸਕੂਲ ਲੈ ਕੇ ਆਉਣੇ, ਇੰਨੀ ਪੋਪੂਲੇਸ਼ਨ ਤੇ ਹਾਈ ਸਕੂਲ ਆਉਂਦਾ, ਇੰਨੀ ਪੋਪੂਲੇਸ਼ਨ ਤੇ ਦੂਸਰੇ ਜਿਹੜੇ ਵੀ ਸਕੂਲ ਬਣਦੇ ਆ ਉਹ ਬਣਦੇ ਆ। ਹੁਣ ਪ੍ਰੋਬਲਮ ਇਹ ਹੈ ਕਿ ਜਿਹੜਾ ਫਾਰਮੂਲਾ ਲੋਕਾਂ ਦੀ ਜ਼ਰੂਰਤ ਨਹੀਂ ਪੂਰੀ ਕਰ ਰਿਹਾ, ਤੁਸੀਂ ਉਹ ਫਾਰਮੂਲਾ ਬਦਲੋ। ਤੁਸੀਂ ਲੋਕਾਂ ਨੂੰ ਇਹ ਕਿਉਂ ਕਹਿ ਰਹੇ ਆ ਕਿ ਨਹੀਂ ਜੀ ਹਜੇ ਤਾਂ ਸਕੂਲ ਨਹੀਂ ਬਣ ਸਕਦਾ? ਫਿਰ ਇੱਥੇ ਕੁਝ ਚਲੋ MLAs ਤੋਂ ਬਿਨਾ ਵੀ, ਪਾਰਟੀਆਂ ਤੋਂ ਬਿਨਾ ਵੀ ਤੁਸੀਂ ਇਸ ਦੇ ਉੱਪਰ ਕੀ ਸਲਾਹ ਦੇਣਾ ਚਾਹੁੰਦੇ ਹੋ ਵੀ ਇਹਦੇ 'ਚ ਕੀ ਹੋ ਸਕਦਾ ਸੀ? ਇਹਦੇ 'ਚ ਇਹ ਹੋ ਸਕਦਾ ਜੀ ਕਿ ਹਰੇਕ ਲੈਵਲ ਆਫ ਗਵਰਨਮੈਂਟ ਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ। ਜੇ ਮਤਲਬ ਪ੍ਰੋਵਿੰਸ ਚਾਹਵੇ, ਮਤਲਬ ਜੇ ਕੋਈ MLA ਚਾਹਵੇ, ਉਹ ਕਵੇ ਮਤਲਬ CBE ਨੂੰ ਪ੍ਰੈਸ਼ਰ ਪਾਵੇ ਕਿ ਜੀ ਦੇਖੋ ਸਾਡੀ ਕਮਿਊਨਿਟੀ ਦੀ ਇਹ ਨੀਡ ਹੈ, ਤੁਹਾਡਾ ਫਾਰਮੂਲਾ ਜੇ ਤੁਸੀਂ ਬਦਲ ਸਕਦੇ ਹੋ ਫਾਰਮੂਲਾ ਬਦਲੋ। ਅਸੀਂ ਉੱਥੇ ਜਦੋਂ ਮੈਂ ਵੀ ਉੱਥੇ ਗਿਆ ਸੀ ਔਰ ਸਾਡੇ MLA ਇਰਫਾਨ ਸਾਬਰ, ਅਸੀਂ ਦੋਨੋਂ ਉੱਥੇ ਗਏ ਸੀ, ਜਿਹੜਾ ਇੱਥੇ ਟਾਊਨ ਹਾਲ ਦੀ ਮੈਂ ਗੱਲ ਕਰ ਰਿਹਾ ਸੀ, ਔਰ MLA ਇਰਫਾਨ ਸਾਬਰ ਨੇ ਉੱਥੇ ਖੜ ਕੇ ਗੱਲ ਕਹੀ ਸੀ ਕਿ ਜੀ ਜੇ ਤੁਹਾਡਾ ਫਾਰਮੂਲਾ ਲੋਕਾਂ ਦੀ ਨੀਡ ਨਹੀਂ ਪੂਰੀ ਕਰ ਰਿਹਾ ਤਾਂ ਫਾਰਮੂਲਾ ਬਦਲੋ। ਤੁਸੀਂ ਸਾਨੂੰ ਇਹ ਨਾ ਕਹੋ ਕਿ ਫਾਰਮੂਲਾ ਠੀਕ ਹੈ ਤੇ ਇਸ ਲਈ ਔਰ ਇਹ ਇਕੱਲਾ ਉਹ ਨਹੀਂ ਕਹਿ ਰਹੇ, ਹੋਰ ਵੀ ਮੈਂ ਇੱਥੇ ਦੇਖਿਆ ਕਈ ਲੋਕ
ਉਹ ਵੀ ਇਹ ਲੋਕਾਂ ਦੇ ਵਿੱਚ ਕਹਿ ਰਿਹਾ ਕਿ ਜੀ ਇੱਥੇ ਤਾਂ 7 ਸਾਲ ਸਕੂਲ ਨਹੀਂ ਬਣਨਾ, ਇੱਥੇ ਤਾਂ 5 ਸਾਲ ਸਕੂਲ ਨਹੀਂ ਬਣਨਾ। ਇਹ ਕਿਹੜੀ ਕੰਧ ਤੇ ਲਿਖਿਆ ਜੀ, ਕਿੱਥੇ ਲਿਖਿਆ ਕਿ 5 ਸਾਲ ਸਕੂਲ ਨਹੀਂ ਬਣਨਾ? ਉਹਨਾਂ ਦੇ ਪਲਾਨ ਦੇ ਅਕੋਰਡਿੰਗ ਜਿਹੜੇ ਹਿਸਾਬ ਨਾਲ ਬਣ ਰਹੇ ਆ ਉਸ ਹਿਸਾਬ ਨਾਲ ਉਹ ਕਹਿੰਦੇ ਆ। ਇਹ ਤਾਂ ਮੈਂ ਵੀ ਸੁਣਿਆ ਵੀ ਇੰਨਾ ਟਾਈਮ ਮਤਲਬ ਅਜੇ ਨਹੀਂ ਬਣਨਾ, ਤੇ ਹੋ ਸਕਦਾ ਇਹ ਸਾਰੀਆਂ ਗੱਲਾਂ ਹੀ ਆ, ਇਹ ਅਫਵਾਹਾਂ ਹੈ। ਅੱਛਾ, ਇਹ ਅਫਵਾਹਾਂ ਹੁਣ ਮੰਨ ਲਓ ਜੇ ਮਾਰਚ 6 ਮਹੀਨਿਆਂ ਬਾਅਦ ਤੁਹਾਡੀ ਸਰਕਾਰ ਆ ਜਾਂਦੀ ਆ, ਤੁਸੀਂ ਮਤਲਬ ਫਿਰ ਕਿੱਦਾਂ ਇਹਦਾ ਕੈਪੀਟਲ ਪਲਾਨ ਮਾਰਚ ਦੇ ਵਿੱਚ ਦੁਬਾਰਾ ਰਿਵਿਊ ਹੋਣਾ, ਜਿਹੜਾ CBE ਦਾ ਹਾਈਲੀ ਲਾਈਕਲੀ ਆ। ਮੈਂ ਕੋਈ ਮਤਲਬ ਮੈਂ ਦੇਖਿਆ ਨਹੀਂ, ਮੈਨੂੰ ਕੋਈ ਉਹ ਨਹੀਂ ਹੈ, ਮੈਂ ਤੁਹਾਨੂੰ ਦੱਸ ਰਿਹਾ ਕਿ ਹਾਈਲੀ ਲਾਈਕਲੀ ਹੈ ਕਿ ਇਹਨਾਂ ਕਮਿਊਨਿਟੀਜ਼ ਦੇ ਵਿੱਚ ਸਕੂਲ ਆ ਜਿਹੜਾ ਕੈਪੀਟਲ ਪਲਾਨ ਦੇ ਵਿੱਚ ਆ ਜਾਣਾ, ਕਿਉਂਕਿ ਇੱਥੇ ਆਬਾਦੀ ਵੱਧ ਚੁੱਕੀ ਹੈ। ਉਹਨਾਂ ਦੇ ਫਾਰਮੂਲੇ ਦੇ ਹਿਸਾਬ ਦੇ ਨਾਲ ਵੀ ਇੱਥੇ ਸਕੂਲ ਬਣਦਾ। ਤੇ ਕਿਉਂਕਿ ਜਿਹੜਾ ਉਹ ਫਾਰਮੂਲਾ ਯੂਜ਼ ਕਰ ਰਿਹਾ ਕਿ ਪਾਪੂਲੇਸ਼ਨ ਕੈਲਕੂਲੇਟ ਕਰਨ ਲਈ, ਉਹ ਪਿਛਲੇ ਸਾਲਾਂ ਦਾ ਯੂਜ਼ ਕਰ ਰਹੇ ਆ। ਪਾਪੂਲੇਸ਼ਨ ਚੇਂਜ ਹੋ ਗਈ ਹੈ ਓਵਰ ਦਾ ਈਅਰਸ, ਤਾਂ ਹੀ ਮੈਂ ਕਿਹਾ ਸੀ ਕਿ ਬਹੁਤ ਜ਼ਿਆਦਾ ਗਰੋ ਕਰ ਗਈ ਹੈ। ਇੱਕ ਜਿਹੜਾ ਪ੍ਰਾਈਵੇਟ ਫੰਡਾ ਹੈ, ਇਹ ਕੀ ਹੈ? ਪ੍ਰਾਈਵੇਟ ਸਕੂਲ ਲੈ ਆਓ ਵੀ, ਜਾਂ ਜੇ ਅਸੀਂ ਸਾਡੇ ਪਬਲਿਕ ਸਕੂਲ ਵਾਲੇ ਪਾਸਿਓਂ ਹੱਥ ਖੜੇ ਹੋ ਗਏ ਤੇ ਫਿਰ ਅਸੀਂ ਮਤਲਬ ਵੀ ਪ੍ਰਾਈਵੇਟ ਦੀ ਮੈਂ ਗੱਲ ਸੁਣੀ ਆ, ਇੱਥੋਂ ਦੇ MLA ਨੇ ਗੱਲ ਹੈ ਜੀ ਕਿ ਜਿਹੜੇ ਅਸੀਂ ਟਰਾਈ ਕਰਦੇ ਹਾਂ ਕਿ ਪ੍ਰਾਈਵੇਟ ਲੈ ਆਈ। ਹਾਂਜੀ, ਇਹ ਪਿਛਲੇ 1.5-2 ਸਾਲ ਤੋਂ ਲੋਕਾਂ ਨੂੰ ਇਹ ਕਹਿ ਰਿਹਾ ਕਿ ਜੀ ਜੇ ਪਬਲਿਕ ਤੋਂ ਨਹੀਂ ਬਣ ਰਿਹਾ ਪ੍ਰਾਈਵੇਟ ਬਣਾ ਲਈਏ, ਪਬਲਿਕ ਤੋਂ ਨਹੀਂ ਬਣ ਰਿਹਾ ਪ੍ਰਾਈਵੇਟ ਬਣਾ ਲਈਏ। ਅਸੀਂ ਜ਼ਮੀਨ ਲੱਭ ਰਹੇ ਹਾਂ। ਦੇਖੋ ਜੀ, ਆਪਾਂ 5 ਮਿੰਟਾਂ 'ਚ 10 ਮਿੰਟਾਂ ਦੇ ਵਿੱਚ ਸਾਰਾ ਨਾਰਥ ਈਸਟ ਦੀਆਂ ਕਮਿਊਨਿਟੀਆਂ ਘੱਟੋ ਘੱਟ ਇਹ ਤਾਂ ਪਤਾ ਕਰ ਸਕਦੇ ਆ ਨਾ ਕਿ ਸਕੂਲ ਦੀ ਥਾਂ ਕਿੱਥੇ ਆ। ਇਹ ਕੋਈ ਬੜਾ ਵੱਡਾ ਫਾਰਮੂਲਾ ਤਾਂ ਲਾਉਣ ਦੀ ਲੋੜ ਹੀ ਨਹੀਂ ਹੈ। ਪਿਛਲੇ 2 ਸਾਲਾਂ 'ਚ ਜ਼ਮੀਨ ਹੀ ਨਹੀਂ ਲੱਭੀ, ਬਿਨਾਂ GPS ਤੋਂ ਮੈਂ ਪਹੁੰਚ ਗਿਆ ਇੱਥੇ, ਬਿਨਾਂ ਪਹੁੰਚ ਗਏ ਤੇ ਪਿਛਲੇ 2 ਸਾਲਾਂ 'ਚ ਜ਼ਮੀਨ ਹੀ ਨਹੀਂ ਲੱਭੀ। ਇਹ ਕਿਵੇਂ ਹੋ ਸਕਦਾ? ਇਹ ਸਾਰੇ ਜਿਹੜੀਆਂ ਨਾ, ਇਹ ਤਾਂ ਐਵੇਂ ਮਤਲਬ ਲੋਕਾਂ ਨੂੰ ਇੱਧਰ ਉੱਧਰ ਦੀਆਂ ਗੱਲਾਂ ਕਰਨ ਲਈ ਕਿ ਸਾਡੇ ਤੋਂ ਸਕੂਲ ਨਹੀਂ ਬਣ ਰਿਹਾ, ਇਹ ਤਾਂ ਹੁਣ ਕਹਿ ਨਹੀਂ ਸਕਦੇ। ਇਸ ਲਈ ਉਹਦਾ ਕੋਈ ਹੁਣ ਅਲਟਰਨੇਟਿਵ ਗੱਲਾਂ ਤਾਂ ਕਰਨੀਆਂ ਹੀ ਨਹੀਂ। ਉਹ ਗੱਲਾਂ ਮੈਂ ਇਸ ਗੱਲ ਤੇ ਤਾਂ ਗੱਲ ਕਰ ਰਿਹਾ ਵੀ ਇਹ ਜਿਹੜੀ ਤੁਸੀਂ ਗੱਲ ਆਈਡੀਓਲੋਜੀ ਦੀ ਕੀਤੀ ਹੈ ਨਾ, ਕਿ ਇਹ ਉਸੇ ਗੱਲ ਦੇ ਵਿੱਚੋਂ ਨਿਕਲ ਕੇ ਆ ਰਹੀ ਹੈ ਵੀ ਇਹਨੂੰ ਇੰਨਾ ਕੁ ਡਿਲੇ ਕਰ ਦਈਏ, ਬਾਅਦ 'ਚ ਮਤਲਬ ਲੋਕ ਆਖ ਕਹਿਣਗੇ ਯਾਰ ਪ੍ਰਾਈਵੇਟ ਹੀ ਬਣਾ ਦਿਓ। ਨਹੀਂ, ਲੋਕਾਂ ਨੇ ਤਾਂ ਜੀ ਉੱਥੋਂ ਤੱਕ ਇਹ ਵੀ ਆਖਿਆ ਸੀ ਕਿ ਅਸੀਂ ਪੱਲਿਓਂ ਵੀ ਪੈਸੇ ਦਿੰਦੇ ਹਾਂ ਕਿ ਤੁਸੀਂ ਸਕੂਲ ਬਣਾਓ, ਅਸੀਂ ਫੰਡ ਰੇਜ਼ਿੰਗ ਕਰਨ ਨੂੰ ਤਿਆਰ ਹਾਂ। ਉੱਥੇ ਲੋਕਾਂ ਨੇ ਆਖਿਆ ਸੀ, ਲੇਕਿਨ ਉੱਥੇ ਫਿਰ ਨਾਰਥ ਈਸਟ ਦੇ MLA ਨੇ ਇਹ ਆਖਿਆ ਕਿ ਜੀ ਤੁਸੀਂ ਫਿਕਰ ਨਾ ਕਰਿਆ ਕਰੋ, ਜਿਹੜੇ ਬੱਚੇ ਨੇ ਪੜ੍ਹਨਾ ਹੁੰਦਾ ਉਹ ਵੈਸੇ ਵੀ ਪੜ੍ਹ ਜਾਂਦੇ ਆ। ਵੈਸੇ ਮਤਲਬ ਕਿ ਪਤਾ ਨਹੀਂ ਉਹਨੂੰ ਉਹੀ ਦੱਸ ਨਹੀਂ, ਹੁਣ ਮੰਦਰ ਮਸੀਤਾਂ ਵਾਲਾ ਤਾਂ ਕੰਮ ਗਿਆ ਨਾ। ਇਹ ਤਾਂ ਉਹੀ ਬਿਆਨ, ਜਿਨ੍ਹਾਂ ਦਾ ਬਿਆਨ ਹੈ ਉਹੀ ਦੱਸ ਸਕਦੇ ਨਾ ਕਿ ਵੈਸੇ ਹੁਣ ਅਕਸਰ ਹੁਣ ਇੱਥੇ ਬਰਫ਼ 'ਚ ਬਹਿ ਕੇ ਤਾਂ ਪੜ੍ਹ ਨਹੀਂ ਸਕਦੇ, ਸਕੂਲ ਦੀ ਬਿਲਡਿੰਗ, ਟੀਚਰ, ਸਾਰੀਆਂ ਚੀਜ਼ਾਂ ਚਾਹੀਦੀਆਂ। ਸੋ ਇਸ ਲਈ ਇਹ ਤਾਂ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਸਾਰੀ ਨੀਤ ਦੀ ਗੱਲ ਹੈ ਕਿ ਇਹ ਮਾੜਾ ਟਾਈਮ ਸੀ ਜਦੋਂ NDP ਦੀ ਗਵਰਨਮੈਂਟ ਸੀ। ਮਤਲਬ ਆਪਾਂ ਤੇਲ ਦੀ ਜਿਹੜੀ $20 ਤੇ ਤੇਲ ਟ੍ਰੇਡ ਕਰ ਰਿਹਾ ਸੀ, ਸਰਕਾਰ ਘਾਟੇ ਚੱਲ ਰਹੀ ਸੀ, ਇਹ ਰੌਲਾ ਵੀ ਪਾਉਂਦੇ ਸੀ ਕਿ ਜੀ ਬਜਟ ਘਾਟੇ 'ਚ ਆ, ਬਜਟ ਘਾਟੇ 'ਚ ਆ। ਉਹਦੇ ਬਾਵਜੂਦ NDP 244 ਸਕੂਲ 4 ਸਾਲਾਂ 'ਚ ਮਾਡਰਨਾਈਜ਼ ਕਰ ਸਕਦੀ ਆ, ਬਣਾ ਸਕਦੀ ਆ। ਇਹਨਾਂ ਕੋਲ ਤਾਂ $11 ਬਿਲੀਅਨ ਆ। ਉਹਨੂੰ ਇੱਕ ਸਕੂਲ ਤਾਂ ਬਣਾਉਣਾ, $11 ਬਿਲੀਅਨ ਤਾਂ ਕਿੰਨੇ ਸਕੂਲ ਬਣ ਸਕਦੇ ਆ? ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਮਤਲਬ ਇਸ ਸਰਕਾਰ ਨੇ ਕਿੰਨੇ ਸਕੂਲ ਬਣਾਇਆ ਹੁਣ ਤੱਕ ਓਵਰਆਲ? ਪੂਰੇ ਅਲਬਰਟਾ ਦੀ ਗਿਣਤੀ ਮੇਰੇ ਦਿਮਾਗ 'ਚ ਨਹੀਂ ਹੈ, ਲੇਕਿਨ ਕੈਲਗਰੀ ਦੇ ਵਿੱਚ ਪਿਛਲੇ 2020 ਦੇ ਟਾਈਮ 'ਚ ਤਾਂ ਕੋਈ ਵੀ ਸਕੂਲ ਨਹੀਂ ਸੀ, ਪਿਛਲੇ 'ਚ 2 ਜਾਂ 3 ਸੀ ਮੇਰਾ ਖਿਆਲ। ਪਰ ਪੂਰੀ ਕੈਲਗਰੀ ਦੇਖੋ ਬੱਚਿਆਂ ਦੀ ਪਾਪੂਲੇਸ਼ਨ ਕਿੰਨੀ ਗਰੋਥ ਹੋਈ ਹੈ, ਤੇ 2-3 ਸਕੂਲ 4 ਸਕੂਲ ਕੀ ਹੁੰਦੇ ਆ। ਪਰ ਤੁਸੀਂ ਕਮਿਟ ਕਰਦੇ ਹੋ ਇਹ ਬਿਲਕੁਲ ਅਸੀਂ NDP ਦੇ ਆਫੀਸ਼ੀਅਲੀ ਆਪਣਾ ਗ੍ਰਾਫਿਕਸ ਬਣਾ ਕੇ ਗਰੁੱਪਾਂ ਦੇ ਵਿੱਚ ਮੈਂ ਸਾਰੇ ਕਿਤੇ ਭੇਜ ਚੁੱਕਿਆ। ਰੇਚਲ ਨੌਟਲੀ ਨੇ ਸਾਡੇ ਕਨਵੈਨਸ਼ਨ ਦੇ ਉੱਤੇ ਪੂਰੀ ਨਾਰਥ ਈਸਟ ਕਮਿਊਨਿਟੀਜ਼ ਦੇ ਵੀ ਆਪਣੇ ਉਦੋਂ ਉੱਥੇ ਲੋਕ ਗਏ ਹੋਏ ਸੀਗੇ ਕਨਵੈਨਸ਼ਨ ਦੇ ਟਾਈਮ, ਔਰ ਉਹਨਾਂ ਨੇ ਬਕਾਇਦਾ ਇਹ ਦੱਸ ਕੇ ਕਿ ਗੁਰਿੰਦਰ ਨੇ ਮੈਨੂੰ ਇਹ ਦੱਸਿਆ ਤੇ ਅਸੀਂ ਆਲਰੇਡੀ ਕਮਿਟ ਕਰ ਰਹੇ ਹਾਂ ਸਕੂਲ। 3 ਸਕੂਲਾਂ ਦਾ ਉਹਨਾਂ ਨੇ ਨਾਮ ਲਿਆ ਸੀ, ਇੱਕ ਐਡਮਿੰਟਨ ਸੀ, ਇੱਕ ਇੱਥੇ ਸੀ। ਕਮਿਟ ਕਰਨਾ ਤੇ ਅਨਾਉਂਸ ਕਰ ਦੇਣਾ ਤੇ ਤੁਹਾਡੇ ਵਾਲਾ ਇਹ ਕੰਮ ਤਾਂ ਨਹੀਂ ਹੋਗਾ ਜਿੱਦਾਂ ਪਿਛਲੀ ਵਾਰੀ ਹੋਇਆ ਵੀ ਅਸੀਂ ਅਪਰੂਵ ਕਰ ਗਏ ਜੀ ਬਣੂ ਜਾ ਕੇ ਫਿਰ ਕਿਤੇ ਫਿਰ ਗਾਹਾਂ 4 ਸਾਲਾਂ ਦੀ ਗੱਲ ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਰਿਕਾਰਡ ਬਣ ਵੀ ਜਾਊਗਾ। ਇਹ 4 ਸਾਲਾਂ ਦਾ ਰਿਕਾਰਡ ਤੁਸੀਂ ਕੰਪੇਅਰ ਕਰ ਲਓ ਨਾ, ਤੁਸੀਂ ਮੇਰੀਆਂ ਗੱਲਾਂ ਤੇ ਜਮਾਂ ਯਕੀਨ ਨਾ ਕਰੋ। ਮੈਂ ਹਮੇਸ਼ਾ ਡੋਰ ਤੇ ਵੀ ਜਦੋਂ ਲੋਕਾਂ ਨੂੰ ਕਹਿੰਦਾ ਕਿ ਤੁਸੀਂ ਮੇਰੀ ਗੱਲ ਤੇ, ਮੈਂ ਹੋ ਸਕਦਾ ਜੀ ਤੁਹਾਡੀ ਵੋਟ ਲੈਣ ਲਈ ਕਹਿੰਦਾ ਹਾਂ ਕਿ ਤੁਸੀਂ ਮੇਰੀ ਗੱਲ ਤੇ ਨਾ ਯਕੀਨ ਕਰੋ, ਤੁਸੀਂ ਮੈਨੂੰ ਪਾਸੇ ਰੱਖ ਦਿਓ। ਤੁਸੀਂ ਪਿਛਲੀਆਂ 2 ਗਵਰਨਮੈਂਟ ਦਾ ਰਿਕਾਰਡ ਜਿਹੜਾ ਉਹ ਤੁਸੀਂ ਚੱਕ ਕੇ ਬਰਾਬਰ ਰੱਖ ਲਓ, ਫਿਰ ਤੁਸੀਂ ਵਿਸ਼ਵਾਸ ਕਰ ਲਓ। ਤੁਸੀਂ ਇਹ ਦੇਖ ਲਓ ਕਿ UCP ਨੇ 4 ਸਾਲਾਂ 'ਚ ਕਿੰਨੇ ਸਕੂਲ ਬਣਾਏ, ਤੁਸੀਂ ਦੇਖ ਲਓ NDP ਨੇ ਕਿੰਨੇ ਸਕੂਲ ਬਣਾਏ, ਜਿਹਦੇ ਤੇ ਤੁਹਾਨੂੰ ਲੱਗਦਾ ਕਿ ਰੇਚਲ ਨੌਟਲੀ ਤੁਹਾਡੇ ਲਈ ਸਕੂਲ ਬਣਾ ਸਕਦੇ ਆ, ਕਿ ਡੈਨੀਅਲ ਸਮਿਥ ਤੁਹਾਡੇ ਲਈ ਸਕੂਲ ਬਣਾ ਸਕਦੇ ਆ। ਤੁਸੀਂ ਉਹਨਾਂ ਦੀਆਂ, ਮੈਂ ਕਹਿੰਦਾ ਰੇਚਲ ਤੇ ਡੈਨੀਅਲ ਦੀਆਂ ਗੱਲਾਂ ਤੇ ਵੀ ਯਕੀਨ ਨਾ ਕਰੋ, ਤੁਸੀਂ ਉਹਨਾਂ ਦੇ ਕੰਮ ਵੱਲ ਦੇਖ ਲਓ ਕਿ ਤੁਸੀਂ ਰੇਚਲ ਨੇ ਕਿੰਨੇ ਸਕੂਲ ਬਣਾਏ, ਰੇਚਲ ਨੌਟਲੀ ਨੇ 4 ਸਾਲ 'ਚ, ਤੁਸੀਂ ਡੈਨੀਅਲ ਸਮਿਥ ਨੇ ਕਿੰਨੇ 4 ਸਾਲਾਂ ਪਿਛਲੇ ਟਾਈਮ 'ਚ, ਜਾਂ UCP ਦੀ ਗਵਰਨਮੈਂਟ ਨੇ ਕਿੰਨੇ 4 ਸਾਲਾਂ 'ਚ ਸਕੂਲ ਬਣਾਏ, ਉਹ ਕੰਪੇਅਰ ਕਰ ਲਓ, ਤੁਸੀਂ ਉਸ ਤੋਂ ਬਾਅਦ ਫੈਸਲਾ ਕਰ ਲਿਓ। ਥੈਂਕ ਯੂ ਸੋ ਮਚ ਬਾਈ ਜੀ, ਤੇ ਉਮੀਦ ਕਰਦੇ ਹਾਂ ਅਸੀਂ ਸਾਡੀ ਐਜੂਕੇਸ਼ਨ ਦਾ ਫਿਊਚਰ ਜਿਹੜਾ ਆ ਚੰਗਾ ਹੋਵੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। Right. So thank you so much for inviting me here today to talk about the capital planning process. I really do appreciate this opportunity to be able to provide some clarity to the residents of Ward 5 around how the capital planning process works, because I know there's always great interest in having new schools built and how that happens. And certainly all of our new communities are looking forward to having schools built for their students.
I'll back up the conversation a little bit to start with to say that school boards from across the province, including the Calgary Board of Education, provide a capital plan request to the province of Alberta. And the information that is provided to the province is the information that they use in order to determine where they will build new schools. So to give a little bit of context, the province of Alberta would receive approximately 400 requests for building projects, either replacement schools, major modernizations, or new school requests. And so they take a look at all of those requests and then determine where the new schools will be built. But the information that's important and probably of most interest to our communities in Calgary is how does a new school get on the capital plan to begin with? And so at the Calgary Board of Education, we have it's very transparent, fair, data-based decision-making process that determines what schools will land on the capital plan. And so we consider a number of different factors. So it includes site availability. So is there a site, is there a location available in the community that is ready for construction? So not only is it available, but does it have all of the utilities? Does it have power, water, sewer, gas? Are all of the roadways leading in and out of that community fully developed? So that's one of the factors that must be considered. There's also current enrollment. So how many students from that community are currently enrolled in Calgary Board of Education schools? We also look at the City of Calgary 5-year projections for population growth. So what do we expect the community to expand by? What is the population of the City of Calgary going to look like? We also include information about room in existing schools. So do we have school sites where we have room in those schools to welcome new students into class? And so, of course, as taxpayers, we all need to, we all have a desire for all of our resources to be used effectively and to be used wisely. And that includes the use of our buildings. And so if we have space in buildings, we do need to use that space. And we also consider travel time as well. So this is a very short list of the items that we consider, but it's some of them. And so travel time, we like to see, especially with our youngest students, have their travel time to and from school be shorter. And then certainly our students in middle school, junior high school, and high school, they're at maturity level where they can travel a little bit further. So those are just some of the data points that we use in order to determine whether a school will land on the capital plan. And what's important about that is that is the criteria that is used for every community across the city. So every community, no matter where your family lives, are treated fairly, and we use the same criteria for every neighborhood. So what is the status of the new schools in the Skyview Cityscape right now? Yeah, so based on the criteria that I just shared with you, in fact, Saddle Ridge, Redstone, and Cityscape all are within the top 10 ranked communities for new schools. So that's good news for families in Ward 5 because those 3 communities are currently ranked in the top 10 of communities where we know we need new schools. And currently, on our current capital plan, we have two new school requests, and in all of the CBE, only 2 new school requests. Both of those are in Northeast Calgary. So we're requesting a high school in Cornerstone, and we're requesting a middle school for Saddle Ridge. Okay. So what do you think is the lack of education budget is the main reason for the delaying in the schools? So the funding that school boards receive to operate schools, so to deliver education to students, is separate from capital funding. So of course, school boards always, and certainly the Calgary Board of Education, would like to see an increase in our base funding so that we have additional funding to be able to support students learning in schools. However, the capital announcements made by the province are separate. So it's not part of the funding that we receive to deliver education to students. Capital funding is a separate fund from the government. So, and my one more question.
questions. Minister Yeah. Rajan Sani has said in the last time in the interview that the first step was taken by the school trustee by working in the second step. But do you anything to Yes. say about it? So she's correct. So again, like I said at the beginning, school boards submit a capital plan, and so Calgary Board of Education does that. We submit a capital plan, and again, the province then uses that information to make capital announcements, right? So they then make the decisions on what schools they're going to build or what schools are going to get a major modernization. So I think So in terms of what I do as your trustee and what the Calgary Board of Education trustees do is when those schools are on the capital plan, we then advocate to our MLAs to encourage their government to provide funding for those schools. okay. So as a school trustee, what action are being taken to speed up the process Yes. of establishing these schools? Again, so when the schools are on the capital plan, we are actively advocating with our MLAs to draw attention to the needs of our communities and the needs of our students in schools, and then hope that they will, and we ask them to help advance those announcements that will see the Calgary Board of Education receiving announcements for new school construction. Thank you. Thank you. Ma'am. Thank You're you very much. welcome. Yeah, you're welcome. ਜਿਨ੍ਹਾਂ ਸਕੂਲਾਂ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਕਮਿਊਨਿਟੀਆਂ ਦੇ ਵਿੱਚੋਂ ਐਮਐਲਏ ਸਾਡੇ ਨਾਲ ਰਾਜਨ ਸਾਨੀ ਜੀ ਮਿਨਿਸਟਰ ਵੀ ਨੇ, ਉਹਨਾਂ ਤੋਂ ਅਸੀਂ ਜਾਣਦੇ ਹਾਂ ਕਿ ਐਕਚੁਅਲ 'ਚ ਉਹ ਸਕੂਲਾਂ ਦਾ ਬਾਰੇ ਕੀ ਸੋਚਦੇ ਆ, ਕੀ ਪਲਾਨ ਹੈ ਫਿਊਚਰ ਦੇ ਵਿੱਚ, ਜਾਂ ਬੀਤੇ ਸਮੇਂ ਦੇ ਵਿੱਚ ਸਕੂਲਾਂ ਦੇ ਬਾਰੇ ਕੀ ਪ੍ਰੋਗਰੈਸ ਹੋ ਰਹੀ ਹੈ। ਮੈਡਮ ਤੁਹਾਡਾ ਬਹੁਤ ਸਵਾਗਤ ਹੈ ਜੀ। ਤੇ ਮੈਮ ਪਹਿਲਾ ਸਵਾਲ ਮੇਰਾ ਇਹੀ ਹੈ ਕਿ ਸਕੂਲਾਂ ਦੀ ਜਿਹੜੀ ਮੌਜੂਦਾ ਸਿਚੁਏਸ਼ਨ ਹੈ ਉਹਨੂੰ ਕਿਵੇਂ ਦੇਖ ਰਹੇ ਹੋ? ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਐਂਡ ਥੈਂਕ ਯੂ ਜੀ ਫॉर ਕਮਿੰਗ ਟੂ ਮਾਈ ਆਫਿਸ। ਹੁਣ ਮੈਂ ਵੀ ਦੇਖੋ ਜੀ, ਮੈਂ ਵੀ ਮਾਂ ਹੈਗੀ ਹਾਂ 4 ਬੱਚਿਆਂ ਦੀ, ਐਂਡ ਮੈਨੂੰ ਪਤਾ ਹੈ ਕਿ ਸਾਰੇ ਪਰਿਵਾਰਾਂ ਵਿੱਚ ਇਹੀ ਫਿਕਰ ਹੁੰਦਾ ਹੈ ਐਜੂਕੇਸ਼ਨ ਬਾਰੇ ਐਂਡ ਹੈਲਥ ਬਾਰੇ। ਸੋ ਸਾਡੇ ਹਲਕੇ ਵਿੱਚ ਇਨ ਕੈਲਗਰੀ ਨਾਰਥ ਈਸਟ ਹੁਣ ਇਸ ਸਮੇਂ 2 ਸਕੂਲ ਬਣ ਰਹੇ ਹੈਗੇ ਆ। ਪੂਰੇ ਸ਼ਹਿਰ ਵਿੱਚ 6 ਸਕੂਲ ਬਣ ਰਹੇ ਹੈਗੇ ਦਾ ਪਬਲਿਕ ਸਿਸਟਮ, 2 ਸਾਡੇ ਹਲਕੇ ਵਿੱਚ ਬਣ ਰਹੇ ਹੈਗੇ ਆ। ਪਰ ਮੈਂ ਇਹ ਵੀ ਜਾਣਦੀ ਹੈਗੀ ਆ ਕਿ ਜਿਹੜੇ ਹੁਣ ਸਾਡੇ ਰੈੱਡ ਸਟੋਨ ਵਾਲੇ ਵਾਸੀ ਹੈਗੇ ਆ, ਉਹਨਾਂ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈਗੀ ਆ। ਤਾਂ ਸ਼ੁਰੂ ਤੋਂ ਡੇ 1 when I was elected, ਮੈਂ ਮਿਨਿਸਟਰ ਨੂੰ ਕਿਹਾ ਸੀ ਕਿ ਦੇਖੋ ਜੀ 2 ਤੁਸੀਂ ਬਣਾ ਰਹੇ ਹੈਗੇ ਆ, ਬਟ ਵੀ ਡੂ ਨੀਡ ਅਨਦਰ ਸਕੂਲ ਇਨ ਰੈਡਸਟੋਨ, ਕਿਉਂਕਿ ਉੱਥੇ ਕਮਿਊਨਿਟੀ ਵਧੀ ਜਾ ਰਹੀ ਹੈਗੀ ਆ। ਸੋ ਜਿਵੇਂ ਪ੍ਰੋਸੈਸ ਹੈਗਾ ਆ, ਇਟ ਹੈਜ਼ ਟੂ ਬੀ ਇਨ ਦ ਕੈਪੀਟਲ ਪਲਾਨ। ਹਜੇ ਤੱਕ ਉਹ ਸਕੂਲ ਕੈਪੀਟਲ ਪਲਾਨ ਉੱਪਰ ਤੱਕ ਨਹੀਂ ਆਇਆ, ਪਰ ਕੱਲ੍ਹ ਰਾਤੀ ਵੀ ਮੇਰੀ ਗੱਲ ਹੋਈ ਸੀ ਮਿਨਿਸਟਰ ਨਾਲ, ਤਾਂ ਉਹਨਾਂ ਨੂੰ ਮੈਂ ਕਿਹਾ ਦੇਖੋ ਜੀ ਤੁਸੀਂ ਇਸੇ ਬਾਰੇ ਸੋਚੋ ਅਤੇ ਕੁਝ ਕਰੋ। ਤੇ ਹੁਣ ਜਿਸ ਤਰ੍ਹਾਂ ਇਹ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਸਿਰਫ ਇੱਕੋ ਸਕੂਲ ਇਹਨਾਂ 4 ਕਮਿਊਨਿਟੀਆਂ ਦੇ ਵਿੱਚ ਚੱਲ ਰਿਹਾ, ਰੈੱਡ ਸਟੋਨ, ਸਿਟੀਸਕੇਪ, ਕਾਰਨਰਸਟੋਨ ਤੇ ਸਕਾਈ ਵਿਊ ਦੇ ਵਿੱਚ। ਤੇ 2 ਸਕੂਲ ਆਲਰੇਡੀ ਕੈਪੀਟਲ ਪਲਾਨ ਦੇ ਵਿੱਚ ਹੈਗੇ ਆ, ਜਿਹੜੇ ਲਾਸਟ ਈਅਰ ਜਿਹੜਾ ਇਹ 4 ਸਾਲਾਂ ਦਾ ਪ੍ਰੋਗਰਾਮ ਉਹਦੇ ਵਿੱਚ ਪਏ ਹੋਏ ਆ। ਤੇ ਉਹਨਾਂ 2 ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਜੇ ਕੈਪੀਟਲ ਪਲਾਨ ਦੇ ਵਿੱਚ ਪੈ ਜਾਂਦੇ ਆ ਉਹ ਇਨ ਫਿਊਚਰ ਦੇ ਵਿੱਚ ਵੀ ਹੋਰ ਸਕੂਲ ਜੇ ਆ ਜਾਂਦਾ ਤੇ ਤੁਸੀਂ ਪੁਸ਼ ਕਰੋਗੇ ਉਹਨਾਂ ਨੂੰ। ਤੇ ਜਿਹੜੇ ਪਿਛਲੇ ਆਲਰੇਡੀ 2 ਸਕੂਲ ਹੈਗੇ ਉਹਨਾਂ ਬਾਰੇ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਿ ਉਹ ਸਕੂਲ ਕਦੋਂ ਤੱਕ ਬਣ ਜਾਣੇ ਆ, ਜਾਂ ਇੱਕ ਦੀ ਤਾਂ ਆਲਮੋਸਟ ਮੈਨੂੰ ਲੱਗਦਾ ਬਿਲਡਿੰਗ ਬਣ ਗਈ ਆ, ਤੇ ਜਿਹੜਾ ਕਾਰਨਰਸਟੋਨ ਵਾਲਾ ਹਾਈ ਸਕੂਲ ਆ ਉਹਦੇ ਬਾਰੇ? ਸੋ ਕਾਰਨਰਸਟੋਨ ਹਾਈ ਸਕੂਲ ਇਹ ਉਹ ਹੈ ਨਾ ਕੈਪੀਟਲ ਪਲਾਨ ਵਿੱਚ ਹੈ, ਉਹ ਸ਼ਾਇਦ 2025 ਤੱਕ ਬਣ ਜਾਏਗਾ। the design funding and the building funding ਹੈ ਨਾ ਉਹ ਅਪਰੂਵਲ ਆਲਰੇਡੀ ਹੋ ਚੁੱਕੀ ਹੈਗੀ ਆ। ਹੁਣ ਜਿਹੜੇ 2 ਸਕੂਲ ਬਣ ਰਹੇ ਹੈਗੇ ਆ, ਨਾਰਥ ਕੈਲਗਰੀ ਹਾਈ ਸਕੂਲ it'll be open by fall of 2023, and Skyview Middle School ਉਹ ਵੀ ਖੁੱਲ ਰਿਹਾ ਥੋੜੀ ਦੇਰ ਤੱਕ। but just going back to the process, ਹੁਣ ਜਿਹੜੀ ਸਕੂਲ ਬਿਲਡਿੰਗਸ ਹੈਗੀਆਂ ਆ ਇਹ ਲੋਕਲ ਡਿਸੀਜਨ ਮੇਕਿੰਗ ਹੁੰਦੀਆਂ, ਇਹ ਸ਼ੁਰੂ ਤੋਂ ਹੀ ਜਿਹੜੀ ਇਹ ਪ੍ਰੋਸੈਸ ਹੈਗਾ ਆ, ਹਰੇਕ ਸਕੂਲ ਬੋਰਡ ਅਕ੍ਰੋਸ ਦ ਪ੍ਰੋਵਿੰਸ ਉਹਨਾਂ ਦੀ ਮਰਜ਼ੀ ਹੁੰਦੀ ਆ, ਉਹਨਾਂ ਦੇ ਹੈ ਨਾ ਕਾਫੀ ਸਾਰੇ ਮੈਟ੍ਰਿਕਸ ਹੁੰਦੇ ਆ, ਪਾਪੂਲੇਸ਼ਨ ਗਰੋਥ, ਬੱਸਿੰਗ, ਉਸ ਦੇ ਤੌਰ 'ਤੇ ਉਹ ਡਿਸਾਈਡ ਕਰਦੇ ਹੈਗੇ ਆ which schools are going to put in the plan. ਹੁਣ Redstone School, I just want everyone to know, is number 7 on the list. The minister ਨਾਲ ਮੈਂ ਗੱਲ ਕੀਤੀ ਸੀ ਤਾਂ ਉਹਨਾਂ ਨੂੰ ਕਿਹਾ ਕਿ ਦੇਖੋ ਸਾਡੀ ਹਲਕੇ ਵਿੱਚ in northeast Calgary the population is growing very very quickly and please take a closer look at this school. ਤੇ ਜਿਸ ਤਰ੍ਹਾਂ ਹੈ ਕਿ ਤੁਸੀਂ ਇਹਦੇ ਵਿੱਚ ਮੰਨਦੇ ਹੋ ਕਿ ਜਿਹੜੇ ਸਕੂਲਾਂ ਦਾ ਪਲਾਨ ਇਹ ਮਤਲਬ ਕੈਪੀਟਲ ਪਲਾਨ ਦੇ ਵਿੱਚ ਪੈਣ ਤੋਂ ਬਾਅਦ ਵੀ ਇਹ 4 ਸਾਲ 5 ਸਾਲ ਕਈ ਤੱਕ ਤਾਂ 6-7 ਸਾਲ ਤੱਕ ਚੱਲ ਜਾਂਦਾ, ਤੁਹਾਨੂੰ ਲੱਗਦਾ ਕਿ ਜੇ ਫੰਡਿੰਗ ਦੀ ਕਿਤੇ ਨਾ ਕਿਤੇ ਇਹਦੇ ਵਿੱਚ ਜੇ ਗਵਰਨਮੈਂਟ ਇਹਨੂੰ
ਐਜੂਕੇਸ਼ਨ ਬੋਰਡ ਨੂੰ ਹੋਰ ਜ਼ਿਆਦਾ ਫੰਡਿੰਗ ਹੋਵੇ ਤੇ ਜਲਦੀ ਪ੍ਰੋਸੈਸ ਕੰਪਲੀਟ ਹੋ ਸਕਦਾ ਹੈ? I think so. ਹੁਣ ਦੇਖੋ ਜੀ ਸਾਡਾ ਸ਼ਹਿਰ ਕਾਫੀ ਵੱਧ ਚੁੱਕਾ ਹੈਗਾ. We're growing even more through immigration. ਪਤਾ ਚੱਲ ਰਿਹਾ we are going to have 500,000 people immigrating in 2025. ਜਿਹੜੀਆਂ ਪਿਛਲੀਆਂ ਫਾਰਮੂਲਾ ਸੀ, ਪਿਛਲੇ ਪ੍ਰੋਸੈਸ ਸੀਗੇ, ਉਹਨਾਂ ਨੂੰ ਮਾਡਰਨਾਈਜ਼ ਤਾਂ ਕਰਨਾ ਹੀ ਪੈਣਾ ਹੈਗਾ ਆ. ਸੋ ਮੈਨੂੰ ਉਮੀਦ ਹੈ ਖਾਸ ਕਰਕੇ we have a surplus in our ਕਿਉਂਕਿ ਇਹ ਜਿਹੜਾ budget. ਪ੍ਰੋਸੈਸ ਹੈ ਇਹਨੂੰ ਮਤਲਬ ਕਾਫੀ, ਕਿਉਂਕਿ ਕਮਿਊਨਿਟੀ ਤਾਂ ਕਾਫੀ ਜ਼ਿਆਦਾ ਆ ਗਈ ਹੈ ਤੇ ਪਰ ਇਹ ਪ੍ਰੋਸੈਸ ਜਿਹੜਾ ਆ ਇਹ ਪ੍ਰੋਸੈਸ ਸਕੂਲਾਂ ਵਾਲਾ ਬੜਾ ਲੰਮਾ ਚੱਲ ਜਾਂਦਾ ਹੈ। ਚੱਲ ਤਾਂ ਜਾਂਦਾ ਆ ਬਟ ਜਿਵੇਂ ਹੁਣ in the past the process worked better than it's working now because our population is growing and I think it needs to be modernized. ਹੁਣ Calgary Board of Education ਨੂੰ ਵੀ ਮੈਂ ਚਿੱਠੀ ਪਾਵਾਂਗੀ ਕਿਉਂਕਿ ਉਹਨਾਂ ਨੇ ਲਿਖਿਆ ਕਿ population growth ਦੇ ਹਿਸਾਬ ਨਾਲ ਉਹ ਡਿਸਾਈਡ ਕਰਦੇ ਆ, ਪਰ ਮੈਨੂੰ ਲੱਗ ਰਿਹਾ ਕਿ ਉਹ ਪੁਰਾਣੀ ਇਨਫੋਰਮੇਸ਼ਨ ਯੂਜ਼ ਕਰ ਰਿਹਾ. ਜਿਹੜੀ ਹੁਣ ਨਵੀਂ ਇਨਫੋਰਮੇਸ਼ਨ ਆ ਰਹੀ ਆ ਅਸੀਂ ਸਾਫ਼ ਅਸੀਂ ਦੇਖ ਰਹੇ ਹਾਂ immigration is coming in, the communities are growing, so I think it needs to be modernized. ਤੇ ਇੱਕ ਲੋਕਾਂ ਦਾ ਬੇਸਿਕਲੀ ਇਹ, ਹੁਣ ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲ ਵੀ ਕੀਤੀ ਆ, ਉਹਨਾਂ ਦੀ ਇਹ ਇੱਕ ਸ਼ਿਕਾਇਤ ਵੀ ਆ ਕਿ ਸਾਨੂੰ ਜੇ ਸਕੂਲ ਨੇੜੇ ਹੁੰਦਾ, ਪਬਲਿਕ ਸਕੂਲ ਨੇੜੇ ਹੁੰਦਾ ਤਾਂ ਸਾਨੂੰ ਇੰਨੀ ਜ਼ਿਆਦਾ ਮਨੀ ਸਪੈਂਡ ਨਾ ਕਰਨੀ ਪੈਂਦੀ ਜਿਹੜੀ ਹੁਣ ਸਾਨੂੰ ਦੂਰ ਪ੍ਰਾਈਵੇਟ ਬੱਸਾਂ ਤੇ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਪੈਂਡ ਕਰਨੀ ਪੈ ਰਹੀ ਹੈ। ਤੇ ਤੁਸੀਂ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਆਖਿਆ ਕਿ ਮੈਂ ਕੋਸ਼ਿਸ਼ ਕਰਦੀ ਹਾਂ ਕਿ ਜੇ ਪ੍ਰਾਈਵੇਟ ਸਕੂਲ ਪਹਿਲਾਂ ਆ ਜਾਵੇ, ਤੇ ਇਹ ਇਸ ਤਰ੍ਹਾਂ ਤੁਹਾਨੂੰ ਕਿਉਂ ਲੱਗਿਆ ਕਿ ਪ੍ਰਾਈਵੇਟ ਸਕੂਲ ਲੈ ਆਉਣਾ ਚਾਹੀਦਾ ਹੈ? ਪ੍ਰਾਈਵੇਟ ਸਕੂਲ ਬਾਰੇ ਨਹੀਂ ਸੀ ਮੈਂ ਗੱਲ ਕੀਤੀ, ਮੈਂ ਚਾਰਟਰ ਸਕੂਲ ਬਾਰੇ ਗੱਲ ਕੀਤੀ ਸੀ. ਫਰਕ ਹੈਗਾ ਹੁਣ ਕਿਉਂ ਮੈਂ ਇਸ ਕਰਕੇ ਕਿਹਾ ਸੀ ਕਿਉਂਕਿ ਕਾਫੀ ਸਾਡੇ ਜਿਹੜੇ ਰੈਜ਼ੀਡੈਂਟਸ ਹੈਗੇ ਆ ਕਹਿੰਦੇ ਆ ਕਿ ਸਾਨੂੰ ਮੈਥ ਐਂਡ ਸਾਇੰਸ ਸਟੈਮ ਸਕੂਲ ਚਾਹੀਦਾ ਹੈ ਕਿਉਂਕਿ ਹਮੇਸ਼ਾ ਜਿੱਦਾਂ ਸਾਡੇ ਕਲਚਰ ਵਿੱਚ ਹੈਗੇ ਆ we're very focused on education. ਸੋ ਇਹ ਮੰਗ ਸੀ ਕਮਿਊਨਿਟੀ ਦੀ ਕਿ ਤੁਸੀਂ ਦੇਖੋ ਚਾਰਟਰ ਸਕੂਲ ਮੈਥ ਫੋਕਸਡ like the STEM Academy, ਉਹਦੇ ਬਾਰੇ ਤੁਸੀਂ ਸਾਨੂੰ ਥੋੜਾ ਜਿਹਾ ਦੱਸੋ and if we can get that made that would be great. But ਇਸ ਦਾ ਮਤਲਬ ਇਹ ਥੋੜਾ ਹੈਗਾ ਕਿ ਮੈਂ ਮਿਨਿਸਟਰ ਨਾਲ ਨਹੀਂ ਗੱਲ ਕੀਤੀ ਵੀ ਸਾਨੂੰ ਪਬਲਿਕ ਸਕੂਲ ਵੀ ਚਾਹੀਦਾ ਹੈਗਾ. and at charter schools there's no fees for charter schools. Private school ਦੀ ਗੱਲ ਤਾਂ ਮੈਂ ਕਦੇ ਕੀਤੀ ਨਹੀਂ ਹੈਗੀ. I'm a public school graduate and I'm a strong believer in the public system, so private school ਬਾਰੇ ਤਾਂ ਗੱਲ ਨਹੀਂ ਸੀ ਹੋਈ. But I think we need to do both at the same time ਕਿਉਂਕਿ demand ਹੈ, parents want a STEM school. ਉਹ ਤਾਂ ਚਾਹੁੰਦੇ ਹੈਗੇ ਆ ਵੀ ਸਾਨੂੰ ਉਹ ਆਪਸ਼ਨ ਮਿਲੇ ਜਿੱਥੇ ਸਾਡੇ ਬੱਚੇ can excel in math and science. ਪਰ ਉਸ ਦੇ ਨਾਲ I've been talking to the minister for a school for Redstone. ਤੇ ਜਿਸ ਤਰ੍ਹਾਂ ਮੈਂ ਗੱਲ ਬਹੁਤ ਸਾਰੇ ਲੋਕਾਂ ਨਾਲ ਕੀਤੀ ਇਸ ਟਾਈਮ ਲੋਕੀ ਬਹੁਤ ਜ਼ਿਆਦਾ ਇਸ ਸਕੂਲਾਂ ਵਾਲੇ ਮਸਲੇ 'ਤੇ ਤਾਂ ਇਹ ਕਹਿਣਾ ਯਾਰ ਵੀ ਤਾਂ ਹੁਣ ਅਸੀਂ ਗੱਲ ਹੀ ਨਹੀਂ ਕਰਨਾ ਚਾਹੁੰਦੇ, ਬਹੁਤ ਸਾਰੀਆਂ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ, ਫਿਰ ਵੀ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੀ ਜਿਹੜੀ ਕਮਿਊਨਿਟੀ ਹੈ? ਮੇਰੇ ਨਾਲ ਤਾਂ ਇਹ ਗੱਲ ਹੋਈ ਨਹੀਂ, ਮੇਰੇ ਨਾਲ ਤਾਂ ਕਾਫੀ ਸਾਰੀਆਂ ਮੀਟਿੰਗਸ ਹੁੰਦੀਆਂ ਰਹਿੰਦੀਆਂ. I've been talking to lots of people and ਹੁਣ 18 ਤਰੀਕ ਨੂੰ ਮੇਰਾ ਟਾਊਨ ਹਾਲ ਹੈਗਾ. It's at the RCGOH church, the church in Redstone. ਉਸ ਦੇ ਬਾਰੇ ਮੈਂ ਆਪਣੇ ਸੋਸ਼ਲ ਮੀਡੀਆ ਤੇ ਵੀ ਦੱਸਾਂਗੀ. ਸਾਈਨ ਬੋਰਡਸ ਵੀ ਅਸੀਂ ਹੁਣ ਨੈਕਸਟ ਵੀਕ ਅਸੀਂ ਲਗਾ ਰਹੇ ਹਾਂ ਇਨ ਦ ਕਮਿਊਨਿਟੀਜ਼. ਉਸ ਮੀਟਿੰਗ ਵਿੱਚ ਮੈਂ ਦੱਸਣਾ ਚਾਹ ਰਹੀ ਹੈਗੀ ਹਾਂ ਕਿ ਇੱਕ ਤਾਂ ਪ੍ਰੋਸੈਸ ਬਾਰੇ ਕਿ ਕਿਉਂ ਕਈਆਂ ਨੂੰ ਪਤਾ ਨਹੀਂ ਹੈਗਾ ਹੈ ਨਾ ਵੀ ਕੈਲਗਰੀ ਬੋਰਡ ਆਫ ਐਜੂਕੇਸ਼ਨ ਦੀ ਜ਼ਿੰਮੇਵਾਰੀ ਹੁੰਦੀ ਆ ਪ੍ਰੋਸੈਸ ਬਾਰੇ. ਤਾਂ ਦੂਜੀ ਗੱਲ ਕਿ ਮੇਰੀਆਂ ਗੱਲਾਂ ਜਿਹੜੀਆਂ ਮਿਨਿਸਟਰ ਨਾਲ ਹੋਈਆਂ about modernizing the formulas with the CBE ਜੋ ਅਸੀਂ ਇਨਫਲੂਐਂਸ ਕਰ ਸਕਦੇ ਹਾਂ ਅਸੀਂ ਕਰਾਂਗੇ. ਐਂਡ ਬਾਕੀ ਇਟਸ ਆਲਸੋ ਅਬਾਊਟ ਇਮੀਗ੍ਰੇਸ਼ਨ ਕਿਉਂਕਿ ਆਮ ਦੀ ਇਮੀਗ੍ਰੇਸ਼ਨ ਮਿਨਿਸਟਰ ਐਂਡ ਅਸੀਂ 2-3 ਚੇਂਜਸ ਅਸੀਂ ਲਿਆ ਰਹੇ ਹੈਗੇ ਆ in our immigration programs. ਉਸ ਦੇ ਬਾਰੇ ਵੀ ਮੈਂ ਗੱਲ ਕਰਨਾ ਚਾਹ ਰਹੀ ਹਾਂ. ਠੀਕ ਹੈ, ਥੈਂਕ ਯੂ ਮੈਮ. ਓਕੇ, ਥੈਂਕ ਯੂ ਜੀ.